ਹੈਲੋ ਐਵਰੀਵਨ। ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਨੋਟਸ ਪ੍ਰੋਵਾਈਡ ਕਰਵਾ ਰਹੀ ਹਾਂ ਜੀ। ਤੁਹਾਡਾ ਜੋ ਟੌਪਿਕ ਹੈ ਜੀ ਮਾਤ ਭਾਸ਼ਾ ਦੀ ਸਿੱਖਿਆ ਦੇ ਉਦੇਸ਼, ਮਹੱਤਵ, ਸਿਧਾਂਤ ਅਤੇ ਸੂਤਰ। ਸੋ ਇਹ ਇਕਾਈ 1 ਦੇ ਨੋਟਸ ਹੈ ਜੀ। ਪੈਂਡਾਗੋਜੀ ਆਫ ਪੰਜਾਬੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਿਲੇਬਸ ਦੇ ਅਕੋਰਡਿੰਗ ਮੈਂ ਤੁਹਾਨੂੰ ਨੋਟਸ ਪ੍ਰੋਵਾਈਡ ਕਰਵਾ ਰਹੀ ਹਾਂ ਜੀ। ਸੋ ਕੰਪਲਸਰੀ ਸਬਜੈਕਟ ਸਾਰੇ ਹੀ ਜਿਹੜੇ ਮੈਂ ਕੰਪਲੀਟ ਤੁਹਾਨੂੰ ਕਰਵਾ ਚੁੱਕੀ ਹਾਂ, ਅਤੇ ਪੰਜਾਬੀ ਅਤੇ ਐਸ ਐਸ ਟੀ ਵੀ ਮੈਂ ਕਰਵਾ ਚੁੱਕੀ ਹਾਂ, ਅਤੇ ਪੰਜਾਬੀ ਦੇ ਮੈਂ ਕਰਵਾ ਰਹੀ ਹਾਂ, ਅਤੇ ਬਾਕੀ ਸਬਜੈਕਟ ਵੀ ਆਪਾਂ ਦੇਖਦੇ ਹਾਂ ਜੇ ਟਾਈਮ ਦੇ ਅਕੋਰਡਿੰਗ ਟਾਈਮ ਬਚਿਆ ਤਾਂ ਬਾਕੀ ਜਿਹੜੇ ਸਬਜੈਕਟ ਵੀ ਉਹ ਵੀ ਸਟਾਰਟ ਕਰ ਲਾਂਗੇ। ਬਟ ਇਹ ਹੈਗੇ ਆ ਜੀ ਪੈਂਡਾਗੋਜੀ ਆਫ ਪੰਜਾਬੀ ਦੇ ਜਿਹੜਾ ਮੈਂ ਨੋਟਸ ਆ ਪ੍ਰੋਵਾਈਡ ਕਰਵਾ ਰਹੀ ਹਾਂ। ਸੋ ਆਪਣਾ ਜਿਹੜਾ ਟੌਪਿਕ ਰਹੂਗਾ ਜੀ ਉਹ ਰਹੂਗਾ ਜੀ ਇਕਾਈ 1 ਦਾ ਈਡੀ ਭਾਗ ਹੈ ਜੀ, ਮਾਤ ਭਾਸ਼ਾ ਦੀ ਸਿੱਖਿਆ ਦੇ ਉਦੇਸ਼, ਮਹੱਤਵ, ਸਿਧਾਂਤ ਅਤੇ ਸੂਤਰ। ਸੋ ਇਹ ਵਾਲਾ ਜਿਹੜਾ ਟੌਪਿਕ ਹੈ ਜੀ ਆਪਾਂ ਕਰ ਰਹੇ ਹਾਂ ਜੀ ਇਸ ਵੀਡੀਓ ਦੇ ਵਿੱਚ। ਬਾਕੀ ਆਪਣੀ ਇਕਾਈ 2 ਕੰਪਲੀਟ ਹੈ, ਇਕਾਈ 3 ਵੀ ਕੰਪਲੀਟ ਹੈ। ਇੱਕ ਇਕਾਈ 2 ਦਾ ਅਵਸਥਾਵਾਂ ਨੂੰ ਲੈ ਕੇ ਕੁਝ ਕਮੈਂਟ ਆਇਆ ਹੋਇਆ ਸੀ, ਉਹਨੂੰ ਮੈਂ ਚੈੱਕ ਕਰ ਲੈਂਦੀ ਹਾਂ, ਦੇਖ ਲੈਂਦੀ ਹਾਂ, ਅਤੇ ਆਪਾਂ ਕਰ ਲਾਂਗੇ ਕਵਰ, ਉਹਨੂੰ ਵੀ ਕੋਈ ਗੱਲ ਨਹੀਂ। ਸੋ ਇਕਾਈ 1 ਦਾ ਅੱਜ ਆਪਾਂ ਕਰ ਰਹੇ ਹਾਂ। ਸੋ ਮੈਂ ਤੁਹਾਨੂੰ ਊੜਾ ਭਾਗ ਦਾ ਵੀ ਜਿਹੜਾ ਇਹ ਪੰਜਾਬੀ ਭਾਸ਼ਾ ਦਾ ਨਿਕਾਸ ਅਤੇ ਵਿਕਾਸ ਇਹ ਸ਼ਾਰਟ ਦੇ ਲਈ ਕਰਵਾਇਆ, ਪਰ ਆਪਾਂ ਭਾਸ਼ਾ, ਪਰਿਭਾਸ਼ਾ, ਆਧਾਰ ਅਤੇ ਪ੍ਰਕਿਰਤੀ ਲੌਂਗ ਦੇ ਲਈ ਕਰਾਂਗੇ। ਲਿਪੀ ਦਾ ਅਰਥ, ਗੁਰਮੁਖੀ ਲਿਪੀ ਦੀ ਪ੍ਰਾਚੀਨਤਾ, ਇਹ ਆਪਾਂ ਲੌਂਗ ਦੇ ਲਈ ਮੈਂ ਤੁਹਾਨੂੰ ਕਰਵਾ ਚੁੱਕੀ ਹਾਂ। ਅਨੁਕੂਲਤਾ ਵੀ ਆਪਾਂ ਕਰਾਂਗੇ। ਸੋ ਮਾਤ ਭਾਸ਼ਾ ਦੀ ਸਿੱਖਿਆ ਦੇ ਉਦੇਸ਼, ਮਹੱਤਵ ਅਤੇ ਸਿਧਾਂਤ ਸੂਤਰ ਦੇ ਬਾਰੇ ਦੇ ਵਿੱਚ ਗੱਲ ਕਰਦੇ ਹਾਂ ਜੀ। ਪਲੇਲਿਸਟ ਬਣੀਆਂ ਹੋਈਆਂ ਜੀ ਅਲੱਗ ਤੋਂ ਹਰ ਇੱਕ ਸਬਜੈਕਟ ਦੀਆਂ। ਪਲੇਲਿਸਟ ਦੇ ਵਿੱਚ ਤੁਹਾਨੂੰ ਹਰ ਇੱਕ ਜਿਹੜੀ ਵੀਡੀਓ ਮਿਲ ਜਾਵੇਗੀ, ਤੁਹਾਡੇ ਲਈ ਜਿਹੜਾ ਇਹ ਹੈਲਪਫੁਲ ਰਹਿਣਗੀਆਂ ਜੀ ਵੀਡੀਓਜ਼। ਸੋ ਜ਼ਰੂਰ ਦੇਖ ਲਓ ਉਹਨਾਂ ਨੂੰ। ਪਲੇਲਿਸਟ ਦਾ ਲਿੰਕ ਹੀ ਆਪਣੇ ਫਰੈਂਡਸ ਦੇ ਨਾਲ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ। ਮੈਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਵੀਡੀਓ, ਜੋ ਜੇਕਰ ਤੁਹਾਨੂੰ ਪਸੰਦ ਆਉਂਦੀਆਂ ਨੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਆ ਕਰੋ, ਕਿਉਂਕਿ ਮੈਨੂੰ ਮੋਟੀਵੇਸ਼ਨ ਮਿਲਦਾ ਜੀ ਤੁਹਾਡੇ ਕਮੈਂਟ ਤੋਂ, ਤੁਹਾਡੇ ਲਾਈਕ ਤੋਂ। ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ, ਅਤੇ ਚੈਨਲ ਨੂੰ ਜੇਕਰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ, ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ। ਸੋ ਅੱਜ ਦਾ ਆਪਣਾ ਜਿਹੜਾ ਟੌਪਿਕ ਹੈ ਜੀ ਉਹ ਹੈਗਾ ਜੀ ਮਾਤ ਭਾਸ਼ਾ ਦੀ ਸਿੱਖਿਆ ਦੇ ਉਦੇਸ਼, ਮਹੱਤਵ, ਸਿਧਾਂਤ ਅਤੇ ਸੂਤਰ। ਸੋ ਸਟਾਰਟ ਕਰਦੇ ਹਾਂ ਜੀ। ਸੌਖਾ ਜਿਹਾ ਟੌਪਿਕ ਹੈ ਜੀ। ਮਾਤ ਭਾਸ਼ਾ ਆਪਣੀ ਮਾਂ ਬੋਲੀ, ਉਹਦੀ ਜਿਹੜੀ ਗੱਲ ਹੋਵੇਗੀ, ਹਰ ਇੱਕ ਦੀ ਜਿਹੜੀ ਆਪਣੀ ਜਿਹੜੀ ਮਾਤ ਭਾਸ਼ਾ ਹੁੰਦੀ ਹੈ ਉਸ ਦੀ ਗੱਲ ਆਪਾਂ ਕਰਾਂਗੇ। ਸੋ ਜਾਣ ਪਛਾਣ ਹੈ ਜੀ। ਮਾਤ ਭਾਸ਼ਾ ਦੀ ਸਿੱਖਿਆ ਦਾ ਵਿਦਿਆਰਥੀ ਦੇ ਲਈ ਬਹੁਤ ਮਹੱਤਵ ਹੈ। ਮਾਤ ਭਾਸ਼ਾ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਤੋਂ ਬਿਨਾਂ ਵਿਕਾਸ ਸੰਭਵ ਹੀ ਨਹੀਂ ਹੈ। ਸੋ ਵਿਦਿਆਰਥੀ ਦੇ ਲਈ ਬਹੁਤ ਮਹੱਤਵ ਹੈ, ਅਤੇ ਇਹਦੀ ਜਾਣਕਾਰੀ ਹੋਣਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਇਹਦੇ ਤੋਂ ਬਿਨਾਂ ਜਿਹੜਾ ਵਿਕਾਸ ਹੈ ਉਹ ਨਹੀਂ ਹੋ ਪਾਵੇਗਾ। ਹੁਣ ਤੁਸੀਂ ਸੋਚ ਕੇ ਦੇਖੋ, ਜੇਕਰ ਤੁਹਾਨੂੰ ਮਾਤ ਭਾਸ਼ਾ ਹੀ ਨਹੀਂ ਆਉਂਦੀ ਹੈ, ਭਾਸ਼ਾ ਹੀ ਨਹੀਂ ਆਉਂਦੀ ਆਪਦੀ, ਤਾਂ ਫਿਰ ਤੁਹਾਡਾ ਵਿਕਾਸ ਕਿਵੇਂ ਹੋ ਜਾਏਗਾ। ਸੋ ਮਾਤ ਭਾਸ਼ਾ ਤੋਂ ਬਗੈਰ ਤੁਹਾਡਾ ਜਿਹੜਾ ਵਿਕਾਸ ਹੈ ਉਹ ਨਹੀਂ ਹੋ ਸਕਦਾ। ਮਾਤ ਭਾਸ਼ਾ ਨਾਲ ਵਿਦਿਆਰਥੀ ਦੀ ਜਾਣਕਾਰੀ ਦੇ ਵਿੱਚ ਜਿਹੜਾ ਵਾਧਾ ਹੁੰਦਾ ਹੈ, ਗਿਆਨ ਦੇ ਵਿੱਚ ਵਾਧਾ ਹੁੰਦਾ ਹੈ। ਬੱਚਾ ਆਪਣੇ ਵਿਚਾਰਾਂ ਨੂੰ ਦੂਸਰੇ ਸਾਹਮਣੇ ਆਸਾਨੀ ਨਾਲ ਰੱਖ ਸਕਦਾ ਹੈ। ਮਾਤ ਭਾਸ਼ਾ, ਜਿਸ ਨੂੰ ਮਾਤ ਬੋਲੀ ਵੀ ਕਿਹਾ ਜਾਂਦਾ ਹੈ। ਮਾਤ ਭਾਸ਼ਾ ਸਾਡੇ ਵਿਕਾਸ ਵਿੱਚ ਸਾਡੀ ਬਹੁਤ ਹੀ ਸਹਾਇਤਾ ਕਰਦੀ ਹੈ। ਅਸੀਂ ਕਹਿ ਸਕਦੇ ਹਾਂ ਕਿ ਸਰਵਪੱਖੀ ਵਿਕਾਸ ਕਰਨ ਦੇ ਵਿੱਚ ਸਹਾਈ ਹੈ। ਭਾਸ਼ਾ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਅਸੀਂ ਆਪਣੇ ਵਿਚਾਰਾਂ ਅਤੇ ਮਨ ਦੇ ਭਾਵਾਂ ਨੂੰ ਪ੍ਰਗਟ ਹੈ ਉਹ ਕਰਦੇ ਹਾਂ। ਸੋ ਭਾਸ਼ਾ ਹੀ ਅਜਿਹਾ ਇੱਕ ਸਾਧਨ ਹੈ ਨਾ, ਜਿਸ ਦੇ ਰਾਹੀਂ ਆਪਾਂ ਜਿਹੜੇ ਵਿਚਾਰ ਇੱਕ ਦੂਜੇ ਦੇ ਨਾਲ ਸਾਂਝੇ ਆ ਉਹ ਕਰਦੇ ਹਾਂ, ਹੈ ਨਾ, ਅਤੇ ਦੂਜਿਆਂ ਦੇ ਮਨ ਦੇ ਭਾਵਾਂ ਅਤੇ ਵਿਚਾਰਾਂ ਨੂੰ ਸਮਝਦੇ ਹਾਂ, ਅਤੇ ਦੂਸਰਿਆਂ ਦੇ ਵਿਚਾਰਾਂ ਨੂੰ ਆਪਾਂ ਸਮਝਦੇ ਹਾਂ। ਹਰ ਇਲਾਕੇ, ਦੇਸ਼ ਜਾਂ ਰਾਜ ਵਿੱਚ ਇੱਕ ਖਾਸ ਭਾਸ਼ਾ ਜਿਹੜੀ ਬੋਲੀ ਜਾਂਦੀ ਹੈ, ਉਹ ਉਸ ਇਲਾਕੇ ਜਾਂ ਦੇਸ਼ ਦੀ ਮਾਤ ਭਾਸ਼ਾ ਅਖਵਾਉਂਦੀ ਹੈ। ਜਿਵੇਂ ਪੰਜਾਬ ਦੀ ਮਾਤ ਭਾਸ਼ਾ ਪੰਜਾਬੀ ਹੈ, ਬੰਗਾਲ ਦੀ ਬੰਗਾਲੀ ਹੈ, ਗੁਜਰਾਤ ਦੀ ਗੁਜਰਾਤੀ ਆਦਿ। ਸੋ ਹਰ ਇੱਕ ਇਲਾਕੇ ਜਾਂ ਦੇਸ਼ ਜਾਂ ਰਾਜ ਦੀ ਅਲੱਗ ਆਪਦੀ ਇੱਕ ਭਾਸ਼ਾ ਹੁੰਦੀ ਹੈ, ਤਾਂ ਉਸ ਭਾਸ਼ਾ ਨੂੰ ਮਾਤ ਭਾਸ਼ਾ ਕਿਹਾ ਜਾਂਦਾ ਹੈ। ਅਤੇ ਆਪਾਂ ਪੰਜਾਬ ਦੇ ਵਿੱਚ ਹਾਂ, ਅਤੇ ਆਪਣੀ ਮਾਤ ਭਾਸ਼ਾ ਕਿਹੜੀ ਹੈ? ਪੰਜਾਬੀ। ਸੋ ਪੰਜਾਬੀ ਦਾ ਆਉਣਾ ਆਪਣੇ ਲਈ ਜ਼ਰੂਰੀ ਹੈ ਨਾ। ਬੱਚੇ ਨੂੰ ਵੀ ਮਾਤ ਭਾਸ਼ਾ ਆਉਣੀ ਜ਼ਰੂਰੀ ਹੈ। ਜੇਕਰ ਉਹਨੂੰ ਕੋਈ ਭਾਸ਼ਾ ਹੀ ਨਹੀਂ ਆਵੇਗੀ ਤਾਂ ਫਿਰ ਉਹਦਾ ਵਿਕਾਸ ਹੈ ਉਹ ਰੁਕ ਜਾਵੇਗਾ। ਸੋ ਉਸੇ ਮਾਤ ਭਾਸ਼ਾ ਦੀ ਇੱਥੇ ਆਪਾਂ ਗੱਲ ਕਰਨੀ ਹੈ। ਨੈਕਸਟ ਹੈ ਜੀ ਮਾਤ ਭਾਸ਼ਾ ਦਾ ਅਰਥ ਆਪਾਂ ਕਰਾਂਗੇ ਜੀ। ਹੁਣ ਮਾਤ ਭਾਸ਼ਾ ਦਾ ਅਰਥ, ਸੋ ਮਾਤ ਭਾਸ਼ਾ ਦਾ ਅਰਥ ਕਰਾਂਗੇ। ਸੋ ਬੱਚੇ ਦੀ ਉਹ ਭਾਸ਼ਾ ਜੋ ਉਹ ਆਪਣੀ ਮਾਂ ਦੇ ਮੁੱਖ ਤੋਂ ਸੁਣ ਕੇ ਗ੍ਰਹਿਣ ਕਰਦਾ ਹੈ। ਸੋ ਇੱਕ ਬੱਚਾ ਆਪਣੀ ਮਾਂ ਦੇ ਮੁੱਖ ਤੋਂ ਸੁਣ ਕੇ ਉਹਨੂੰ ਗ੍ਰਹਿਣ ਕਰਦਾ ਹੈ। ਅਤੇ ਘਰੋਗੀ ਮਤਲਬ ਘਰ,
ਅਤੇ ਘਰੋਗੀ ਤੇ ਆਲੇ ਦੁਆਲੇ ਦੇ ਵਿਅਕਤੀਆਂ ਤੋਂ ਅਨੁਕਰਨ ਦੁਆਰਾ ਸਹਿ ਸੁਭਾਅ ਹੌਲੀ ਹੌਲੀ ਸਿੱਖਦਾ। ਜਦੋਂ ਆਲੇ ਦੁਆਲੇ ਦੇ ਘਰ ਦੇ ਲੋਕ ਜਿਹੜਾ ਬੋਲਦੇ ਨੇ ਉਹਨਾਂ ਨੂੰ ਸੁਣਦਾ ਏ, ਠੀਕ ਹੈ, ਅਨੁਕਰਨ ਦੁਆਰਾ ਉਹ ਸਹਿ ਸੁਭਾਅ ਹੌਲੀ ਹੌਲੀ ਸਿੱਖਦਾ ਹੈ। ਹੁਣ ਪੰਜਾਬੀ ਆਪਣੀ ਮਾਂ ਬੋਲੀ ਆਪਾਂ ਘਰ ਦੇ ਵਿੱਚ ਹੀ ਛੋਟਾ ਜਿਹੜਾ ਬੱਚਾ ਹੁੰਦਾ ਉਹ ਹੌਲੀ ਹੌਲੀ ਮੰਮਾ ਪਾਪਾ ਹੈ ਨਾ ਬੋਲਣਾ ਸਟਾਰਟ ਕਰ ਦਿੰਦਾ ਹੈ, ਕਿਉਂਕਿ ਉਹ ਘਰ ਦੇ ਵਾਤਾਵਰਨ ਨੂੰ ਦੇਖਦਾ ਹੈ ਨਾ, ਮਤਲਬ ਕਿ ਕੀ ਬੋਲਦੇ ਆ ਉਹ ਅਨੁਕਰਨ ਕਰਦਾ, ਉਹ ਸਿੱਖਦਾ ਏ, ਸਮਝਦਾ ਹੈ, ਅਤੇ ਉਸ ਤੋਂ ਬਾਅਦ ਜਿਹੜੀ ਉਹਨੂੰ ਮਾਤ ਭਾਸ਼ਾ ਜਿਹੜੀ ਉਹ ਗ੍ਰਹਿਣ ਕਰਨੀ ਸਟਾਰਟ ਕਰ ਦਿੰਦਾ ਹੈ। ਸੋ ਸਹਿ ਸੁਭਾਅ ਹੀ ਅਸੀਂ ਜਿਹੜੀ ਆਪਣੀ ਜਿਹੜੀ ਮਾਤ ਭਾਸ਼ਾ ਉਹਨੂੰ ਜਿਹੜੇ ਸਿੱਖ ਜਾਂਦੇ ਹਾਂ, ਅਤੇ ਇਹਨੂੰ ਇਹੀ ਜਿਹੜੀ ਮਾਤ ਭਾਸ਼ਾ ਕਹਿਲਾਉਂਦੀ ਹੈ। ਸੋ ਬੱਚੇ ਦੀ ਉਹ ਭਾਸ਼ਾ ਜੋ ਉਹ ਆਪਣੀ ਮਾਂ ਦੇ ਮੁੱਖ ਤੋਂ ਸੁਣ ਕੇ ਗ੍ਰਹਿਣ ਕਰਦਾ ਹੈ ਅਤੇ ਘਰੋਗੀ ਤੇ ਆਲੇ ਦੁਆਲੇ ਦੇ ਵਿਅਕਤੀਆਂ ਤੋਂ ਅਨੁਕਰਨ ਦੁਆਰਾ ਸਹਿ ਸੁਭਾਅ ਹੌਲੀ ਹੌਲੀ ਸਿੱਖਦਾ ਹੈ, ਉਸ ਦੀ ਮਾਤ ਭਾਸ਼ਾ ਕਹਿਲਾਉਂਦੀ ਹੈ। ਮਾਂ ਤੋਂ ਬਾਅਦ ਇਸ ਸੰਸਾਰ ਵਿੱਚ ਜਨਮ ਲੈਣ ਸਮੇਂ ਉਸ ਨੂੰ ਦੂਸਰੀ ਕੁਦਰਤੀ ਦਾਤ ਮਾਤ ਭਾਸ਼ਾ ਦੇ ਰੂਪ ਵਿੱਚ ਮਿਲਦੀ ਹੈ, ਠੀਕ ਹੈ। ਇਸ ਸੰਸਾਰ ਵਿੱਚ ਉਹ ਜਦੋਂ ਜਨਮ ਲੈਂਦਾ ਤਾਂ ਉਸ ਦੇ ਨਾਲ ਹੀ ਜਿਹੜੀ ਕੁਦਰਤ ਉਹਨੂੰ ਮਾਤ ਭਾਸ਼ਾ ਜਿਹੜੀ ਹੈ ਜਿਹੜੀ ਕੁਦਰਤੀ ਰੂਪ ਦੇ ਵਿੱਚ ਮਿਲ ਜਾਂਦੀ ਹੈ, ਕਿਉਂਕਿ ਜਿਸ ਮਾਹੌਲ ਦੇ ਵਿੱਚ ਜਾਵੇਗਾ ਉਹੀ ਉਹਦੀ ਮਾਤ ਭਾਸ਼ਾ ਬਣ ਜਾਂਦੀ ਹੈ। ਇਸ ਦਾ ਸਦਕਾ ਉਹ ਆਪਣੇ ਅਨੁਭਵ ਦੇ ਦਾਇਰੇ ਨੂੰ ਵਧਾਉਂਦਾ ਹੈ ਅਤੇ ਆਪਣੀ ਸ਼ਖਸੀਅਤ ਨੂੰ ਪ੍ਰਫੁੱਲਤ ਕਰਦਾ। ਸੋ ਇਸੇ ਮਾਤ ਭਾਸ਼ਾ ਦੇ ਜਿਹੜਾ ਜ਼ਰੀਏ ਹੀ ਜਿਹੜਾ ਉਹ ਆਪਣੇ ਅਨੁਭਵ ਦੇ ਦਾਇਰੇ ਨੂੰ ਵਧਾਵੇਗਾ, ਕੱਲ੍ਹ ਨੂੰ ਇੱਕ ਇਸੇ ਮਾਤ ਭਾਸ਼ਾ ਦੇ ਵਿੱਚ ਹੀ ਜਿਹੜਾ ਹੈ ਉਹ ਨਾਲ ਹੀ ਉਹ ਵਿਚਰਦਾ ਸਮਾਜ ਦੇ ਵਿੱਚ, ਹੈ ਨਾ, ਅਤੇ ਆਪਣੀ ਸ਼ਖਸੀਅਤ ਨੂੰ ਜਿਹੜਾ ਪ੍ਰਫੁੱਲਤ ਹੈ ਉਹ ਕਰਦਾ ਹੈ। ਸੋ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਜਿਸ ਭਾਸ਼ਾ ਦਾ ਪ੍ਰਯੋਗ ਬੱਚਾ ਆਪਣੇ ਬਚਪਨ ਵਿੱਚ ਮਾਂ ਅਤੇ ਪਰਿਵਾਰ ਦੇ ਨਾਲ ਗੱਲਬਾਤ ਕਰਨ ਦੇ ਲਈ ਕਰਦਾ ਉਸ ਨੂੰ ਮਾਤ ਭਾਸ਼ਾ ਕਿਹਾ ਜਾਂਦਾ ਹੈ। ਸੋ ਅੰਤ ਵਿੱਚ ਅਸੀਂ ਕੀ ਕਹਿ ਸਕਦੇ ਹਾਂ? ਸੋ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਜਿਸ ਭਾਸ਼ਾ ਦਾ ਪ੍ਰਯੋਗ ਹੈ ਬੱਚਾ ਆਪਣੇ ਬਚਪਨ ਵਿੱਚ ਮਾਂ ਅਤੇ ਪਰਿਵਾਰ ਦੇ ਨਾਲ ਗੱਲਬਾਤ ਕਰਨ ਲਈ ਕਰਦਾ ਹੈ ਉਸ ਨੂੰ ਜਿਹੜਾ ਮਾਤ ਭਾਸ਼ਾ ਕਿਹਾ ਜਾਂਦਾ। ਸੋ ਮਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਕਰਨ ਲਈ ਜਿਸ ਭਾਸ਼ਾ ਦਾ ਜਿਹੜਾ ਪ੍ਰਯੋਗ ਹੁੰਦਾ ਉਸ ਨੂੰ ਜਿਹੜਾ ਮਾਤ ਭਾਸ਼ਾ ਕਿਹਾ ਜਾਂਦਾ ਹੈ। ਸੋ ਮਾਤ ਭਾਸ਼ਾ ਦੇ ਉਦੇਸ਼ ਕੀ ਨੇ ਉਹਦੇ ਬਾਰੇ ਦੇ ਵਿੱਚ ਆਪਾਂ ਗੱਲ ਕਰਦੇ ਹਾਂ। ਸੋ ਮਾਤ ਭਾਸ਼ਾ ਦੇ ਉਦੇਸ਼, ਸੋ ਕਈ ਸਟੂਡੈਂਟਸ ਦੇ ਮੈਨੂੰ ਕਮੈਂਟ ਆ ਰਹੇ ਸੀਗੇ ਕਿ ਅਸੀਂ ਪੁਆਇੰਟ ਬਹੁਤ ਜ਼ਿਆਦਾ ਹੁੰਦੇ ਆ ਤਾਂ ਉਹਨਾਂ ਨੂੰ ਕਿਵੇਂ ਲਿਖੀਏ। ਸੋ ਇੱਥੇ ਮੈਂ ਇਹ ਕਹਿਣਾ ਚਾਹਾਂਗੀ ਵੀ ਪੁਆਇੰਟ ਜ਼ਿਆਦਾ ਹੁੰਦੇ ਆ, ਸੋ ਉਹਨਾਂ ਨੂੰ ਪੁਆਇੰਟ ਵੀ ਤੁਸੀਂ ਲਿਖ ਸਕਦੇ ਹੋ, ਸੋ ਕੋਈ ਵੀ ਉਹਦੇ ਲਈ ਹੈ ਨਹੀਂ ਹੈ। ਇੱਦਾਂ ਕਰਿਆ ਕਰੋ, ਕੁਝ ਜਿਹੜੇ ਇੰਪੋਰਟੈਂਟ ਹੁੰਦੇ ਆ ਜੋ ਪੁਆਇੰਟ ਤੋਂ ਜਿਹੜਾ ਕਲੀਅਰ ਨਹੀਂ ਹੁੰਦੀ ਹੈ ਗੱਲ, ਤਾਂ ਉਹਨੂੰ ਥੋੜ੍ਹਾ ਐਕਸਪਲੇਨ ਕਰ ਦਿਓ, ਬਾਕੀ ਸਾਰੇ ਪੁਆਇੰਟ ਉੱਦਾਂ ਦੇ ਉੱਦਾਂ ਹੀ ਤੁਸੀਂ ਲਿਖ ਦਿਓ, ਕਿਉਂਕਿ ਤੁਹਾਨੂੰ ਪਤਾ ਟਾਈਮ ਵੀ ਜਿਹੜਾ ਐਗਜ਼ਾਮ ਦੇ ਵਿੱਚ ਪਤਾ ਨਹੀਂ ਚੱਲਦਾ, ਵੀ ਬਹੁਤ ਫਾਸਟ ਜਿਹੜਾ ਟਾਈਮ ਉਹ ਚੱਲਦਾ ਹੈ ਐਗਜ਼ਾਮ ਦੇ ਵਿੱਚ। ਅਤੇ ਆਪਣੇ ਜਿਹੜਾ ਹੈ ਤੁਸੀਂ ਲਿਖ ਸਕਦੇ ਹੋ ਆਪਣੇ ਟਾਈਮ ਦੇ ਅਕੋਰਡਿੰਗ, ਪੇਜ ਦੇ ਅਕੋਰਡਿੰਗ ਲਿਖ ਦਿਓ, ਠੀਕ ਹੈ। ਪੁਆਇੰਟ ਵੀ ਲਿਖ ਸਕਦੇ ਹੋ, ਜੇਕਰ ਨਹੀਂ ਪਤਾ ਕਿ ਟਾਈਮ ਥੋੜ੍ਹਾ ਹੈ ਨਹੀਂ ਪੂਰਾ ਹੋਣਾ ਇਹ ਤਾਂ ਉਹਨੂੰ ਜਲਦੀ ਜਲਦੀ ਪੁਆਇੰਟ ਲਿਖ ਦਿਓ, ਠੀਕ ਹੈ। ਥੋੜ੍ਹੇ ਜਿਹਾ ਐਕਸਪਲੇਨ ਕਰ ਦਿਓ, ਬਾਕੀ ਸਾਰੇ ਪੁਆਇੰਟ ਲਿਖ ਦਿਓ, ਇੱਦਾਂ ਵੀ ਤੁਸੀਂ ਕਰ ਸਕਦੇ ਹੋ। ਸੋ ਮਾਤ ਭਾਸ਼ਾ ਦੀ ਸਿੱਖਿਆ ਦੇ ਉਦੇਸ਼ ਆਪਾਂ ਕਰਦੇ ਹਾਂ ਜੀ। ਮਾਤ ਭਾਸ਼ਾ ਸਿੱਖਿਆ ਦੇ ਉਦੇਸ਼ ਭਿੰਨ ਭਿੰਨ ਪੱਧਰਾਂ 'ਤੇ ਭਿੰਨ ਭਿੰਨ ਪ੍ਰਕਾਰ ਦੇ ਹਨ। ਪੰਜਾਬੀ ਦੇ ਵਿਭਿੰਨ ਰੂਪਾਂ ਜਿਵੇਂ ਕਵਿਤਾ, ਕਹਾਣੀ, ਨਾਟਕ, ਨਿਬੰਧ, ਵਾਰਤਕ ਆਦਿ ਸਿੱਖਣ ਦੇ ਕੁਝ ਵਿਸ਼ਿਸ਼ਟ ਉਦੇਸ਼ ਹਨ। ਸੋ ਹਰ ਇੱਕ ਦੇ ਜਿਹੜੇ ਵਿਸ਼ਿਸ਼ਟ ਉਦੇਸ਼ ਨੇ। ਬੱਚੇ ਦੇ ਵਿਵਹਾਰ ਵਿੱਚ ਪਰਿਵਰਤਨ ਲਿਆਉਣ ਦੇ ਲਈ ਮਾਤ ਭਾਸ਼ਾ ਸਿੱਖਿਆ ਦੇ ਉਦੇਸ਼ਾਂ ਦਾ ਰੂਪ ਹੋਰ ਵੱਖਰਾ ਹੈ, ਇਸ ਲਈ ਇਹਨਾਂ ਦਾ ਵਰਣਨ ਅਸੀਂ ਵੱਖ-ਵੱਖ ਜਿਹੜਾ ਆਧਾਰਾਂ ਉੱਪਰ ਕਰਾਂਗੇ। ਸੋ ਮਾਤ ਭਾਸ਼ਾ ਦੇ ਉਦੇਸ਼ ਆਪਾਂ ਅਲੱਗ-ਅਲੱਗ ਆਧਾਰਾਂ ਉੱਪਰ ਕਰਾਂਗੇ। ਫਸਟ ਆਪਾਂ ਇਹਦੇ ਵਿੱਚ ਕਰਾਂਗੇ ਜੀ ਮਾਤ ਭਾਸ਼ਾ ਸਿੱਖਿਆ ਦੇ ਸੁਧਾਰਨ ਉਦੇਸ਼ ਪੜ੍ਹਾਂਗੇ। ਨੈਕਸਟ ਆਪਾਂ ਪੜ੍ਹਾਂਗੇ ਜੀ ਮਾਤ ਭਾਸ਼ਾ ਸਿੱਖਿਆ ਦੇ ਵੱਖ-ਵੱਖ ਪੱਧਰਾਂ ਦੇ ਆਧਾਰ 'ਤੇ ਉਦੇਸ਼। ਸੋ ਮਾਤ ਭਾਸ਼ਾ ਸਿੱਖਿਆ ਦੇ ਵੱਖ-ਵੱਖ ਪੱਧਰਾਂ ਦੇ ਆਧਾਰ 'ਤੇ ਉਦੇਸ਼। ਅਤੇ ਥਰਡ ਹੈ ਜੀ ਵਿਵਹਾਰਿਕ ਤਬਦੀਲੀ ਦੇ ਸਦਰ ਵਿੱਚ ਮਾਤ ਭਾਸ਼ਾ ਸਿੱਖਿਆ ਦੇ ਉਦੇਸ਼। ਸੋ ਵਿਵਹਾਰਿਕ ਤਬਦੀਲੀ ਦੇ ਸਦਰ ਵਿੱਚ ਮਾਤ ਭਾਸ਼ਾ ਸਿੱਖਿਆ ਦੇ ਉਦੇਸ਼ ਕੀ ਨੇ, ਸੋ ਇਹਨਾਂ ਦੇ ਬਾਰੇ ਦੇ ਵਿੱਚ ਆਪਾਂ ਪੜ੍ਹਾਂਗੇ। ਸੋ ਮਾਤ ਭਾਸ਼ਾ ਦੀ ਸਿੱਖਿਆ ਦੇ ਸੁਧਾਰਨ ਉਦੇਸ਼ ਕੀ ਨੇ, ਇਹ ਮੈਂ ਜ਼ਿਆਦਾ ਪੁਆਇੰਟ ਤੁਹਾਨੂੰ ਐਕਸਪਲੇਨ ਵੀ ਨਹੀਂ ਕਰਵਾਵਾਂਗੀ ਬੁੱਕ, ਕਿਉਂਕਿ ਸੌਖੇ ਜਿਹੇ ਜਿਹੜੇ ਪੁਆਇੰਟ ਨੇ ਇਹ। ਸੋ ਮਾਤ ਭਾਸ਼ਾ ਸਿੱਖਿਆ ਦੇ ਸਧਾਰਨ ਉਦੇਸ਼ ਕੀ ਹੈ ਜੀ, ਬੱਚੇ ਦੀ ਸੰਪੂਰਨ ਸ਼ਖਸੀਅਤ ਦਾ ਵਿਕਾਸ ਕਰਨਾ। ਸੈਕਿੰਡ ਹੈ ਜੀ ਕਲਪਨਾ ਸ਼ਕਤੀ ਦੇ ਵਿੱਚ ਵਾਧਾ ਕਰਨਾ, ਕਿ ਉਹ ਕ੍ਰੀਏਟੀਵਿਟੀ ਜਿਹੜੇ ਆਈਡੀਏ ਉਹਦੇ ਮਨ ਦੇ ਵਿੱਚ ਆਉਣ ਲੱਗ ਜਾਣ, ਠੀਕ ਹੈ। ਕਲਪਨਾ ਸ਼ਕਤੀ ਵਿੱਚ ਵਾਧਾ ਕਰਨਾ। ਸੋ ਬੱਚਿਆਂ ਅੰਦਰ ਸੁਣਨ ਸਵਾਦ ਜਿਹੜਾ ਪੈਦਾ ਕਰਨਾ। ਸੋ ਬੱਚਿਆਂ ਅੰਦਰ ਜਿਹੜਾ ਸੁਣਨ ਦਾ ਜਿਹੜਾ ਸਵਾਦ ਹੈ ਉਹ ਪੈਦਾ ਕਰਨਾ। ਸੋ ਨੈਕਸਟ ਹੈ ਜੀ ਤਰਕਸ਼ੀਲ ਚਿੰਤਨ ਵਿਕਸਿਤ ਕਰਨਾ। ਸੋ ਚਿੰਤਨ ਕਰਨ ਲੱਗ ਜਾਣ ਤਰਕਸ਼ੀਲ, ਸੋ ਜਿਹੜਾ ਵਿਕਸਿਤ ਕਰਨਾ। ਭਾਸ਼ਾ ਦੇ ਸ਼ੁੱਧ ਰੂਪ ਤੋਂ ਜਿਹੜਾ ਬੱਚੇ ਨੂੰ ਜਾਣੂ ਕਰਵਾਉਣਾ। ਸਵੈ ਪ੍ਰਗਟਾਵੇ ਵਿੱਚ ਨਿਪੁੰਨਤਾ ਜਿਹੜੀ ਹਾਸਲ ਹੈ ਉਹ ਕਰਨੀ। ਸੋ ਆਪਣੇ ਵਿਚਾਰ ਰੱਖ ਪਾਉਣੇ, ਇਹ ਵੀ ਇਹਦਾ ਸੁਧਾਰਨ ਉਦੇਸ਼ ਹੈ। ਗਿਆਨ ਵਿੱਚ ਵਾਧਾ ਕਰਨਾ। ਸੋ ਗਿਆਨ ਵਿੱਚ ਵਾਧਾ ਕਰਨਾ। ਸ਼ਬਦ ਭੰਡਾਰ ਵਿੱਚ ਜਿਹੜਾ ਵਾਧਾ ਕਰਨਾ।
ਪੰਜਾਬੀ ਸਾਹਿਤ ਪ੍ਰਤੀ ਜਿਹੜੀ ਹੈ ਰੁਚੀ ਉਹ ਪੈਦਾ ਕਰਨੀ, ਬੱਚਿਆਂ ਦੀ ਜਾਣਕਾਰੀ ਵਿੱਚ ਵਾਧਾ ਕਰਨਾ, ਗੁਣਕਾਰੀ ਪੜ੍ਹਨ ਰੁਚੀਆਂ ਜਿਹੜੀਆਂ ਵਿਕਸਿਤ ਕਰਨੀਆਂ, ਸਮਝਣ ਸ਼ਕਤੀ ਵਿੱਚ ਜਿਹੜਾ ਹੈ ਉਹ ਵਾਧਾ ਕਰਨਾ, ਸੋਚਣ ਅਤੇ ਵਿਚਾਰਨ ਸ਼ਕਤੀ ਵਿੱਚ ਵਾਧਾ ਕਰਨਾ, ਬੱਚਿਆਂ ਵਿੱਚ ਕਲਾਤਮਿਕ ਤੇ ਰਚਨਾਤਮਿਕ ਜਿਹੜੀਆਂ ਨੇ ਰੁਚੀਆਂ ਦਾ ਜਿਹੜਾ ਵਿਕਾਸ ਹੈ ਉਹ ਕਰਨਾ, ਬੱਚਿਆਂ ਵਿੱਚ ਆਲੋਚਨਾਤਮਿਕ ਰੁਚੀਆਂ ਦਾ ਵਿਕਾਸ ਕਰਨਾ। ਸੋ ਆਲੋਚਨਾ ਕਰਨੀ ਜਿਹੜੀ ਬੱਚੇ ਆ ਉਹ ਸਿੱਖ ਸਕਣ। ਸੋ ਨੈਕਸਟ ਹੈ ਜੀ ਲਿਖਣ ਕਲਾ ਦਾ ਜਿਹੜਾ ਹੈ ਉਹ ਵਿਕਾਸ ਕਰਨਾ। ਸੋ ਲਿਖਣ ਕਲਾ ਜਿਹੜੀ ਹੈ ਪਹਿਲਾਂ ਮਾਤ ਭਾਸ਼ਾ ਆਵੇਗੀ, ਫਿਰ ਬੱਚਾ ਉਹਨੂੰ ਜਿਹੜਾ ਹੈ ਪਹਿਲਾਂ ਸੁਣਦਾ ਹੈ, ਫਿਰ ਸਮਝਦਾ ਹੈ, ਫਿਰ ਬੋਲਦਾ ਹੈ ਨਾ, ਫਿਰ ਪੜ੍ਹਨਾ ਹੈ, ਫਿਰ ਲਿਖਣਾ ਹੈ ਨਾ। ਸੋ ਚੰਗੇ ਚਰਿੱਤਰ ਦਾ ਜਿਹੜਾ ਨਿਰਮਾਣ ਕਰਨਾ, ਸੋ ਇਹ ਵੀ ਇਹਦਾ ਉਦੇਸ਼ ਹੈ। ਸੋ ਸੱਭਿਆਚਾਰ ਵਿਰਸੇ ਤੋਂ ਜਾਣੂ ਕਰਵਾਉਣਾ, ਇਹ ਵੀ ਮਾਤ ਭਾਸ਼ਾ ਦਾ ਉਦੇਸ਼ ਹੈ। ਸੋ ਮਾਤ ਭਾਸ਼ਾ ਸਿੱਖਿਆ ਦੇ ਵੱਖ-ਵੱਖ ਪੱਧਰਾਂ ਦੇ ਆਧਾਰ ਤੇ ਉਦੇਸ਼ ਕੀ ਨੇ? ਸੋ ਸਿੱਖਿਆ ਉਦੇਸ਼ਾਂ ਦੇ ਵੱਖ-ਵੱਖ ਪੱਧਰਾਂ ਦੇ ਆਧਾਰ ਤੇ ਉਦੇਸ਼ ਕੀ ਹੈ? ਸੋ ਪ੍ਰਾਇਮਰੀ ਪੱਧਰ ਉੱਤੇ ਮਾਤ ਭਾਸ਼ਾ ਸਿੱਖਿਆ ਦੇ ਉਦੇਸ਼, ਮਿਡਲ ਪੱਧਰ ਉੱਤੇ ਮਾਤ ਭਾਸ਼ਾ ਸਿੱਖਿਆ ਦੇ ਉਦੇਸ਼ ਤੇ ਉੱਚ ਪੱਧਰ ਉੱਤੇ ਮਾਤ ਭਾਸ਼ਾ ਸਿੱਖਿਆ ਦੇ ਉਦੇਸ਼ਾਂ ਦੀ ਆਪਾਂ ਗੱਲ ਕਰਾਂਗੇ। ਫਸਟ ਆਪਾਂ ਪ੍ਰਾਇਮਰੀ ਪੱਧਰ ਤੇ ਗੱਲ ਕਰਾਂਗੇ, ਫਿਰ ਮਿਡਲ, ਫਿਰ ਉੱਚ। ਸਾਰੇ ਜਿਹੜੇ ਪੁਆਇੰਟ ਆ ਸੇਮ ਜੀ ਆ, ਇੱਕੋ ਜਿਹੇ ਸੌਖੇ ਜਿਹੇ ਪੁਆਇੰਟ ਆ ਤੇ ਇਹਨਾਂ ਨੂੰ ਤੁਸੀਂ ਆਸਾਨੀ ਦੇ ਨਾਲ ਲਿਖ ਸਕਦੇ ਹੋ। ਸੋ ਪਹਿਲਾਂ ਆਪਾਂ ਪ੍ਰਾਇਮਰੀ ਪੱਧਰ ਦੀ ਗੱਲ ਕਰਾਂਗੇ। ਪੰਜਾਬੀ ਅਧਿਆਪਨ ਦੇ ਕੁਝ ਵਿਸ਼ੇਸ਼ ਉਦੇਸ਼ ਵੀ ਹਨ ਜਿਨ੍ਹਾਂ ਦੀ ਪੂਰਤੀ ਲਈ ਸ਼੍ਰੇਣੀ ਅਧਿਆਪਕ ਨੂੰ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ। ਸੋ ਪੰਜਾਬੀ ਅਧਿਆਪਕ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉਹਦੇ ਜਿਹੜੇ ਕੁਝ ਵਿਸ਼ੇਸ਼ ਉਦੇਸ਼ ਨੇ, ਸੋ ਜਿਨ੍ਹਾਂ ਦੀ ਪੂਰਤੀ ਲਈ ਜਿਹੜੀ ਸ਼੍ਰੇਣੀ ਅਧਿਆਪਕ ਨੂੰ ਜਿਹੜੇ ਹਰ ਸੰਭਵ ਜਿਹੜੇ ਯਤਨ ਹੈ ਉਹ ਕਰਨੇ ਚਾਹੀਦੇ ਨੇ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਇੱਕ ਜਿਹੜਾ ਪੂਰੀ ਹੈ ਨਾ, ਇੱਕ ਮੈਂ ਬਣਾਇਆ ਹੋਇਆ ਤੁਸੀਂ ਦੇਖ ਰਹੇ ਹੋ ਨਾ ਸਕਰੀਨ ਤੇ, ਇਹ ਪੂਰਾ ਹੀ ਇੱਕ ਜਿਹੜਾ ਫਲੋ ਚਾਰਟ ਵੀਨਿੰਗ ਆ, ਇਹ ਫਲੋ ਚਾਰਟ ਵੀ ਲਾ ਲਓ, ਡਾਇਗ੍ਰਾਮ ਵੀ ਲਗਾ ਲਓ, ਇਸ ਤਰ੍ਹਾਂ ਦਾ ਤਰੀਕੇ ਦੇ ਨਾਲ ਹੀ ਮੈਂ ਬਣਾਇਆ। ਜਿਵੇਂ ਮੈਂ ਵਿਚਕਾਰ ਲਿਖ ਦਿੱਤਾ ਪ੍ਰਾਇਮਰੀ ਪੱਧਰ ਉੱਤੇ ਪੰਜਾਬੀ ਅਧਿਆਪਨ ਦੇ ਉਦੇਸ਼। ਜੇਕਰ ਤੁਹਾਡੇ ਕੋਲ ਟਾਈਮ ਥੋੜ੍ਹਾ ਹੈ ਨਾ, ਨਹੀਂ ਐਕਸਪਲੇਨ ਕਰਨੇ ਤਾਂ ਨਾ ਵੀ ਕਰੋ, ਇੱਦਾਂ ਵੀ ਜਿਹੜੇ ਤੁਸੀਂ ਪੁਆਇੰਟ ਆ ਲਿਖ ਸਕਦੇ ਹੋ, ਇੱਦਾਂ ਹੀ ਡਾਇਗ੍ਰਾਮ ਬਣਾ ਕੇ ਲਿਖ ਦਿਓ, ਠੀਕ ਹੈ। ਇੱਦਾਂ ਵੀ ਤੁਸੀਂ ਲਿਖ ਸਕਦੇ ਹੋ ਕਿਉਂਕਿ ਪੁਆਇੰਟ ਬਹੁਤ ਜ਼ਿਆਦਾ ਹੋ ਜਾਂਦੇ ਨੇ। ਸੋ ਪੁਆਇੰਟ ਜ਼ਿਆਦਾ ਨੇ ਤਾਂ ਇੱਦਾਂ ਲਿਖ ਦਿਓ, ਠੀਕ ਹੈ, ਥੋੜ੍ਹੇ ਆ ਤੇ ਐਕਸਪਲੇਨ ਕਰਕੇ ਲਿਖ ਦਿਓ। ਸੋ ਪ੍ਰਾਇਮਰੀ ਪੱਧਰ ਉੱਤੇ ਪੰਜਾਬੀ ਅਧਿਆਪਨ ਦੇ ਉਦੇਸ਼, ਇਹਨਾਂ ਨੂੰ ਆਪਾਂ ਪੜ੍ਹਦੇ ਹਾਂ। ਸ਼ੁੱਧ ਉਚਾਰਨ ਸਿਖਾਉਣਾ। ਸੋ ਪ੍ਰਾਇਮਰੀ ਪੱਧਰ ਤੇ ਕੀ ਹੈ? ਬੱਚੇ ਨੂੰ ਸ਼ੁੱਧ ਉਚਾਰਨ ਸਿਖਾਉਣਾ। ਸੈਕਿੰਡ, ਧੁਨੀਆਂ ਦੀ ਠੀਕ ਬਣਤਰ ਸਿਖਾਉਣੀ, ਠੀਕ ਹੈ, ਅਧਿਆਪਕ ਦਾ ਉਦੇਸ਼ ਹੈ। ਅੱਖਰਾਂ ਦਾ ਗਿਆਨ ਪ੍ਰਦਾਨ ਕਰਨਾ। ਸੋ ਅੱਖਰਾਂ ਬਾਰੇ ਜਿਹੜੀ ਵਿਦਿਆਰਥੀ ਨੂੰ ਜਿਹੜੀ ਨੌਲੇਜ ਹੈ ਉਹ ਪ੍ਰਦਾਨ ਕਰਨੀ। ਨੈਕਸਟ ਹੈ ਜੀ ਸ਼ਬਦ ਜੋੜਾਂ ਦੀ ਸ਼ੁੱਧਤਾ ਬਾਰੇ ਜਾਣਕਾਰੀ ਦੇਣੀ। ਸੋ ਸ਼ਬਦ ਜੋੜਾਂ ਦੀ ਸ਼ੁੱਧਤਾ ਬਾਰੇ ਜਾਣਕਾਰੀ ਦੇਣੀ। 5 ਨੰਬਰ ਹੈ ਜੀ ਅਰਥਾਂ ਬਾਰੇ ਜਿਹੜੀ ਹੈ ਜਾਣਕਾਰੀ ਦੇਣੀ ਵਿਦਿਆਰਥੀ ਨੂੰ। ਨੈਕਸਟ ਹੈ ਜੀ ਸੁਭਾਵਿਕ ਰੂਪ ਵਿੱਚ ਜਿਹੜਾ ਬੋਲਣਾ ਉਹ ਸਿਖਾਉਣਾ, ਸੰਭਾਵਿਕ ਰੂਪ ਵਿੱਚ ਬੋਲਣਾ ਸਿਖਾਉਣਾ। ਨੈਕਸਟ ਹੈ ਜੀ ਨਖੇੜ ਕੇ ਬੋਲਣਾ ਜਿਹੜਾ ਉਹ ਸਿਖਾਉਣਾ। ਨੈਕਸਟ ਹੈ ਜੀ ਕਹੀ ਸੁਣੀ ਵਸਤੂ ਨੂੰ ਸਮਝਣ ਦੀ ਸਮਰੱਥਾ ਹੈ ਉਹ ਪੈਦਾ ਕਰਨੀ। ਕਹੀ ਸੁਣੀ ਵਸਤੂ ਸਮਝਣ ਦੀ ਸਮਰੱਥਾ ਪੈਦਾ ਕਰਨੀ। ਸ਼ਬਦ ਭੰਡਾਰ ਵਿੱਚ ਜਿਹੜਾ ਉਹ ਵਾਧਾ ਕਰਨਾ। ਨੈਕਸਟ ਹੈ ਜੀ ਲਿਪੀ ਦਾ ਸਹੀ ਗਿਆਨ ਪ੍ਰਦਾਨ ਕਰਨਾ। ਨੈਕਸਟ ਹੈ ਸੁੰਦਰ ਲਿਖਾਈ ਲਈ ਸੁਲੇਖ ਸਿੱਖਿਆ ਦਾ ਜਿਹੜਾ ਅਭਿਆਸ ਹੈ ਉਹ ਕਰਵਾਉਣਾ। ਸੋ ਸੁਲੇਖ ਸਿੱਖਿਆ ਸਰਲੇਖਾਂ ਬਣੀਆਂ ਹੁੰਦੀਆਂ ਤਾਂ ਉਹਦੇ 'ਤੇ ਜਿਹੜੀ ਸਿੱਖਿਆ ਬੱਚੇ ਨੂੰ ਜਿਹੜਾ ਸੁੰਦਰ ਲਿਖਾਈ ਦੇ ਮਤਲਬ ਕਿ ਅਭਿਆਸ ਕਰਵਾਉਣਾ ਬੱਚੇ ਨੂੰ, ਕਿ ਲਿਖਾਈ ਬੱਚੇ ਦੀ ਵਧੀਆ ਬਣ ਜੇ, ਉਹਨੂੰ ਅੱਖਰਾਂ ਦੀ ਜਿਹੜੀ ਪਹਿਚਾਣ ਹੈ ਉਹ ਹੋ ਜੇ। ਸੋ ਪ੍ਰਾਇਮਰੀ ਪੱਧਰ ਉੱਪਰ ਪੰਜਾਬੀ ਅਧਿਆਪਨ ਦੇ ਉਦੇਸ਼ ਕੀ ਨੇ? ਛੋਟੇ ਦੇ ਨੈਕਸਟ ਹੈ ਜੀ ਛੋਟੇ ਦੇ ਸਰਲ ਵਾਕਾਂ ਨੂੰ ਲਿਖਣ ਦੇ ਬੋਲਣ ਦੀ ਜਿਹੜੀ ਸਮਰੱਥਾ ਹੈ ਉਹ ਪੈਦਾ ਕਰਨੀ। ਨੈਕਸਟ ਹੈ ਜੀ ਬੋਲ ਲਿਖਤ ਅਤੇ ਅਨੁਲਿਖਤ ਦਾ ਜਿਹੜਾ ਅਭਿਆਸ ਹੈ ਉਹ ਕਰਵਾਉਣਾ। ਸੋ ਬੋਲ ਲਿਖਤ ਤੇ ਅਨੁਲਿਖਤ ਦਾ ਅਭਿਆਸ ਕਰਵਾਉਣਾ। ਨੈਕਸਟ ਹੈ ਜੀ ਪ੍ਰਗਟਾ ਸ਼ਕਤੀ ਦਾ ਜਿਹੜਾ ਵਿਕਾਸ ਹੈ ਉਹ ਕਰਨਾ, ਪ੍ਰਗਟਾ ਸ਼ਕਤੀ ਦਾ ਵਿਕਾਸ ਕਰਨਾ। ਨੈਕਸਟ ਹੈ ਜੀ ਵਿਚਾਰਾਂ ਨੂੰ ਕਰਮਬੱਧ ਜਿਹੜਾ ਕਰਨਾ ਉਹ ਸਿਖਾਉਣਾ। ਨੈਕਸਟ ਹੈ ਸੁਤੰਤਰ ਅਧਿਐਨ ਦੀ ਜਿਹੜੀ ਆਦਤ ਹੈ ਉਹ ਵਿਕਸਿਤ ਕਰਨੀ। ਨੈਕਸਟ ਹੈ ਜੀ ਛੋਟੀਆਂ ਮੌਲਿਕ ਰਚਨਾਵਾਂ ਰਚਨ ਦੇ ਜਿਹੜਾ ਯੋਗ ਹੈ ਉਹ ਬਣਾਉਣਾ। ਨੈਕਸਟ ਹੈ ਵਿਆਕਰਨ ਦੇ ਨਿਯਮਾਂ ਦੀ ਸਹੀ ਵਰਤੋਂ ਕਰਨੀ ਸਿਖਾਉਣੀ। ਸੋ ਵਿਆਕਰਨ ਦੇ ਜਿਹੜੇ ਨਿਯਮ ਹੈ ਉਹਨਾਂ ਦੀ ਵਰਤੋਂ ਕਰਨੀ ਸਿਖਾਉਣੀ। ਤੇ ਪੁਆਇੰਟ ਵੀ ਲਿਖ ਦਿਓ, ਇੱਦਾਂ ਹੀ ਲਿਖ ਦਿਓ, ਕੋਈ ਚੱਕਰ ਨਹੀਂ ਹੈ। ਉੱਚੀ ਪਾਠ ਅਤੇ ਮੌਨ ਪਾਠ ਕਰਨ ਦੀ ਜਿਹੜੀ ਯੋਗਤਾ ਹੈ ਉਹ ਵਿਕਸਿਤ ਕਰਨੀ। ਸੋ ਆਲੋਚਨਾ ਕਰਨ ਦੀ ਪ੍ਰਵਿਰਤੀ ਦਾ ਜਿਹੜਾ ਵਿਕਾਸ ਹੈ ਉਹ ਕਰਨਾ। ਇਹ ਸੀਗੇ ਜੀ ਪੁਆਇੰਟ ਹੈਗੇ ਸੀ ਪ੍ਰਾਇਮਰੀ ਪੱਧਰ ਉੱਤੇ ਪੰਜਾਬੀ ਅਧਿਆਪਨ ਦੇ ਉਦੇਸ਼ ਕੀ ਨੇ। ਨੈਕਸਟ ਆ ਜਾਊਗਾ ਜੀ ਮਿਡਲ ਪੱਧਰ ਤੇ ਮਾਤ ਭਾਸ਼ਾ ਸਿੱਖਿਆ ਦੇ ਉਦੇਸ਼ ਕੀ ਨੇ। ਹੁਣ ਮਿਡਲ ਦੀ ਆਪਾਂ ਗੱਲ ਕਰਾਂਗੇ। ਫਸਟ ਪੁਆਇੰਟ ਹੈ ਜੀ ਸ਼ੁੱਧ ਉਚਾਰਨ ਤੇ ਉਚਿਤ ਗਤੀ ਨਾਲ ਪੜ੍ਹਨਾ ਜਿਹੜਾ ਸਿਖਾਉਣਾ। ਸੋ ਸ਼ੁੱਧ ਉਚਾਰਨ ਤੇ ਉਚਿਤ ਗਤੀ ਨਾਲ ਪੜ੍ਹਨਾ ਸਿਖਾਉਣਾ।
ਨੈਕਸਟ ਹੈ ਜੀ ਬੱਚਿਆਂ ਦੇ ਸ਼ਬਦ ਭੰਡਾਰ ਦੇ ਵਿੱਚ ਜਿਹੜਾ ਵਾਧਾ ਉਹ ਕਰਨਾ। ਨੈਕਸਟ ਹੈ ਜੀ ਮੁਹਾਵਰਿਆਂ ਅਤੇ ਅਖਾਣਾਂ ਦਾ ਜਿਹੜਾ ਪ੍ਰਯੋਗ ਕਰਨਾ ਉਹ ਸਿਖਾਉਣਾ। ਨੈਕਸਟ ਹੈ ਜੀ ਵਿਸ਼ਰਾਮ ਚਿੰਨ੍ਹਾਂ ਦੀ ਵਿਵਹਾਰਿਕ ਵਰਤੋਂ ਕਰਨੀ ਸਿਖਾਉਣੀ। ਕਿਉਂਕਿ ਇਹ ਟੌਪਿਕ ਹੈ ਨਾ ਜੀ ਜਿਹੜਾ ਇਹ ਬਹੁਤ ਵੱਡਾ ਟੌਪਿਕ ਹੈ, ਇਹਦੇ ਵਿੱਚ ਜਿਹੜਾ ਉਦੇਸ਼ ਆ ਜਾਂਦੇ ਆ ਮਹੱਤਵ ਸਿਧਾਂਤ ਤੇ ਸੂਤਰ ਤਾਂ ਇੱਕ ਹੀ ਵੀਡੀਓ ਦੇ ਵਿੱਚ ਮੈਂ ਕਵਰ ਇਹਨੂੰ ਸਾਰੇ ਨੂੰ ਜਿਹੜਾ ਕਰਨਾ ਹੈ ਦਾ ਇਹ ਪੁਆਇੰਟ ਸੌਖੇ ਹੀ ਹੈ ਤੇ ਇਹਨਾਂ ਨੂੰ ਮੈਂ ਐਕਸਪਲੇਨ ਨਹੀਂ ਕਰ ਰਹੀ। ਤਾਂ ਤੁਸੀਂ ਵੀ ਐਗਜ਼ਾਮ ਦੇ ਵਿੱਚ ਇੱਦਾਂ ਵੀ ਲਿਖ ਸਕਦੇ ਹੋ, ਸੋ ਕੋਈ ਚੱਕਰ ਨਹੀਂ ਹੈ। ਸੋ ਮੁਹਾਵਰਿਆਂ ਤੇ ਅਖਾਣਾਂ ਦਾ ਪ੍ਰਯੋਗ ਕਰਨਾ ਸਿਖਾਉਣਾ। ਵੀਡੀਓ ਵਧੀਆ ਲੱਗ ਰਹੀ ਹੈ ਤਾਂ ਲਾਈਕ ਕਰ ਦਿਓ, ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰ ਦਿਓ, ਕਮੈਂਟ ਕਰਕੇ ਦੱਸੋ ਮੈਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ। ਅਤੇ ਜੇਕਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ। ਨੈਕਸਟ ਹੈ ਜੀ ਵਿਸ਼ਰਾਮ ਚਿੰਨ੍ਹਾਂ ਦੀ ਜਿਹੜੀ ਵਿਵਹਾਰਕ ਵਰਤੋਂ ਕਰਨੀ ਸਿਖਾਉਣੀ। ਵਿਸ਼ਰਾਮ ਚਿੰਨ੍ਹਾਂ ਦੀ ਵਿਵਹਾਰਕ ਵਰਤੋਂ ਕਰਨੀ ਸਿਖਾਉਣੀ। ਨੈਕਸਟ ਹੈ ਜੀ ਮੌਨ ਪਾਠ ਨਾਲ ਅਰਥ ਗ੍ਰਹਿਣ ਕਰਨ ਦੇ ਜਿਹੜਾ ਯੋਗ ਹੈ ਉਹ ਬਣਾਉਣਾ। ਮੌਨ ਪਾਠ ਨਾਲ ਅਰਥ ਗ੍ਰਹਿਣ ਕਰਨ ਦੇ ਯੋਗ ਬਣਾਉਣਾ। ਨੈਕਸਟ ਹੈ ਜੀ ਸਵੈ ਅਧਿਐਨ ਦੀ ਜਿਹੜੀ ਆਦਤ ਹੈ ਉਹ ਵਿਕਸਿਤ ਕਰਨਾ। ਸੋ ਸਵੈ ਅਧਿਐਨ ਦੀ ਆਦਤ ਵਿਕਸਿਤ ਕਰਨਾ। ਨੈਕਸਟ ਹੈ ਜੀ ਸਾਹਿਤਕ ਰੁਚੀਆਂ ਜਿਹੜੀਆਂ ਉਤਪੰਨ ਹੈ ਉਹ ਕਰਨਾ। ਨੈਕਸਟ ਹੈ ਜੀ ਵਿਵਹਾਰਕ ਵਿਆਕਰਨ ਦੀ ਜਿਹੜੀ ਵਰਤੋਂ ਹੈ ਉਹ ਸਿਖਾਉਣਾ। ਸੋ ਵਿਵਹਾਰਕ ਵਿਆਕਰਨ ਦੀ ਵਰਤੋਂ ਸਿਖਾਉਣਾ। ਨੈਕਸਟ ਹੈ ਜੀ ਲਿਖਣ ਕੌਸ਼ਲ ਦਾ ਜਿਹੜਾ ਵਿਕਾਸ ਹੈ ਉਹ ਕਰਨਾ ਸਿਖਾਉਣਾ। ਠੀਕ ਹੈ। ਕਲਾਤਮਕ ਜਿਹੜੀਆਂ ਰੁਚੀਆਂ ਨੇ ਉਹਨਾਂ ਨੂੰ ਜਿਹੜਾ ਉਤਪੰਨ ਹੈ ਉਹ ਕਰਨਾ। ਰਚਨਾਤਮਕ ਰੁਚੀਆਂ ਦਾ ਜਿਹੜਾ ਵਿਕਾਸ ਹੈ ਉਹ ਕਰਨਾ। ਸੋ ਆਲੋਚਨਾ ਕਰ ਸਕਣ ਦੇ ਜਿਹੜਾ ਇਹ ਯੋਗ ਬਣਾਉਣਾ। ਸੋ ਮਿਡਲ ਪੱਧਰ ਤੇ ਮਾਤ ਭਾਸ਼ਾ ਸਿੱਖਿਆ ਦੇ ਉਦੇਸ਼ ਕੀ ਨੇ? ਸੋ ਸੌਖੇ ਜਿਹੇ ਪੁਆਇੰਟ ਨੇ, ਇਹਨਾਂ ਨੂੰ ਇੱਦਾਂ ਹੀ ਲਿਖ ਸਕਦੇ ਹੋ। ਸੋ ਆਲੋਚਨਾ ਕਰ ਸਕਣ ਦੇ ਯੋਗ ਬਣਾਉਣਾ ਬੱਚੇ ਨੂੰ। ਸੋ ਚੰਗੀਆਂ ਸਾਹਿਤਕ ਲਿਖਤਾਂ ਦੀ ਜਿਹੜੀ ਪ੍ਰਸ਼ੰਸਾ ਕਰ ਸਕਣ ਦੀ ਜਿਹੜੀ ਯੋਗਤਾ ਹੈ ਉਹ ਪੈਦਾ ਕਰਨੀ। ਸੋ ਨੈਕਸਟ ਹੈ ਜੀ ਡੂੰਘੇ ਵਿਚਾਰਾਂ ਨੂੰ ਸਮਝਣ ਦੀ ਜਿਹੜੀ ਯੋਗਤਾ ਹੈ ਉਹ ਪੈਦਾ ਕਰਨੀ। ਨੈਕਸਟ ਹੈ ਜੀ ਜਾਣਕਾਰੀ ਅਤੇ ਗਿਆਨ ਵਿੱਚ ਜਿਹੜਾ ਭਰਪੂਰ ਵਾਧਾ ਕਰਨਾ। ਨੈਕਸਟ ਹੈ ਜੀ ਸੁਚੱਜੀ ਬੋਲਚਾਲ ਜਿਹੜੀ ਹੈ ਉਹ ਵਿਕਸਿਤ ਕਰਨੀ। ਨੈਕਸਟ ਹੈ ਜੀ ਸੱਭਿਆਚਾਰ ਸੰਸਕ੍ਰਿਤੀ ਨਾਲ ਜਿਹੜਾ ਹੈ ਉਹ ਜੋੜਨਾ। ਨੈਕਸਟ ਹੈ ਜੀ ਪੁਸਤਕਾਂ ਦਾ ਅਧਿਐਨ ਕਰਨ ਦੀ ਜਿਹੜੀ ਯੋਗਤਾ ਪੈਦਾ ਕਰਨੀ। ਪੁਸਤਕਾਂ ਦਾ ਅਧਿਐਨ ਕਰਨ ਦੀ ਯੋਗਤਾ ਪੈਦਾ ਕਰਨੀ। ਨੈਕਸਟ ਹੈ ਜੀ ਕਾਵਿਕ ਰੁਚੀਆਂ ਜਿਹੜੀਆਂ ਉਤਪੰਨ ਕਰਨੀਆਂ। ਸੋ ਨੈਕਸਟ ਹੈ ਜੀ ਅਭਿਆਸ ਕਰਨ ਦੀ ਜਿਹੜੀ ਯੋਗਤਾ ਵਿਕਸਿਤ ਕਰਨੀ। ਸੋ ਇਹ ਸੀਗਾ ਜੀ ਪੁਆਇੰਟ ਮਿਡਲ ਪੱਧਰ ਤੇ ਮਾਤ ਭਾਸ਼ਾ ਸਿੱਖਿਆ ਦੇ ਉਦੇਸ਼। ਇਹਨੂੰ ਮੈਂ ਸ਼ਾਰਟ ਕਰਕੇ ਤੁਹਾਨੂੰ ਦਿਖਾਉਂਦੀ ਹਾਂ। ਇਹ ਦੇਖੋ ਇੱਦਾਂ ਕਰਕੇ ਜਿਹੜਾ ਪੂਰਾ ਜਿਹੜਾ ਤੁਸੀਂ ਵੀ ਆਪਦਾ ਜੇਕਰ ਤੁਹਾਡੇ ਕੋਲ ਥੋੜ੍ਹਾ ਟਾਈਮ ਤੁਹਾਨੂੰ ਲੱਗਦਾ ਹੈ ਨਹੀਂ ਪੂਰਾ ਹੋਣਾ ਹੈ ਨਾ, ਨਹੀਂ ਐਕਸਪਲੇਨ ਕਰ ਪਾਉਣੇ, ਤਾਂ ਤੁਸੀਂ ਵੀ ਇੱਦਾਂ ਕਰਕੇ ਫਿਰ ਲਿਖ ਦਿਓ। ਜਿਵੇਂ ਕਿ ਇੱਦਾਂ ਹੀ ਤੁਸੀਂ ਇੱਕ ਜਿਹੜਾ ਪੇਜ 'ਤੇ ਹਰ ਇੱਕ ਮਿਡਲ ਦਾ ਲਿਖ ਦਿਓ, ਉਹਦਾ ਪ੍ਰਾਇਮਰੀ ਦਾ ਲਿਖ ਦਿਓ, ਸੈਕੰਡਰੀ ਦਾ ਲਿਖ ਦਿਓ, ਸਧਾਰਨ ਉਦੇਸ਼ ਲਿਖ ਦਿਓ ਅਤੇ ਇੱਕ ਵਿਵਹਾਰਿਕ ਉਦੇਸ਼ ਲਿਖ ਦਿਓ। ਇੱਦਾਂ ਤੁਸੀਂ ਵੀ ਜਿਹੜਾ ਕਰ ਸਕਦੇ ਹੋ। ਸੋ ਕੋਈ ਪ੍ਰੋਬਲਮ ਨਹੀਂ ਹੈ, ਕਿਉਂਕਿ ਆਪਾਂ ਟਾਈਮ ਦਾ ਅਤੇ ਪੇਜ ਦਾ ਜ਼ਰੂਰ ਧਿਆਨ ਰੱਖਣਾ। ਨੈਕਸਟ ਹੈ ਜੀ ਉੱਚ ਪੱਧਰ ਉੱਤੇ ਸਿੱਖਿਆ ਦੇ ਉਦੇਸ਼ ਕੀ ਨੇ? ਫਸਟ ਹੈ ਜੀ ਨਵੀਂ ਸ਼ਬਦਾਵਲੀ ਜਿਹੜੀ ਆ ਘੜਨ ਦੇ ਜਿਹੜਾ ਯੋਗ ਬਣਾਉਣਾ, ਕਿ ਨਵੇਂ ਸ਼ਬਦ ਬੱਚਾ ਘੜ ਸਕੇ, ਨਵੇਂ ਵਾਕ ਬਣਾ ਸਕੇ। ਸੋ ਨਵੀਂ ਸ਼ਬਦਾਵਲੀ ਜਿਹੜਾ ਘੜਨ ਦੇ ਜਿਹੜਾ ਯੋਗ ਬਣਾਉਣਾ ਉੱਚ ਪੱਧਰ ਉੱਤੇ ਸਿੱਖਿਆ ਦੇ ਉਦੇਸ਼ ਹੈ। ਸੈਕਿੰਡ ਹੈ ਜੀ ਮੁਹਾਵਰੇ ਅਤੇ ਅਖਾਣਾਂ ਦੇ ਭੰਡਾਰ ਦੇ ਵਿੱਚ ਵਾਧਾ ਕਰਨਾ। ਸੋ ਮੁਹਾਵਰੇ ਅਤੇ ਅਖਾਣਾਂ ਦੇ ਜਿਹੜਾ ਭੰਡਾਰ ਦੇ ਵਿੱਚ ਜਿਹੜਾ ਵਾਧਾ ਉਹ ਕਰਨਾ। ਥਰਡ ਨੰਬਰ ਹੈ ਜੀ ਭਾਸ਼ਾ ਦੀ ਪ੍ਰਭਾਵਸ਼ਾਲੀ ਵਰਤੋਂ ਕਰਨ ਦੇ ਜਿਹੜੇ ਆ ਯੋਗ ਹੈ ਉਹ ਬਣਾਉਣਾ ਵਿਦਿਆਰਥੀ ਨੂੰ। 4 ਨੰਬਰ ਹੈ ਜੀ ਸੋਚਣ ਸ਼ਕਤੀ ਨੂੰ ਜਿਹੜਾ ਟੁੰਬਣਾ। ਫਸਟ ਹੈ ਜੀ ਨਵੀਂ ਸ਼ਬਦਾਵਲੀ ਘੜਨ ਦੇ ਯੋਗ ਬਣਾਉਣਾ। ਸੈਕਿੰਡ ਹੈ ਜੀ ਮੁਹਾਵਰੇ ਅਤੇ ਅਖਾਣਾਂ ਦੇ ਭੰਡਾਰ ਵਿੱਚ ਵਾਧਾ ਕਰਨਾ। ਥਰਡ ਹੈ ਜੀ ਭਾਸ਼ਾ ਦੀ ਪ੍ਰਭਾਵਸ਼ਾਲੀ ਵਰਤੋਂ ਕਰਨ ਦੇ ਯੋਗ ਬਣਾਉਣਾ। 4 ਨੰਬਰ 'ਤੇ ਹੈ ਜੀ ਸੋਚਣ ਸ਼ਕਤੀ ਨੂੰ ਜਿਹੜਾ ਟੁੰਬਣਾ। ਅਤੇ ਇਸ ਤੋਂ ਇਲਾਵਾ ਤੁਸੀਂ ਪ੍ਰਾਇਮਰੀ ਦੇ ਅਤੇ ਮਿਡਲ ਦੇ ਜਿਹੜੇ ਪੁਆਇੰਟ ਨੇ ਨਾ ਉਹ ਤੁਸੀਂ ਜਿਹੜੇ ਇਹਦੇ ਵਿੱਚ ਜਿਹੜੇ ਐਡ ਆ ਉਹ ਕਰ ਸਕਦੇ ਹੋ। ਠੀਕ ਹੈ, ਕਿਉਂਕਿ ਸੇਮ ਹੀ ਆ ਪੁਆਇੰਟ, ਉਹੋ ਹੀ ਪੁਆਇੰਟ ਲਗਾ ਲਓ ਤੁਸੀਂ, ਇੱਧਰ ਵੀ ਐਡ ਕਰ ਸਕਦੇ ਹੋ। ਬਾਕੀ ਪੁਆਇੰਟ ਬਹੁਤ ਜ਼ਿਆਦਾ ਨੇ, ਸੋ ਇੱਦਾਂ ਤੁਸੀਂ ਲਿਖ ਸਕਦੇ ਹੋ ਪੁਆਇੰਟ ਵੀ ਇਕੱਲੇ। ਸੋ ਐਡ ਹੋਰ ਵੀ ਪੁਆਇੰਟ ਐਡ ਕਰ ਦਿਓ ਇੱਥੇ, ਜਿਹੜੇ ਵੀ ਕਰ ਸਕਦੇ ਹੋ। ਸੋ ਸਿੱਖਿਆ ਦੇ ਉਦੇਸ਼ ਤਾਂ ਜਿਹੜੇ ਆ ਮਤਲਬ ਕਿ ਉਹੀ ਰਹਿਣਗੇ ਹੈ ਨਾ। ਮਾਤ ਭਾਸ਼ਾ ਦੀ ਸਿੱਖਿਆ ਦੇ ਉਦੇਸ਼, ਸੋ ਉਹ ਵੀ ਪੁਆਇੰਟ ਜਿਹੜੇ ਐਡ ਕਰ ਸਕਦੇ ਹੋ, ਜਿਵੇਂ ਆਲੋਚਨਾ ਵਾਲਾ ਸੀ, ਅਭਿਆਸ ਕਰਨ ਦੀ ਯੋਗਤਾ ਵਿਕਸਿਤ ਕਰਨੀ ਜਾਂ ਗਿਆਨ ਵਿੱਚ ਭਰਪੂਰ ਵਾਧਾ ਕਰਨਾ। ਸੋ ਇੱਦਾਂ ਦੇ ਪੁਆਇੰਟ ਜਿਹੜੇ ਤੁਸੀਂ ਐਡ ਵਿੱਚ ਕਰ ਸਕਦੇ ਹੋ। ਮੈਂ ਤਾਂ ਨਹੀਂ ਲਿਖੇ ਗਏ ਕਿਉਂਕਿ ਉਹ ਸੇਮ ਜਿਹੇ ਪੁਆਇੰਟ ਸੀਗੇ।
ਠੀਕ ਹੈ, ਉੱਚ ਪੱਧਰ ਤੇ। ਨੈਕਸਟ ਆ ਗਿਆ ਜੀ ਵਿਵਹਾਰਿਕ ਤਬਦੀਲੀ ਦੇ ਸੰਦਰਭ ਵਿੱਚ ਮਾਤ ਭਾਸ਼ਾ ਸਿੱਖਿਆ ਦੇ ਉਦੇਸ਼ ਕੀ ਨੇ। ਪਹਿਲਾਂ ਆਪਾਂ ਕੀਤੇ ਸੀ ਆਮ ਸਧਾਰਨ ਉਦੇਸ਼, ਫਿਰ ਆਪਾਂ ਕੀਤੇ ਸੀ ਅਲੱਗ-ਅਲੱਗ ਆਧਾਰਾਂ ਤੇ ਹਨਾ ਕੀ ਉਦੇਸ਼ ਨੇ। ਹੁਣ ਆਪਾਂ ਕਰਨ ਜਾ ਰਹੇ ਹਾਂ ਕਿ ਵਿਵਹਾਰਿਕ ਤਬਦੀਲੀ ਦੇ ਆਧਾਰ ਤੇ ਜਿਹੜੇ ਕੀ ਉਦੇਸ਼ ਨੇ। ਸੋ ਉਹਨਾਂ ਨੂੰ ਆਪਾਂ ਕਰਦੇ ਹਾਂ ਵਿਵਹਾਰਿਕ ਤਬਦੀਲੀ ਵਾਲੇ ਜਿਹੜੇ ਉਦੇਸ਼। ਸੋ ਵਿਵਹਾਰਕ ਤਬਦੀਲੀ ਦੇ ਸੰਦਰਭ ਵਿੱਚ ਉਦੇਸ਼ ਫਸਟ ਹੈ ਜੀ ਗਿਆਨਾਤਮਕ ਉਦੇਸ਼। ਸੋ ਗਿਆਨਾਤਮਕ ਉਦੇਸ਼ ਕੀ ਹੈ, ਬੱਚੇ ਦੇ ਜਿਹੜਾ ਗਿਆਨ ਦੇ ਵਿੱਚ ਵਾਧਾ ਹੈ ਉਹ ਕਰਨ ਦੇ ਨਾਲ ਸੰਬੰਧਿਤ ਹੈ। ਠੀਕ ਹੈ, ਨੈਕਸਟ ਹੈ ਜੀ ਕੌਸ਼ਲ। ਨੈਕਸਟ ਹੈਗਾ ਜੀ ਕੌਸ਼ਲਾਤਮਕ ਜੋ ਉਦੇਸ਼ ਨਹੀਂ ਕੀ ਨੇ ਹਨਾ। ਸੋ ਕੌਸ਼ਲਾਤਮਕ ਉਦੇਸ਼ ਅਤੇ ਬੱਚਿਆਂ ਨੂੰ ਵਿਵਹਾਰਕ ਮਤਲਬ ਕਿ ਉਹ ਵੀ ਜਿਹੜੇ। ਸੋ 1 ਮਿੰਟ ਵੇਟ ਕਰੋ। ਸੋ ਗਿਆਨਾਤਮਕ ਉਦੇਸ਼ ਹੈ ਨਾ ਜਿਹੜਾ, ਉਹਦੇ ਵਿੱਚ ਕਿਵੇਂ ਹੋ ਸਕਦਾ ਹੈ, ਜਿਵੇਂ ਭਾਸ਼ਾ ਤੱਤਾਂ ਦਾ ਜਿਹੜਾ ਗਿਆਨ ਹੈ ਨਾ ਉਹ ਸ਼ਾਮਲ ਹੈ। ਠੀਕ ਹੈ, ਉਹ ਦੇਣਾ। ਨੈਕਸਟ ਹੈਗਾ ਜੀ ਵਿਸ਼ੇ ਵਸਤੂ ਦਾ ਗਿਆਨ ਦੇਣਾ। ਠੀਕ ਹੈ, ਰਚਨਾਵਾਂ ਦੇ ਸੰਬੰਧ ਵਿੱਚ ਗਿਆਨ ਦੇਣਾ, ਸਾਹਿਤ ਨਾਲ ਸੰਬੰਧਿਤ ਜਿਹੜਾ ਗਿਆਨ ਦੇਣਾ। ਠੀਕ ਹੈ, ਕੌਸ਼ਲਾਤਮਕ ਉਦੇਸ਼ ਦੇ ਵਿੱਚ ਕੀ ਹੈ, ਪੜ੍ਹਨ ਅਰਥ ਗ੍ਰਹਿਣ ਨਾਲ ਸੰਬੰਧਿਤ ਜਿਹੜਾ ਵਿਵਹਾਰ ਦੇ ਵਿੱਚ ਪਰਿਵਰਤਨ ਹੋਵੇ ਹੈ ਨਾ ਉਹਦੇ ਨਾਲ ਸੰਬੰਧਿਤ ਜਿਹੜਾ ਗਿਆਨ ਦੇਣਾ। ਠੀਕ ਹੈ, ਮਤਲਬ ਕਿ ਕੌਸ਼ਲ ਜਿਹਦੇ ਨਾਲ ਕੌਸ਼ਲਾਂ ਦਾ ਜਿਹੜਾ ਵਿਕਾਸ ਹੈ ਉਹ ਹੋਵੇ ਹੈ ਨਾ, ਤਾਂ ਮਤਲਬ ਉਹਦੇ ਨਾਲ ਸੰਬੰਧਿਤ ਇਹਦੇ ਜਿਹੜੇ ਮਾਤ ਭਾਸ਼ਾ ਸਿੱਖਿਆ ਦੇ ਜਿਹੜੇ ਉਦੇਸ਼ ਨੇ। ਸੋ ਨੈਕਸਟ ਹੈ ਜੀ ਕਲਾਤਮਿਕ ਉਦੇਸ਼। ਸੋ ਕਲਾਤਮਿਕ ਉਦੇਸ਼ ਦੇ ਵਿੱਚ ਕੀ ਹੈ, ਕਲਾਤਮਿਕ ਉਦੇਸ਼ ਤੋਂ ਭਾਵ ਵਿਦਿਆਰਥੀ ਵਿੱਚ ਸਦ ਪ੍ਰਵਿਰਤੀਆਂ ਤੇ ਕਲਾਤਮਕ ਰੁਚੀਆਂ ਨੂੰ ਵਿਕਸਿਤ ਕਰਨਾ। ਸੋ ਪੁਆਇੰਟ ਤੋਂ ਜਿਹੜਾ ਕਲੀਅਰ ਕਿ ਕਲਾਤਮਿਕ ਜਿਹੜੀਆਂ ਰੁਚੀਆਂ ਨੇ ਉਹ ਜਿਹੜੀਆਂ ਬੱਚੇ ਦੇ ਅੰਦਰ ਜਿਹੜੀਆਂ ਪੈਦਾ ਹੈ ਉਹ ਕਰਨੀਆਂ। ਨੈਕਸਟ ਹੈ ਜੀ ਸਿਰਜਨਾਤਮਕ ਉਦੇਸ਼। ਇਸ ਉਦੇਸ਼ ਦਾ ਜਾਂ ਰਚਨਾਤਮਕ ਉਦੇਸ਼। ਸੋ ਇਸ ਉਦੇਸ਼ ਦਾ ਅਰਥ ਬੱਚਿਆਂ ਨੂੰ ਸਾਹਿਤ ਸਿਰਜਣ ਦੀ ਪ੍ਰੇਰਨਾ ਦੇਣਾ ਤੇ ਉਹਨਾਂ ਦੀਆਂ ਰਚਨਾਵਾਂ ਵਿੱਚ ਮੌਲਿਕਤਾ ਲਿਆਉਣ ਦੀ ਯੋਗਤਾ ਦਾ ਵਿਕਾਸ ਕਰਨ ਦੇ ਲਈ ਜਿਹੜਾ ਪ੍ਰੇਰਿਤ ਕਰਨਾ ਹੈ, ਇਹਦੇ ਨਾਲ ਸੰਬੰਧਿਤ ਹੈ। ਨੈਕਸਟ ਹੈ ਜੀ ਆਲੋਚਨਾਤਮਕ ਉਦੇਸ਼। ਸੋ ਇਸ ਉਦੇਸ਼ ਦੇ ਅੰਤਰਗਤ ਬੱਚਿਆਂ ਅੰਦਰ ਸਾਹਿਤ ਦੇ ਭਿੰਨ ਰੂਪ ਜਿਵੇਂ ਕਹਾਣੀ, ਨਾਟਕ, ਇਕਾਂਗੀ, ਕਵਿਤਾ, ਨਿਬੰਧ, ਆਤਮ ਕਥਾ, ਅਨੁਵਾਦਿਤ ਵਿਸ਼ਾ ਵਸਤੂ ਪੜ੍ਹ ਕੇ ਉਹਦੇ ਸਭ ਪੱਖਾਂ ਤੋਂ ਆਲੋਚਨਾਤਮਕ ਅਧਿਐਨ ਕਰਨ ਦੇ ਬਾਅਦ ਸਮੀਖਿਆ ਕਰਨ ਦੀ ਜਿਹੜੀ ਯੋਗਤਾ ਹੈ ਉਹ ਸ਼ਾਮਲ ਹੁੰਦੀ ਹੈ। ਸੋ ਨੈਕਸਟ ਹੈਗਾ ਜੀ ਸੁਹਜਾਤਮਕ ਉਦੇਸ਼। ਸੋ ਇੱਦਾਂ ਹੀ ਇਹਨਾਂ ਦੇ ਬਸ ਪੁਆਇੰਟ ਹੀ ਤੁਸੀਂ ਲਿਖ ਦਿਓ, ਬਾਹਲਾ ਜੇ ਤਾਂ ਲੋੜ ਨਹੀਂ ਹੈਗੀ ਕਿਉਂਕਿ ਉਦੇਸ਼ ਬਹੁਤ ਜ਼ਿਆਦਾ ਨੇ। ਸੋ ਸੁਹਜਾਤਮਕ ਉਦੇਸ਼ ਤੋਂ ਭਾਵ ਹੈਗਾ ਕਿ ਵਿਦਿਆਰਥੀ ਅੰਦਰ ਕਾਵ ਸੁੰਦਰਤਾ ਤੇ ਭਾਵਾਂ ਨੂੰ ਪ੍ਰਗਟ ਕਰਨ ਦੀ ਯੋਗਤਾ ਪੈਦਾ ਕਰਨੀ ਤੇ ਉਸਾਰੂ ਰੁਚੀਆਂ ਦਾ ਵਿਕਾਸ ਕਰਨਾ ਜਿਹੜਾ ਸ਼ਾਮਲ ਉਹ ਹੁੰਦਾ ਹੈ। ਸੋ ਇਹ ਸੀਗੇ ਜੀ ਵਿਵਹਾਰਕ ਤਬਦੀਲੀ ਦੇ ਸੰਦਰਭ ਵਿੱਚ ਮਾਤ ਭਾਸ਼ਾ ਸਿੱਖਿਆ ਦੇ ਉਦੇਸ਼ ਕਿਹੜੇ ਨੇ। ਫਸਟ ਗਿਆਨਾਤਮਕ ਉਦੇਸ਼। ਸੋ ਵਿਵਹਾਰਕ ਤਬਦੀਲੀ ਦੇ ਸੰਦਰਭ ਵਿੱਚ ਮਾਤ ਭਾਸ਼ਾ ਸਿੱਖਿਆ ਦੇ ਉਦੇਸ਼ ਕੀ ਹੈ। ਫਸਟ ਗਿਆਨਾਤਮਕ ਉਦੇਸ਼, ਸੈਕੰਡ ਕੌਸ਼ਲਾਤਮਕ ਉਦੇਸ਼, ਥਰਡ ਹੈ ਜੀ ਕਲਾਤਮਿਕ ਉਦੇਸ਼, 4 ਹੈ ਜੀ ਸਿਰਜਨਾਤਮਕ ਉਦੇਸ਼, 5 ਹੈ ਜੀ ਆਲੋਚਨਾਤਮਕ ਉਦੇਸ਼ ਤੇ 6 ਹੈ ਜੀ ਸੁਹਜਾਤਮਕ ਉਦੇਸ਼। ਸੋ ਇਹ ਸੀਗਾ ਜੀ ਉਦੇਸ਼। ਨੈਕਸਟ ਹੈਗਾ ਜੀ ਮਾਤ ਭਾਸ਼ਾ ਸਿੱਖਿਆ ਦਾ ਜਿਹੜਾ ਮਹੱਤਵ ਕੀ ਹੈ। ਸੋ ਮਾਤ ਭਾਸ਼ਾ ਦੀ ਸਿੱਖਿਆ ਦਾ ਮਹੱਤਵ ਫਸਟ ਹੈਗਾ ਜੀ ਸਰੀਰਕ ਵਿਕਾਸ ਵਿੱਚ ਸਹਾਇਕ। ਸੋ ਸਰੀਰਕ ਫਸਟ ਹੈ ਜੀ ਮਾਨਸਿਕ ਵਿਕਾਸ ਦੇ ਵਿੱਚ ਸਹਾਇਕ। ਸੋ ਮਾਨਸਿਕ ਯੋਗਤਾਵਾਂ ਦਾ ਜਿਹੜਾ ਵਿਕਾਸ ਕਰਨਾ ਜਿਹੜਾ ਇਹਦਾ ਮਾਤ ਭਾਸ਼ਾ ਦੀ ਸਿੱਖਿਆ ਦਾ ਉਦੇਸ਼ ਹੈ। ਸੋ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨਾ ਤੇ ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝਣਾ ਮਾਨਸਿਕ ਯੋਗਤਾਵਾਂ ਦੇ ਅੰਤਰਗਤ ਆਉਂਦਾ ਹੈ ਤੇ ਇਸ ਯੋਗਤਾ ਦਾ ਆਰੰਭ ਹੈ ਜਿਹੜਾ ਉਹ ਮਾਤ ਭਾਸ਼ਾ ਦੁਆਰਾ ਹੀ ਹੁੰਦਾ ਹੈ। ਸੋ ਮਾਨਸਿਕ ਵਿਕਾਸ ਦਾ ਜਿਹੜਾ ਵਿਕਾਸ ਦੇ ਵਿੱਚ ਜਿਹੜੀ ਸਹਾਇਕ ਹੈ ਜੀ ਮਾਤ ਭਾਸ਼ਾ ਦੀ ਸਿੱਖਿਆ।
ਸੋ ਨੈਕਸਟ ਹੈ ਜੀ ਬੌਧਿਕ ਵਿਕਾਸ ਦੇ ਵਿੱਚ ਸਹਾਇਕ। ਬਿਲਕੁਲ ਜੀ, ਬੌਧਿਕ ਵਿਕਾਸ ਦੇ ਵਿੱਚ ਵੀ ਸਹਾਇਕ ਹੈ। ਸੋ ਬੁੱਧੀ ਨੂੰ ਵਿਚਾਰਾਂ ਦੀ ਜਿਹੜੀ ਜਨਮਦਾਤੀ ਕਿਹਾ ਜਾਂਦਾ ਹੈ ਤੇ ਵਿਚਾਰਾਂ ਦਾ ਮਾਤ ਭਾਸ਼ਾ ਦੇ ਨਾਲ ਗੂੜਾ ਸੰਬੰਧ ਹੈ। ਜੇਕਰ ਆਪਾਂ ਨੂੰ ਭਾਸ਼ਾ ਆਉਂਦੀ ਹੋਵੇਗੀ ਤਾਂ ਫਿਰ ਹੀ ਆਪਾਂ ਕਿਸੇ ਦੂਸਰੇ ਦੇ ਵਿਚਾਰਾਂ ਨੂੰ ਸੁਣ ਸਕਾਂਗੇ, ਸਮਝ ਸਕਾਂਗੇ, ਗਿਆਨ ਹਾਸਲ ਕਰ ਸਕਾਂਗੇ ਤੇ ਆਪਣਾ ਜਿਹੜਾ ਦਿਮਾਗ ਹੈ ਉਹਦੀ ਜਿਹੜੀ ਨੌਲੇਜ ਦੇ ਵਿੱਚ ਜਿਹੜਾ ਵਾਧਾ ਹੈ ਉਹ ਹੋਵੇਗਾ। ਤੇ ਜਦੋਂ ਤੇ ਇਹ ਸਭ ਕੁਝ ਕਿਹਦੇ ਨਾਲ ਹੀ ਪੋਸੀਬਲ ਹੈ? ਮਾਤ ਭਾਸ਼ਾ ਦੀ ਸਿੱਖਿਆ ਦੇ ਰਾਹੀਂ। ਸੋ 3rd ਨੰਬਰ ਹੈ ਜੀ ਸਮਾਜਿਕ ਵਿਕਾਸ ਦੇ ਵਿੱਚ ਵੀ ਸਹਾਇਕ ਹੈ। ਆਪਾਂ ਸਮਾਜ ਦੇ ਵਿੱਚ ਵਿਚਰਨਾ, ਸਮਾਜ ਦੇ ਵਿੱਚ ਆਪਣਾ ਵਿਕਾਸ ਕਰਨਾ ਤਾਂ ਉਦੋਂ ਵੀ ਆਪਣੀ ਮਾਤ ਭਾਸ਼ਾ ਜਿਹੜੀ ਆਉਣੀ ਆਪਾਂ ਨੂੰ ਜ਼ਰੂਰੀ ਹੈ। ਜੇਕਰ ਮਾਤ ਭਾਸ਼ਾ ਨਹੀਂ ਆਵੇਗੀ ਤਾਂ ਫਿਰ ਆਪਣੇ ਜਿਹੜੇ ਵਿਚਾਰ ਹੈ ਆਪਾਂ ਦੂਸਰਿਆਂ ਨਾਲ ਜਿਹੜੇ ਸਾਂਝੇ ਆ ਉਹ ਨਹੀਂ ਕਰ ਸਕਾਂਗੇ, ਹੈ ਨਾ, ਤੇ ਆਪਾਂ ਨਹੀਂ ਵਿਚਰ ਸਕਾਂਗੇ ਸਮਾਜ ਦੇ ਵਿੱਚ। ਸੋ ਸਮਾਜਿਕ ਵਿਕਾਸ ਦੇ ਵਿੱਚ ਵੀ ਜਿਹੜੀ ਸਹਾਇਕ ਹੈ ਜੀ ਮਾਤ ਭਾਸ਼ਾ ਦੀ ਸਿੱਖਿਆ। 4 ਨੰਬਰ ਹੈ ਜੀ ਸਰੀਰਕ ਵਿਕਾਸ ਵਿੱਚ ਸਹਾਇਕ। ਸੋ ਸਰੀਰਕ ਵਿਕਾਸ ਦੇ ਵਿੱਚ ਵੀ ਜਿਹੜੀ ਹੈ ਸਹਾਇਕ ਹੈ ਜੀ ਮਾਤ ਭਾਸ਼ਾ ਦੀ ਸਿੱਖਿਆ। ਸੋ ਸਰੀਰਕ ਵਿਕਾਸ ਦੇ ਵਿੱਚ ਵੀ ਜਿਹੜੀ ਹੈ ਸਹਾਇਕ ਹੈ। ਸੋ ਭਾਵਾਂ ਦੇ ਪ੍ਰਗਟਾਵ ਦੇ ਲਈ ਮਾਨਵ ਸਵਰ ਜੰਤਰਾਂ ਦਾ ਵਿਕਾਸ ਜਿਹੜਾ ਅਤਿਅੰਤ ਜ਼ਰੂਰੀ ਹੈ ਤੇ ਇਹਨਾਂ ਦਾ ਵਿਕਾਸ ਮਨੁੱਖ ਦੇ ਸਰੀਰਕ ਵਿਕਾਸ ਦਾ ਜਿਹੜਾ ਜ਼ਰੂਰੀ ਅੰਗ ਹੈ। ਮਾਤ ਭਾਸ਼ਾ ਸਵਰ ਜੰਤਰਾਂ ਦੇ ਵਿਕਾਸ ਵਿੱਚ ਸੰਯੋਗ ਦਿੰਦੀ ਹੈ, ਮਨੁੱਖ ਦੇ ਸਰੀਰਕ ਵਿਕਾਸ ਦੇ ਵਿੱਚ ਜਿਹੜੀ ਸਹਾਇਕ ਹੈ ਉਹ ਬਣਦੀ ਹੈ। ਸੋ ਵਿਵਹਾਰਿਕ ਜੀਵਨ ਦੇ ਵਿੱਚ ਵੀ ਜਿਹੜੀ ਸਹਾਇਕ ਹੈ ਜੀ ਮਾਤ ਭਾਸ਼ਾ ਦੀ ਸਿੱਖਿਆ। ਸੋ ਵਿਵਹਾਰਿਕ ਜੀਵਨ ਵਿੱਚ ਕਾਰਕ ਕੁਸ਼ਲਤਾ ਦਾ ਪਹਿਲਾ ਜਿਹੜਾ ਪਾਠ ਹੈ ਮਨੁੱਖ ਮਾਤ ਭਾਸ਼ਾ ਦੇ ਮਾਧਿਅਮ ਦੇ ਨਾਲ ਜਿਹੜਾ ਸਿੱਖਦਾ ਹੈ। ਆਪਣੇ ਸਕੇ ਸੰਬੰਧੀਆਂ ਦੇ ਭਾਈਚਾਰੇ ਦੇ ਲੋਕਾਂ ਨਾਲ ਵਿਵਹਾਰ ਕਰਦੇ ਸਮੇਂ ਉਹ ਸਭ ਤੋਂ ਪਹਿਲਾਂ ਆਪਣੀ ਮਾਤ ਭਾਸ਼ਾ ਦਾ ਜਿਹੜਾ ਪ੍ਰਯੋਗ ਹੈ ਉਹ ਕਰਦਾ ਹੈ। ਮਤਲਬ ਕਿ ਵਿਵਹਾਰਿਕ ਜੀਵਨ, ਆਪਣਾ ਜਿਹੜਾ ਜੀਵਨ ਹੈ ਸੋ ਵਿਵਹਾਰਿਕ, ਸੋ ਉਹਦੇ ਵਿੱਚ ਵੀ ਜਿਹੜੀ ਸਹਾਇਕ ਹੈ, ਕਿਉਂਕਿ ਮਾਤ ਭਾਸ਼ਾ ਤੋਂ ਬਿਨਾਂ ਤਾਂ ਆਪਾਂ ਜਿਹੜਾ ਹੈ ਆਪਣਾ ਜਿਹੜਾ ਜੀਵਨ ਹੈ ਉਹਨੂੰ ਆਪਾਂ ਸਹੀ ਤਰ੍ਹਾਂ ਦੇ ਨਾਲ ਜਿਉਂ ਹੀ ਨਹੀਂ ਸਕਾਂਗੇ, ਹੈ ਨਾ। ਜੇਕਰ ਭਾਸ਼ਾ ਹੁੰਦੀ ਹੋਵੇਗੀ ਤਾਂ ਫਿਰ ਹੀ ਆਪਾਂ ਆਪਦੇ ਵਿਚਾਰ ਹੈ, ਆਪਣੀਆਂ ਲੋੜਾਂ ਦੂਸਰਿਆਂ ਨਾਲ ਸਾਂਝੀਆਂ ਕਰ ਸਕਾਂਗੇ ਤੇ ਉਹਨਾਂ ਦੀਆਂ ਜਿਹੜੀਆਂ ਸਮਝ ਆ ਉਹ ਸਕਾਂਗੇ। ਸੋ ਵਿਵਹਾਰਿਕ ਜੀਵਨ ਵਿੱਚ ਅਨੁਕੂਲਨ ਪ੍ਰਾਪਤ ਕਰਨ ਲਈ ਮਾਤ ਭਾਸ਼ਾ ਦਾ ਜਿਹੜਾ ਗਿਆਨ ਹੈ ਉਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਨੈਕਸਟ ਹੈ ਜੀ ਸੰਸਕ੍ਰਿਤਿਕ ਵਿਕਾਸ ਦੇ ਵਿੱਚ ਜਿਹੜੀ ਸਹਾਇਕ ਹੈ ਜੀ ਮਾਤ ਭਾਸ਼ਾ। ਸੋ ਮਨੁੱਖੀ ਜਾਤੀ ਦੀ ਪਹਿਚਾਣ ਉਹਦੀ ਸਭਿਅਤਾ ਤੇ ਜਿਹੜੀ ਸੰਸਕ੍ਰਿਤੀ ਤੋਂ ਹੁੰਦੀ ਹੈ। ਮਾਤ ਭਾਸ਼ਾ ਦੇ ਵਿਕਾਸ ਵਿੱਚ ਹੀ ਕਿਸੇ ਜਾਤੀ ਦੇ ਸੱਭਿਆਚਾਰ ਦਾ ਜਿਹੜਾ ਵਿਕਾਸ ਹੈ ਉਹ ਨਿਹਿਤ ਹੈ। ਮਾਤ ਭਾਸ਼ਾ ਤੇ ਉਸਦੇ ਸਾਹਿਤ ਵਿੱਚ ਜਾਤੀ ਦੀ ਸੰਸਕ੍ਰਿਤੀ ਤੇ ਸੱਭਿਅਤਾ ਜਿਹੜੀ ਸੁਰੱਖਿਅਤ ਰਹਿੰਦੀ ਹੈ। ਆਪਣੀ ਜਾਤੀ ਦੀ ਆਤਮਾ ਪਛਾਣਨ ਲਈ ਉਸਦੀ ਸੰਸਕ੍ਰਿਤੀ ਤੇ ਸੱਭਿਅਤਾ ਬਾਰੇ ਗਿਆਨ ਜ਼ਰੂਰੀ ਹੈ। ਸੰਸਕ੍ਰਿਤਿਕ ਚੇਤਨਾ ਜਾਤੀ ਦੇ ਸਮਾਜਿਕ ਹੋਂਦ ਉਹਦੀ ਸੰਸਕ੍ਰਿਤੀ ਚੇਤਨਾ ਉੱਪਰ ਜਿਹੜੀ ਆਧਾਰਿਤ ਹੈ ਤੇ ਸੰਸਕ੍ਰਿਤੀ ਚੇਤਨਾ ਲਈ ਮਾਤ ਭਾਸ਼ਾ ਦਾ ਗਿਆਨ ਅਤਿਅੰਤ ਜ਼ਰੂਰੀ ਹੈ। ਸੋ ਸੰਸਕ੍ਰਿਤਿਕ ਵਿਕਾਸ ਦੇ ਵਿੱਚ ਵੀ ਸਹਾਇਕ ਹੈ ਜੀ ਮਾਤ ਭਾਸ਼ਾ ਦੀ ਸਿੱਖਿਆ। 7 ਨੰਬਰ ਤੇ ਹੈ ਜੀ ਸੰਪੂਰਨ ਸ਼ਖਸੀਅਤ ਦੇ ਜਿਹੜਾ ਵਿਕਾਸ ਦੇ ਵਿੱਚ ਵੀ ਜਿਹੜੀ ਸਹਾਇਕ ਹੈ। ਸੋ ਜੇਕਰ ਸੰਪੂਰਨ ਵਿਕਾਸ ਚਾਹੁੰਦੇ ਹਾਂ ਅਸੀਂ ਆਪਣਾ, ਸੋ ਆਪਣੀ ਸ਼ਖਸੀਅਤ ਦੇ ਵਿੱਚ, ਤਾਂ ਉਹਦੇ ਲਈ ਵੀ ਜਿਹੜੀ ਮਾਤ ਭਾਸ਼ਾ ਜਿਹੜਾ ਉਹਦਾ ਹੋਣਾ ਜ਼ਰੂਰੀ ਹੈ। ਸੋ ਮਾਤ ਭਾਸ਼ਾ ਉਹਦੇ ਵਿੱਚ ਵੀ ਆਪਣੀ ਜਿਹੜੀ ਮਹੱਤਤਾ ਹੈ, ਮਹੱਤਵਪੂਰਨ ਭੂਮਿਕਾ ਹੈ ਉਹ ਨਿਭਾਉਂਦੀ ਹੈ। ਸੋ ਵਿਚਾਰਾਂ ਦੇ ਆਦਾਨ ਪ੍ਰਦਾਨ ਦਾ ਸੰਬੰਧ ਕੇਵਲ ਸਮਾਜਿਕ ਵਿਵਹਾਰ ਤੱਕ ਹੀ ਸੀਮਿਤ ਨਹੀਂ, ਸਗੋਂ ਇਹ ਪ੍ਰਕਿਰਿਆ ਸ਼ਖਸੀਅਤ ਦੇ ਵਿਕਾਸ ਵਿੱਚ ਵੀ ਪੂਰਨ ਰੂਪ ਵਿੱਚ ਸਹਾਇਕ ਹੈ। ਮਨੁੱਖੀ ਸ਼ਖਸੀਅਤ ਦਾ ਵਿਕਾਸ ਅਨੇਕਾਂ ਗੁਣਾਂ ਉੱਤੇ ਨਿਰਭਰ ਕਰਦਾ ਹੈ, ਪਰੰਤੂ ਮੁੱਖ ਰੂਪ ਵਿੱਚ 2 ਪ੍ਰਕਾਰ ਦਾ ਵਿਕਾਸ, ਬੌਧਿਕ ਤੇ ਭਾਵਨਾਤਮਕ ਵਿਕਾਸ ਅਤਿਅੰਤ ਜ਼ਰੂਰੀ ਹੈ। ਗਿਆਨ ਪ੍ਰਾਪਤੀ ਤੇ ਉਸ ਦੇ ਸਦ ਉਪਯੋਗ ਨਾਲ ਹੀ ਬੌਧਿਕ ਵਿਕਾਸ ਜਿਹੜਾ ਸੰਭਵ ਹੈ ਅਤੇ ਇਸ ਗਿਆਨ ਪ੍ਰਾਪਤੀ ਦਾ ਸਰਵੋਤਮ ਤੇ ਸਰਲਤਮ ਸਾਧਨ ਬਾਲਕ ਦੀ ਮਾਤ ਭਾਸ਼ਾ ਹੈ। ਸੋ ਵਿਅਕਤੀ ਦੇ ਭਾਵਾਂ ਨੂੰ ਪ੍ਰੇਰਿਤ ਕਰਨ ਤੇ ਉਸ ਵਿੱਚ ਜੋਸ਼ ਤੇ ਉਮੰਗ ਦਾ ਸੰਚਾਰ ਜਿਹੜਾ ਕਰਨ ਲਈ ਭਾਵਨਾਤਮਕ ਸਾਹਿਤ ਦਾ ਬਹੁਤ ਯੋਗਦਾਨ ਹੁੰਦਾ ਹੈ। ਇਸ ਲਈ ਮਾਤ ਭਾਸ਼ਾ ਸਾਹਿਤ ਦਾ ਉਪਯੁਕਤ ਸਾਧਨ ਹੈ। ਇਸ ਨਾਲ ਉਸ ਨੂੰ ਮਾਨਸਿਕ ਸੰਤੁਲਨ ਦੀ ਪ੍ਰਾਪਤੀ ਹੁੰਦੀ ਹੈ। ਸੋ ਸੰਪੂਰਨ ਸ਼ਖਸੀਅਤ ਦੇ ਵਿਕਾਸ ਦੇ ਵਿੱਚ ਵੀ ਜਿਹੜੀ ਸਹਾਇਕ ਹੈ ਜੀ ਮਾਤ ਭਾਸ਼ਾ ਦੀ ਸਿੱਖਿਆ। ਨੈਕਸਟ ਹੈ ਜੀ 8 ਨੰਬਰ ਤੇ ਹੈ ਜੀ ਉੱਤਮ ਨਾਗਰਿਕ ਦੇ ਵਿਕਾਸ ਦੇ ਵਿੱਚ ਵੀ ਜਿਹੜੇ ਸਹਾਇਕ ਹੈ। ਜੇਕਰ ਉੱਤਮ ਨਾਗਰਿਕ ਮਤਲਬ ਕਿ ਦੇ ਵਿਕਾਸ ਦੇ ਵਿੱਚ ਸਹਾਇਕ ਹੈ। ਸੋ ਮਾਤ ਭਾਸ਼ਾ ਤੋਂ ਬਿਨਾਂ ਜਿਹੜਾ ਕੋਈ ਵੀ ਜਿਹੜਾ ਉੱਤਮ ਜਿਹੜਾ ਨਾਗਰਿਕ ਹੈ ਉਹ ਨਹੀਂ ਬਣ ਸਕਦਾ। ਇਸ ਲਈ ਮਾਤ ਭਾਸ਼ਾ ਦਾ ਜਿਹੜਾ ਹੋਣਾ ਜ਼ਰੂਰੀ ਹੈ। ਸੋ ਜਿਹੜਾ ਵਧੀਆ ਸਾਹਿਤ ਹੈ ਵਿਅਕਤੀ ਦੇ ਦ੍ਰਿਸ਼ਟੀਕੋਣ ਨੂੰ ਵਿਸ਼ਾਲ ਤੇ ਜਿਹੜਾ ਖੁੱਲ੍ਹ ਦਿਲਾ ਉਹ ਬਣਾਉਂਦਾ ਹੈ, ਜੋ ਰਾਸ਼ਟਰ ਹਿੱਤ ਕਾਰਜਾਂ ਲਈ ਬਹੁਤ ਲਾਭਦਾਇਕ ਜਿਹੜਾ ਸਿੱਧ ਹੈ ਉਹ ਹੁੰਦਾ ਹੈ।
ਸੋ ਲਾਈਕ ਜ਼ਰੂਰ ਕਰ ਦਿਆ ਕਰੋ, ਸ਼ੇਅਰ ਕਰ ਦਿਆ ਕਰੋ, ਕਮੈਂਟ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ। ਟੌਪਿਕ ਜਿਹੜਾ ਕਾਫੀ ਜਿਹੜਾ ਲੰਬਾ ਹੈ, ਪੁਆਇੰਟ ਬਹੁਤ ਜ਼ਿਆਦਾ ਨੇ। ਸੋ ਇਹ ਟੌਪਿਕ ਵਾਕਈ ਬਹੁਤ ਜ਼ਿਆਦਾ ਜਿਹੜਾ ਸੀਗਾ ਲੰਬਾ ਸੀਗਾ ਤੇ ਜਿਹੜਾ ਜ਼ਿਆਦਾ ਟਾਈਮ ਜਿਹੜਾ ਬੋਲਿਆ ਵੀ ਨਹੀਂ ਜਾ ਪਾ ਰਿਹਾ। ਸੋ ਆਪਾਂ ਪੂਰਾ ਕਰ ਹੀ ਲੈਣਾ ਜੀ। ਸਿਧਾਂਤ ਰਹਿ ਗਏ ਤੇ ਉਹਦੇ ਬਾਅਦ ਹਜੇ ਸੂਤਰ ਪਏ ਨੇ, ਮਹੱਤਵ ਕਰ ਰਹੇ ਹਾਂ। ਸੋ ਇਸ ਕਰਕੇ ਮੈਂ ਜ਼ਿਆਦਾ ਜਿਹੜਾ ਐਕਸਪਲੇਨ ਵੀ ਤੁਹਾਨੂੰ ਨਹੀਂ ਕਰਵਾ ਪਾ ਰਹੀਗੀ। ਚਲੋ ਫਿਰ ਵੀ ਜਿਹੜਾ ਪੁਆਇੰਟ ਤੁਹਾਡੇ ਕੋਲ ਹੈਗੇ ਨੇ ਤਾਂ ਇਹਨਾਂ ਨੂੰ ਤੁਸੀਂ ਲਿਖ ਸਕਦੇ ਹੋ, ਅੱਗੋਂ ਥੋੜ੍ਹਾ ਜਿਹਾ ਐਕਸਪਲੇਨ ਕਰਕੇ ਲਿਖ ਦਿਓ, ਕਿਉਂਕਿ ਜਿਹੜੇ ਥੋੜ੍ਹੇ ਪੁਆਇੰਟ ਹੁੰਦੇ ਆ ਉਹਨਾਂ ਨੂੰ ਤਾਂ ਜ਼ਰੂਰ ਐਕਸਪਲੇਨ ਕਰ ਦਿਆ ਕਰੋ। ਅਤੇ ਜਿਹੜੇ ਘੱਟ ਪੁਆਇੰਟ ਮਤਲਬ ਕਿ ਜਿਹੜੇ ਜ਼ਿਆਦਾ ਪੁਆਇੰਟ ਨੇ ਉਹਨਾਂ ਨੂੰ ਤਾਂ ਚਲੋ ਪੁਆਇੰਟ ਵਾਈਜ਼ ਤੁਸੀਂ ਲਿਖ ਸਕਦੇ ਹੋ, ਅਤੇ ਜੇਕਰ ਘੱਟ ਆ ਪੁਆਇੰਟ ਤਾਂ ਫਿਰ ਜ਼ਰੂਰ ਐਕਸਪਲੇਨ ਕਰ ਦਿਓ, ਹੈ ਨਾ। ਨੈਕਸਟ ਹੈ ਜੀ ਰਚਨਾਤਮਕ ਸਿਰਜਣਾਤਮਕ ਸ਼ਕਤੀ ਦੇ ਵਿਕਾਸ ਦੇ ਵਿੱਚ ਸਹਾਇਕ ਹੈ ਜੀ ਮਾਤ ਭਾਸ਼ਾ ਦੀ ਸਿੱਖਿਆ। ਸੋ ਬੌਧਿਕ ਤੇ ਭਾਵਨਾਤਮਕ ਵਿਕਾਸ ਨਾਲ ਬੱਚੇ ਦੇ ਵਿੱਚ ਜਿਹੜਾ ਸਿਰਜਣਾਤਮਕ ਜਿਹੜਾ ਸ਼ਕਤੀਆਂ ਦਾ ਜਿਹੜਾ ਵਿਕਾਸ ਹੁੰਦਾ ਹੈ। ਰਾਈਬਰਨ ਅਨੁਸਾਰ ਕੀ ਕਹਿੰਦਾ ਜੀ ਰਾਈਬਰਨਸ, ਮਾਤ ਭਾਸ਼ਾ ਇੱਕ ਤਤਕਾਲ ਸ਼ਸਤਰ ਹੈ ਜੋ ਆਨੰਦ ਪ੍ਰਫੁੱਲਤਾ ਤੇ ਗਿਆਨ ਦਾ ਜਿਹੜਾ ਸੋਮਾ ਹੈ, ਸਾਡੇ ਭਾਵਾਂ ਤੇ ਰੁਚੀਆਂ ਦਾ ਜਿਹੜਾ ਨਿਰਦੇਸ਼ਕ ਹੈ। ਇਸ ਨਾਲ ਬੱਚੇ ਵਿੱਚ ਸੁਤੰਤਰ ਚਿੰਤਨ, ਮੌਲਿਕ ਸਵੈ ਪ੍ਰਗਟਾਵ ਆਦਿ ਦਾ ਜਿਹੜਾ ਵਿਕਾਸ ਹੈ ਉਹ ਹੁੰਦਾ ਹੈ। ਮੌਲਿਕ ਗਰੀਬਾਂ ਦੀ ਰਚਨਾ ਮਾਤ ਭਾਸ਼ਾ ਦੇ ਮਾਧਿਅਮ ਦੁਆਰਾ ਹੀ ਸੰਭਵ ਹੈ। ਵਿਦੇਸ਼ੀ ਭਾਸ਼ਾ ਨਾਲ ਮੌਲਿਕਤਾ ਦਾ ਵਿਕਾਸ ਨਹੀਂ ਹੋ ਸਕਦਾ। ਸੋ 10 ਨੰਬਰ 'ਤੇ ਹੈ ਜੀ ਚਰਿਤਰਿਕ ਤੇ ਨੈਤਿਕ ਵਿਕਾਸ ਦੇ ਵਿੱਚ ਵੀ ਜਿਹੜਾ ਸਹਾਇਕ ਹੈ। ਸੋ ਬੱਚੇ ਦੇ ਚਰਿਤਰਿਕ ਤੇ ਨੈਤਿਕ ਵਿਕਾਸ ਦੇ ਵਿੱਚ ਪਰਿਵਾਰ ਤੇ ਉਸਦੇ ਵਾਤਾਵਰਣ ਦਾ ਜਿਹੜਾ ਵਿਸ਼ੇਸ਼ ਹੱਥ ਹੁੰਦਾ ਹੈ। ਛੋਟੇ ਹੁੰਦਿਆਂ ਮਾਵਾਂ ਬੱਚਿਆਂ ਨੂੰ ਰੌਚਕ ਤੇ ਨੈਤਿਕ ਕਹਾਣੀਆਂ ਸੁਣਾਉਂਦੀਆਂ ਹਨ। ਅਗਾਂਹ ਜਾ ਕੇ ਬੱਚਾ ਮਾਤ ਭਾਸ਼ਾ ਦੇ ਸਾਹਿਤ ਵਿੱਚ ਵੱਖ-ਵੱਖ ਲੇਖ, ਕਹਾਣੀਆਂ, ਨਾਟਕ, ਕਵਿਤਾਵਾਂ ਆਦਿ ਪੜ੍ਹ ਕੇ ਤੇ ਦੇਖ ਕੇ ਭਿੰਨ-ਭਿੰਨ ਨੈਤਿਕ ਤੇ ਚਰਿਤਰਿਕ ਗੁਣਾਂ ਦਾ ਜਿਹੜਾ ਜਾਣੂ ਹੈ ਉਹ ਹੁੰਦਾ ਹੈ ਤੇ ਉਹਨਾਂ ਨੂੰ ਜਿਹੜਾ ਗ੍ਰਹਿਣ ਕਰਨ ਦਾ ਜਿਹੜਾ ਯਤਨ ਹੈ ਉਹ ਕਰਦਾ ਹੈ। ਸੋ 11 ਨੰਬਰ 'ਤੇ ਹੈ ਜੀ ਰਾਸ਼ਟਰੀ ਏਕਤਾ ਭਾਵਾਂ ਦੇ ਵਿਕਾਸ ਦੇ ਵਿੱਚ ਸਹਾਇਕ ਹੈ। ਕਿਵੇਂ ਸਹਾਇਕ ਹੈ? ਸੋ ਮਾਤ ਭਾਸ਼ਾ ਹੀ ਆਮ ਤੌਰ 'ਤੇ ਰਾਸ਼ਟਰ ਜਾਂ ਪ੍ਰਦੇਸ਼ਿਕ ਭਾਸ਼ਾ ਹੁੰਦੀ ਹੈ। ਰਾਸ਼ਟਰ ਭਾਸ਼ਾ ਵਿੱਚ ਹੀ ਵਧੇਰੇ ਕਰਕੇ ਲੋਕ ਵਿਚਾਰ ਵਟਾਂਦਰਾ ਕਰਦੇ ਹਨ। ਕੰਮਕਾਰ ਵੀ ਇਸੇ ਭਾਸ਼ਾ ਵਿੱਚ ਹੀ ਹੁੰਦਾ ਹੈ। ਮਾਤ ਭਾਸ਼ਾ ਦੇਸ਼ ਪਿਆਰ ਦਾ ਸਬਕ ਸਿਖਾਉਂਦੀ ਹੈ। ਭਾਵਨਾਤਮਕ ਏਕਤਾ ਦੇ ਭਾਵਾਂ ਦਾ ਜਿਹੜਾ ਵਿਕਾਸ ਹੈ ਕਰਦੀ ਹੈ। ਮਾਤ ਭਾਸ਼ਾ ਦੀਆਂ ਪੁਸਤਕਾਂ ਵਿੱਚ ਦੇਸ਼ ਪ੍ਰੇਮ, ਦੇਸ਼ ਸੇਵਾ ਨਾਲ ਸੰਬੰਧਿਤ ਲੇਖ, ਨਾਟਕ, ਕਹਾਣੀਆਂ ਅਤੇ ਕਵਿਤਾਵਾਂ ਆਦਿ ਸ਼ਾਮਲ ਹੁੰਦੀਆਂ ਹਨ। ਇਹਨਾਂ ਦੇ ਅਧਿਐਨ ਨਾਲ ਬੱਚਿਆਂ ਵਿੱਚ ਰਾਸ਼ਟਰੀ ਭਾਵਨਾ ਦਾ ਵਿਕਾਸ ਹੁੰਦਾ ਹੈ। ਇਸੇ ਤਰ੍ਹਾਂ ਅੰਤਰਰਾਸ਼ਟਰੀ ਭਾਵਨਾ ਦਾ ਵਿਕਾਸ ਕਰਨ ਵਿੱਚ ਵੀ ਮਾਤ ਭਾਸ਼ਾ ਜਿਹੜੀ ਸਹਾਇਕ ਹੈ ਉਹ ਹੁੰਦੀ ਹੈ। ਸੋ ਇਹ ਸੀਗਾ ਜੀ ਮਾਤ ਭਾਸ਼ਾ ਦੀ ਸਿੱਖਿਆ ਦਾ ਮਹੱਤਵ। ਇਹਨਾਂ ਨੂੰ ਤਾਂ ਐਕਸਪਲੇਨ ਕਰ ਦਿਓ, ਪੁਆਇੰਟਸ ਨੂੰ ਮੈਂ ਬੋਲ ਵੀ ਦਿੱਤੇ ਆ ਕੁਝ ਤੁਹਾਨੂੰ, ਅਤੇ ਇਹਨੂੰ ਜ਼ਰੂਰ ਐਕਸਪਲੇਨ ਕਰ ਦਿਓ ਕਿਉਂਕਿ 11 ਹੀ ਪੁਆਇੰਟ ਹੈ ਤਾਂ ਵਧੀਆ ਐਕਸਪਲੇਨ ਹੋ ਜਾਣਗੇ। ਜੇਕਰ ਨਾਲ ਕੁਛ ਹੋਰ ਨਹੀਂ ਪੁੱਛਿਆ ਜਾਂਦਾ, ਜੇਕਰ 2 ਚੀਜ਼ਾਂ ਪੁੱਛੀਆਂ ਜਾਂਦੀਆਂ ਤਾਂ ਫਿਰ ਤਾਂ ਭਾਵੇਂ ਨਾ ਟਾਈਮ ਹੋਏ ਤਾਂ ਥੋੜ੍ਹਾ ਜਿਹਾ ਐਕਸਪਲੇਨ ਕਰ ਦਿਓ, ਬਾਕੀ ਪੁਆਇੰਟ ਲਿਖ ਦਿਓ। ਬਾਕੀ ਜੇ ਇਕੱਲਾ ਮਹੱਤਵ ਵੀ ਪੁੱਛਿਆ ਗਿਆ ਫਿਰ ਤਾਂ ਐਕਸਪਲੇਨ ਕਰ ਹੀ ਦਿਓ ਉਹਨੂੰ। ਨੈਕਸਟ ਹੈਗਾ ਜੀ ਆਪਣਾ ਮਾਤ ਭਾਸ਼ਾ ਦੀ ਸਿੱਖਿਆ ਦੇ ਸਥਾਨ, ਅਤੇ ਉਦੋਂ ਬਾਅਦ ਆਪਾਂ ਸੂਤਰ ਪੜ੍ਹਨੇ ਆ। ਸੋ ਇਹ ਆਪਾਂ ਸਟਾਰਟ ਕਰਦੇ ਹਾਂ ਜੀ ਹੁਣ ਮਾਤ ਭਾਸ਼ਾ ਦੀ ਸਿੱਖਿਆ ਸਥਾਨ, ਮਤਲਬ ਕਿ ਮਾਤ ਭਾਸ਼ਾ ਦੀ ਸਿੱਖਿਆ ਦੇਣ ਦੇ ਸਮੇਂ ਕਿਹੜੀਆਂ ਗੱਲਾਂ ਦਾ ਜਿਹੜਾ ਧਿਆਨ ਹੈ ਉਹ ਪੰਜਾਬੀ ਅਧਿਆਪਕ ਨੂੰ ਜਿਹੜਾ ਰੱਖਣਾ ਚਾਹੀਦਾ ਅਧਿਆਪਨ ਕਰਦੇ ਟਾਈਮ। ਫਸਟ ਹੈ ਜੀ ਵਿਅਕਤੀਗਤ ਅੰਤਰ ਦਾ ਸਿਧਾਂਤ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੋਈ ਵੀ 2 ਜਣੇ ਜਿਹੜੇ ਇੱਕੋ ਜਿਹੇ ਨਹੀਂ ਹੋ ਸਕਦੇ। ਹਰ ਇੱਕ ਇਨਸਾਨ ਦੀਆਂ ਰੁਚੀਆਂ ਆਪਣੀਆਂ ਹੋਣਗੀਆਂ, ਉਹਦੇ ਵਿੱਚ ਯੋਗਤਾਵਾਂ ਅਲੱਗ ਹੋਣਗੀਆਂ, ਉਹਦਾ ਬੌਧਿਕ, ਮਾਨਸਿਕ, ਸਰੀਰਕ, ਹੈ ਨਾ, ਹਰ ਇੱਕ ਜਿਹੜਾ ਹੈ ਆਪਾਂ ਪਹਿਲੂ ਤੋਂ ਵੇਖੀਏ ਤਾਂ ਉਹਦੇ ਵਿੱਚ ਜਿਹੜਾ ਅੰਤਰ ਹੈ ਉਹ ਹੋਵੇਗਾ। ਸੋ ਅਧਿਆਪਕ ਦਾ ਹੁਣ ਇੱਥੇ ਕੀ ਫਰਜ਼ ਬਣਦਾ ਹੈ ਕਿ ਵਿਅਕਤੀਗਤ ਅੰਤਰ ਦਾ ਜਿਹੜਾ ਉਹ ਧਿਆਨ ਹੈ ਉਹ ਰੱਖੇ ਅਤੇ ਉਸ ਚੀਜ਼ ਦਾ ਜਿਹੜਾ ਧਿਆਨ ਰੱਖਦੇ ਹੋਏ ਹੀ ਜਿਹੜੀ ਬੱਚਿਆਂ ਨੂੰ ਜਿਹੜੀ ਹੈ ਉਹ ਸਿੱਖਿਆ ਜਿਹੜੀ ਪ੍ਰਦਾਨ ਹੈ ਉਹ ਕਰੇ। ਸੋ ਫਸਟ ਇਹ ਸੀਗਾ ਜੀ ਵਿਅਕਤੀਗਤ ਅੰਤਰ ਦਾ ਸਥਾਨ ਕਿ ਡਿਫਰੈਂਸਿਸ ਨੂੰ ਜਿਹੜਾ ਧਿਆਨ ਦੇ ਵਿੱਚ ਜਿਹੜਾ ਰੱਖਿਆ ਜਾਣਾ ਚਾਹੀਦਾ ਹੈ ਅਧਿਆਪਕ ਦੇ ਦੁਆਰਾ, ਅਤੇ ਉਹਨਾਂ ਦਾ ਧਿਆਨ ਰੱਖ ਕੇ ਬੱਚੇ ਨੂੰ ਜਿਹੜੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ। ਸੋ ਨੈਕਸਟ ਹੈਗਾ ਜੀ ਅਭਿਆਸ ਦਾ ਸਿਧਾਂਤ। ਸੋ ਜੇਕਰ ਆਪਾਂ ਵਿਅਕਤੀਗਤ ਅੰਤਰ ਦਾ ਸਿਧਾਂਤ ਦੀ ਗੱਲ ਕਰੀਏ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਧਿਆਪਕ ਨੂੰ ਵਿਅਕਤੀਗਤ ਅੰਤਰ ਦੇ ਲਈ। ਸੋ ਇਹਦੇ ਵਿੱਚ ਕੀ ਹੈ, ਜਿਹੜਾ ਅਧਿਆਪਕ ਹੈ ਉਹ ਵਿਦਿਆਰਥੀ ਵੱਲ ਜਿਹੜਾ ਵਿਅਕਤੀਗਤ ਜਿਹੜਾ ਹੈ ਉਹ ਧਿਆਨ ਹੈ ਉਹ ਦੇਵੇਗਾ।
ਸੋ ਬੱਚਿਆਂ ਨੂੰ ਜਿਹੜਾ ਸ਼ੁੱਧ ਬੋਲਣ ਤੇ ਸ਼ੁੱਧ ਲਿਖਣ ਲਈ ਉਤਸ਼ਾਹਿਤ ਜਿਹੜਾ ਉਹ ਕਰੇਗਾ, ਹੈ ਨਾ। ਬੱਚਿਆਂ ਵਿੱਚ ਜਿਹੜੀਆਂ ਕੁਦਰਤੀ ਕਮੀਆਂ ਜਿਵੇਂ ਬਬਲਪਨ ਦੂਰ ਕਰਨ ਦੇ ਵਿਸ਼ੇਸ਼ ਅਭਿਆਸ ਦਾ ਯਤਨ ਕਰੇਗਾ ਅਧਿਆਪਕ। ਇਹਦੇ ਲਾਭ ਕੀ ਹੋਣਗੇ? ਸੋ ਬੱਚੇ ਦਾ ਇਹਦੇ ਨਾਲ ਜਿਹੜਾ ਬੱਚੇ ਦਾ ਉਚਾਰਨ ਹੈ ਉਹ ਸ਼ੁੱਧ ਹੋਵੇਗਾ, ਪੜ੍ਹਨ ਰੁਚੀਆਂ ਵਧਣਗੀਆਂ, ਸਿੱਖਣ ਪ੍ਰਕਿਰਿਆ ਵਿੱਚ ਰੁਚੀ ਵਧੇਗੀ, ਯੋਗਤਾ ਦੇ ਆਧਾਰ 'ਤੇ ਸਿੱਖਿਆ ਮਤਲਬ ਕਿ ਬੱਚਾ ਜਿਹੜਾ ਇਹ ਪ੍ਰਾਪਤ ਹੈ ਉਹ ਕਰ ਪਾਵੇਗਾ, ਹੈ। ਬੱਚਿਆਂ ਦੀ ਯੋਗਤਾ ਅਨੁਸਾਰ ਉਹਨੂੰ ਸਹੀ ਜਿਹੜਾ ਮਾਰਗਦਰਸ਼ਨ ਉਹਦਾ ਜਿਹੜਾ ਕੀਤਾ ਜਾਵੇਗਾ ਨਾ, ਸਹੀ ਉਹਨੂੰ ਗਾਈਡੈਂਸ ਜਿਹੜੀ ਅਧਿਆਪਕ ਦੇ ਦੁਆਰਾ ਕੀਤੀ ਜਾਵੇਗੀ। ਨੈਕਸਟ ਹੈ ਜੀ ਅਭਿਆਸ ਦਾ ਸਿਧਾਂਤ। ਸੋ ਅਭਿਆਸ ਦਾ ਸਿਧਾਂਤ ਹੈ ਕਿ ਹਰ ਇੱਕ ਚੀਜ਼ ਜਿਹੜੀ ਆ, ਕੋਈ ਵੀ ਚੀਜ਼ ਆ, ਬੱਚਾ ਉਹ ਪ੍ਰੈਕਟਿਸ ਦੇ ਨਾਲ ਹੀ ਸਿੱਖ ਪਾਉਂਦਾ ਹੈ। ਪ੍ਰੈਕਟਿਸ ਤੋਂ ਜੇਕਰ ਉਹ ਪ੍ਰੈਕਟਿਸ ਨਹੀਂ ਕਰੇਗਾ ਤਾਂ ਉਹਨਾਂ ਚੀਜ਼ਾਂ ਨੂੰ ਉਹ ਜਿਹੜਾ ਭੁੱਲ ਜਾਂਦਾ ਹੈ। ਜੇਕਰ ਉਹ ਪ੍ਰੈਕਟਿਸ ਕਰੇਗਾ ਤਾਂ ਉਹ ਪੂਰੀ ਤਰ੍ਹਾਂ ਨਾਲ ਪਰਿਪੱਕ ਹੋ ਜਾਂਦਾ ਹੈ ਨਾ, ਉਹਦੇ ਵਿੱਚ ਉਸ ਚੀਜ਼ ਨੂੰ ਜਿਹੜਾ ਇਹ ਲੰਮੇ ਟਾਈਮ ਤੱਕ ਜਿਹੜਾ ਯਾਦ ਹੈ ਉਹਨੂੰ ਜਿਹੜਾ ਰੱਖ ਸਕਦਾ ਹੈ, ਹੈ ਨਾ। ਸੋ ਅਭਿਆਸ ਦਾ ਸਿਧਾਂਤ, ਸੋ ਅਭਿਆਸ ਜ਼ਰੂਰ ਜਿਹੜਾ ਬੱਚੇ ਨੂੰ ਉਹ ਕਰਨਾ ਚਾਹੀਦਾ ਹੈ। ਸੋ ਜੇਕਰ ਅਭਿਆਸ ਨਹੀਂ ਕਰੇਗਾ ਤਾਂ ਬੱਚਾ ਜਿਹੜਾ ਜਲਦੀ ਉਹ ਜਿਹੜੀ ਚੀਜ਼ ਹੈ ਉਹ ਭੁੱਲ ਜਾਂਦਾ ਹੈ। ਜੇਕਰ ਐਗਜ਼ਾਮਪਲ ਦੀ ਗੱਲ ਕਰੀਏ ਤਾਂ ਤੈਰਨਾ ਜਿਹੜਾ ਉਹ ਇੱਕ ਕਲਾ ਹੈ ਨਾ। ਤੈਰਨ ਵਿੱਚ ਕਿਸੇ ਵੀ ਵਿਅਕਤੀ ਦੀ ਨਿਪੁੰਨਤਾ ਉਦੋਂ ਹੀ ਹੋ ਸਕਦੀ ਹੈ ਜੇਕਰ ਉਹ ਤੈਰਨ ਦਾ ਅਭਿਆਸ ਜਿਹੜਾ ਕਰੇਗਾ। ਜੇਕਰ ਉਹ ਅਭਿਆਸ ਹੀ ਨਹੀਂ ਕਰੇਗਾ ਤਾਂ ਫਿਰ ਉਹ ਜਿਹੜਾ ਤੈਰ ਨਹੀਂ ਪਾਵੇਗਾ। ਸੋ ਅਭਿਆਸ ਦੇ ਸਿਧਾਂਤ ਦੇ ਲਾਭ ਕੀ ਨੇ? ਵਿਦਿਆਰਥੀ ਵਧੇਰੇ ਜਿਹੜਾ ਕਿਰਿਆਸ਼ੀਲ ਰਹਿੰਦਾ ਇਹਦੇ ਵਿੱਚ। ਸੋ ਪੜ੍ਹਨ ਰੁਚੀਆਂ ਵਿਕਸਿਤ ਹੁੰਦੀਆਂ ਨੇ, ਲਿਖਣ ਦੀ ਆਦਤ ਬੱਚੇ ਦੀ ਵਿਕਸਿਤ ਹੁੰਦੀ ਹੈ। ਸੋ ਯਾਦ ਸ਼ਕਤੀ ਵਿੱਚ ਪਕੇਰਾਪਨ ਆਉਂਦਾ ਹੈ। ਅਧਿਆਪਨ ਉਦੇਸ਼ਾਂ ਦੀ ਜਿਹੜੀ ਪੂਰਤੀ ਹੈ ਉਹ ਹੋ ਪਾਉਂਦੀ ਹੈ। ਘਰ ਦੇ ਵਿਹਲੇ ਸਮੇਂ ਦੀ ਉਪਯੋਗੀ ਵਰਤੋਂ ਹੁੰਦੀ ਹੈ। ਸੋ ਗਿਆਨ ਦੇ ਵਾਧੇ ਵਿੱਚ ਨਿਰੰਤਰ ਜਿਹੜਾ ਵਿਕਾਸ ਹੈ ਉਹ ਹੋਵੇਗਾ। ਸੋ 3rd ਨੰਬਰ 'ਤੇ ਹੈ ਜੀ ਵਿਦਿਆਰਥੀ ਕੇਂਦਰਤਾ ਦਾ ਜਿਹੜਾ ਸਿਧਾਂਤ ਹੈ ਉਹ ਆਪਾਂ ਕਰਦੇ ਹਾਂ। ਸੋ ਵਿਦਿਆਰਥੀ ਕੇਂਦਰਤਾ ਦਾ ਸਿਧਾਂਤ ਦਾ ਅਰਥ ਹੈ ਅਧਿਆਪਨ ਕਾਰਜ ਵਿੱਚ ਵਿਦਿਆਰਥੀ ਦੀਆਂ ਰੁਚੀਆਂ, ਯੋਗਤਾਵਾਂ ਤੇ ਸੀਮਾਵਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ। ਸਿੱਖਿਆ ਨਾ ਤਾਂ ਪੁਸਤਕ ਕੇਂਦਰਿਤ ਹੋਣੀ ਚਾਹੀਦੀ ਹੈ ਤੇ ਨਾ ਹੀ ਅਧਿਆਪਨ ਕੇਂਦਰਿਤ। ਇਹ ਕੇਵਲ ਵਿਦਿਆਰਥੀ ਕੇਂਦਰਿਤ ਹੀ ਹੋਣੀ ਚਾਹੀਦੀ ਹੈ ਤਾਂ ਕਿ ਅਧਿਆਪਕ ਦੇ ਪੜ੍ਹਾਉਣ ਦੇ ਯਤਨਾਂ ਨੂੰ ਜਿਹੜਾ ਸਫਲ ਬਣਾਇਆ ਜਾਵੇ। ਵਿਦਿਆਰਥੀ ਕੇਂਦਰਤਾ ਦਾ ਸਿਧਾਂਤ ਦਾ ਅਰਥ ਹੈ ਜੀ ਕਿ ਜਿਹੜਾ ਵੀ ਬੱਚੇ ਨੂੰ ਸਿਖਾਇਆ ਜਾਵੇ, ਪੜ੍ਹਾਇਆ ਜਾਵੇ, ਉਹ ਵਿਦਿਆਰਥੀ ਦੇ ਆਧਾਰਿਤ ਹੋਣਾ ਚਾਹੀਦਾ, ਵਿਦਿਆਰਥੀ 'ਤੇ ਕੇਂਦਰਿਤ ਹੋਣਾ ਚਾਹੀਦਾ। ਉਹ ਪੁਸਤਕਾਂ 'ਤੇ ਕੇਂਦਰਿਤ ਨਹੀਂ ਹੋਣਾ ਚਾਹੀਦਾ, ਉਹ ਅਧਿਆਪਕ 'ਤੇ ਕੇਂਦਰਿਤ ਨਹੀਂ ਹੋਣਾ ਚਾਹੀਦਾ, ਕਿਉਂਕਿ ਬੱਚੇ ਨੂੰ ਸਿਖਾਇਆ ਜਾਣੀ ਹੈ ਜਿਹੜੀ ਮਾਤ ਭਾਸ਼ਾ। ਸੋ ਮਾਤ ਭਾਸ਼ਾ ਜਿਹੜੀ ਬੱਚੇ ਦੇ ਅਨੁਸਾਰ ਹੀ ਜਿਹੜੀ ਹੋਣੀ ਚਾਹੀਦੀ ਹੈ, ਵਿਦਿਆਰਥੀ ਕੇਂਦਰਿਤ ਹੋਣੀ ਚਾਹੀਦੀ ਹੈ। ਸੋ ਇਹਦੇ ਕੀ ਕੀ ਲਾਭ ਨੇ? ਸੋ ਬੱਚੇ ਦੇ ਮਾਨਸਿਕ ਪੱਧਰ ਨੂੰ ਧਿਆਨ ਵਿੱਚ ਰੱਖ ਕੇ ਜਿਹੜੀ ਸਿੱਖਿਆ ਹੈ ਉਹ ਪ੍ਰਦਾਨ ਕੀਤੀ ਜਾਂਦੀ ਹੈ। ਸੋ ਇਹਦੇ ਵਿੱਚ ਬੱਚੇ ਦਾ ਜਿਹੜਾ ਸਰਵਪੱਖੀ ਜਿਹੜਾ ਵਿਕਾਸ ਹੈ ਉਹ ਹੁੰਦਾ ਹੈ। ਸੋ ਨੈਕਸਟ ਹੈ ਜੀ ਰੁਚੀ ਦਾ ਸਿਧਾਂਤ। ਰੁਚੀ ਮਤਲਬ ਬੱਚੇ ਦੇ ਇੰਟਰਸਟ ਮੁਤਾਬਕ ਜਿਹੜੀ ਹੈ ਸਿੱਖਿਆ ਜਿਹੜੀ ਹੈ ਉਹ ਦਿੱਤੀ ਜਾਣੀ ਚਾਹੀਦੀ ਹੈ। ਸੋ ਸਿੱਖਣ ਦੀ ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਉਸ ਦਾ ਜਿਹੜਾ ਰੌਚਕ ਹੋਣਾ ਬਹੁਤ ਜ਼ਰੂਰੀ ਹੈ। ਇਸ ਨਾਲ ਪਾਠ ਨੀਰਸ ਤੇ ਬੇਰੁਖਾ ਬਣਨ ਤੋਂ ਬਚ ਜਾਂਦਾ ਹੈ। ਸੋ ਜਿਹੜੀ ਵੀ ਸਿੱਖਿਆ ਦਿੱਤੀ ਜਾਵੇ ਅਧਿਆਪਕ ਦੇ ਦੁਆਰਾ ਮਾਤ ਭਾਸ਼ਾ ਦੀ, ਉਹਦੇ ਵਿੱਚ ਜਿਹੜੀ ਰੁਚੀ ਹੋਣੀ ਚਾਹੀਦੀ ਹੈ। ਜੇਕਰ ਇੰਟਰਸਟਿੰਗ ਹੋਵੇਗਾ ਟੌਪਿਕ ਤਾਂ ਬੱਚਾ ਜਿਹੜਾ ਧਿਆਨ ਦੇ ਨਾਲ ਸੁਣੇਗਾ, ਇੰਟਰਸਟ ਲੈ ਕੇ ਉਸ ਚੀਜ਼ ਨੂੰ ਜਿਹੜਾ ਸਮਝੇਗਾ, ਸਿੱਖੇਗਾ। ਪਰ ਜੇਕਰ ਰੁਚੀ ਨਹੀਂ ਹੈਗੀ ਤਾਂ ਫਿਰ ਜਿਹੜਾ ਬੱਚਾ ਹੈ ਉਹ ਨਹੀਂ ਸਿੱਖ ਪਾਵੇਗਾ। ਨੈਕਸਟ ਹੈ ਜੀ ਬੋਲਚਾਲ ਦਾ ਸਿਧਾਂਤ। ਸੋ ਬੋਲਚਾਲ ਦਾ ਸਿਧਾਂਤ ਕੀ ਹੈ ਜੀ? ਬੋਲਚਾਲ ਦਾ ਜਿਹੜਾ ਸਿਧਾਂਤ ਹੈ ਭਾਸ਼ਾ ਸਿੱਖਿਆ ਨੂੰ ਜਿਹੜਾ ਨਿਪੁੰਨਤਾ ਪ੍ਰਦਾਨ ਕਰਦਾ ਹੈ। ਇਸ ਦਾ ਅਭਾਵ ਸਿੱਖਿਆ ਪ੍ਰਣਾਲੀ ਵਿੱਚ ਸਭ ਤੋਂ ਵੱਡਾ ਦੋਸ਼ ਮੰਨਿਆ ਜਾਂਦਾ ਹੈ। ਭਾਸ਼ਾ ਸਿੱਖਿਆ ਵਿੱਚ ਸਭ ਤੋਂ ਪਹਿਲਾ ਕੌਸ਼ਲ ਭਾਸ਼ਾ ਸੁਣ ਕੇ ਬੋਲਣ ਦਾ ਹੁੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਵਿਦਿਆਰਥੀ ਨੂੰ ਵੱਧ ਤੋਂ ਵੱਧ ਮੌਖਿਕ ਕਿਰਿਆਵਾਂ ਜਿਹੜੀਆਂ ਕਰਵਾਈਆਂ ਜਾਣ। ਅਧਿਆਪਕ ਨੂੰ ਵੀ ਪੜ੍ਹਾਉਂਦੇ ਸਮੇਂ ਵਿਦਿਆਰਥੀਆਂ ਨੂੰ ਜਿਹੜੀ ਹੈ ਵੱਧ ਤੋਂ ਵੱਧ ਜਿਹੜਾ ਬੋਲਣ ਦੇ ਜਿਹੜੇ ਮੌਕੇ ਆ ਉਹ ਦਿੱਤੇ ਜਾਣੇ ਚਾਹੀਦੇ ਨੇ। ਸੋ ਇਹ ਬੋਲਚਾਲ ਦਾ ਸਿਧਾਂਤ ਸੀਗਾ ਜੀ। ਇਹ ਨਾ ਹੋਵੇ ਕਿ ਸਿਰਫ ਟੀਚਰ ਹੀ ਪੜ੍ਹਾਈ ਜਾ ਰਿਹਾ ਤੇ ਬੱਚੇ ਨੂੰ ਜਿਹੜਾ ਬੋਲਣ ਦਾ ਜਿਹੜਾ ਮੌਕਾ ਹੈ ਉਹੀ ਨਹੀਂ ਦਿੱਤਾ ਜਾ ਰਿਹਾ। ਸੋ ਬੱਚੇ ਨੂੰ ਬੋਲਣ ਦਾ ਜ਼ਰੂਰ ਜਿਹੜਾ ਮੌਕਾ ਹੈ ਉਹ ਦਿੱਤਾ ਜਾਣਾ ਚਾਹੀਦਾ ਤਾਂ ਜੋ ਬੱਚਾ ਵੀ ਆਪਣੇ ਜਿਹੜੇ ਵਿਚਾਰ ਹੈ ਉਹ ਰੱਖ ਸਕੇ। ਨੈਕਸਟ ਹੈ ਜੀ ਕਿਰਿਆਸ਼ੀਲਤਾ ਦਾ ਸਿਧਾਂਤ। ਸੋ ਕਿਰਿਆਸ਼ੀਲਤਾ ਦਾ ਸਿਧਾਂਤ ਦਾ ਅਰਥ ਹੈ ਵਿਦਿਆਰਥੀ ਨੂੰ ਵੱਖ-ਵੱਖ ਭਾਸ਼ਾਈ ਕਿਰਿਆਵਾਂ ਤੇ ਹੁਨਰਾਂ ਵਿੱਚ ਜਿਹੜਾ ਕਿਰਿਆਸ਼ੀਲ ਜਿਹੜਾ ਰੱਖਣਾ ਚਾਹੀਦਾ ਹੈ। ਸਿੱਖਣ ਦੀ ਪ੍ਰਕਿਰਿਆ ਵਿੱਚ ਬੱਚੇ ਜਿੰਨੇ ਵਧੇਰੇ ਕਿਰਿਆਸ਼ੀਲ ਹੁੰਦੇ ਹਨ ਓਨਾ ਹੀ ਵਧੇਰੇ ਤੇ ਚੰਗੀ ਤਰ੍ਹਾਂ ਜਿਹੜਾ ਸਿੱਖਣਾ ਸੰਭਵ ਹੁੰਦਾ ਹੈ। ਸੋ ਕਿਰਿਆਸ਼ੀਲਤਾ ਦਾ ਸਿਧਾਂਤ ਹੈ ਕਿ ਵਿਦਿਆਰਥੀਆਂ ਨੂੰ ਵੱਖ-ਵੱਖ ਭਾਸ਼ਾਈ ਕਿਰਿਆਵਾਂ ਤੇ ਹੁਨਰਾਂ ਵਿੱਚ ਜਿਹੜਾ ਕਿਰਿਆਸ਼ੀਲ ਰੱਖਣਾ ਚਾਹੀਦਾ ਹੈ। ਸਿੱਖਣ ਦੀ ਪ੍ਰਕਿਰਿਆ ਵਿੱਚ ਬੱਚੇ ਜਿੰਨੇ ਵਧੇਰੇ ਕਿਰਿਆਸ਼ੀਲ ਹੁੰਦੇ ਹਨ ਉਨੀ ਹੀ ਵਧੇਰੇ ਤੇ ਚੰਗੀ ਤਰ੍ਹਾਂ ਸਿੱਖਣਾ ਸੰਭਵ ਹੁੰਦਾ ਹੈ।
ਸੋ 7 ਨੰਬਰ 'ਤੇ ਜੀ ਅਨੁਪਾਤ ਦੇ ਕਰਮ ਦਾ ਜਿਹੜਾ ਸਿਧਾਂਤ ਹੈ ਜੀ। ਸੋ ਭਾਸ਼ਾ ਸਿੱਖਿਆ ਦੀ ਸਿਖਲਾਈ ਦਿੰਦਾ ਇੱਕ ਨਿਸ਼ਚਿਤ ਕਰਮ ਹੁੰਦਾ ਹੈ। ਜਿਵੇਂ ਬੱਚਾ ਸਭ ਤੋਂ ਪਹਿਲਾਂ ਭਾਸ਼ਾ ਨੂੰ ਸੁਣਦਾ ਹੈ, ਫਿਰ ਸਮਝਦਾ ਹੈ, ਫਿਰ ਬੋਲਦਾ ਹੈ ਅਤੇ ਫਿਰ ਪੜ੍ਹਦਾ ਹੈ ਅਤੇ ਅੰਤ ਵਿੱਚ ਲਿਖਣਾ ਸਿੱਖਦਾ ਹੈ। ਇਸ ਸੁਭਾਵਿਕ ਕਰਮ ਤੋਂ ਇਲਾਵਾ ਭਾਸ਼ਾ ਸਿੱਖਿਆ ਵਿੱਚ ਅਨੁਪਾਤਿਕ ਵਿਕਾਸ ਵੱਲ ਵੀ ਜਿਹੜਾ ਧਿਆਨ ਹੈ ਉਹ ਦੇਣਾ ਚਾਹੀਦਾ ਹੈ। ਜੇਕਰ ਅਧਿਆਪਕ ਦੀ ਸਿੱਖਿਆ ਦੇ ਨਤੀਜੇ ਵਜੋਂ ਵਿਦਿਆਰਥੀ ਸਮਝਣ ਦੀ ਯੋਗਤਾ ਤਾਂ ਪ੍ਰਾਪਤ ਕਰ ਲੈਂਦਾ ਹੈ, ਪਰੰਤੂ ਜੇਕਰ ਉਹ ਉਸੇ ਅਨੁਪਾਤ ਨਾਲ ਨਹੀਂ ਬੋਲ ਸਕਦਾ ਜਾਂ ਪੜ੍ਹ ਨਹੀਂ ਸਕਦਾ ਤਾਂ ਸਮਝਿਆ ਜਾਵੇਗਾ ਕਿ ਅਧਿਆਪਕ ਨੇ ਪੜ੍ਹਾਉਂਦੇ ਸਮੇਂ ਅਨੁਪਾਤ ਨੂੰ ਧਿਆਨ ਵਿੱਚ ਨਹੀਂ ਰੱਖਿਆ। ਨੈਕਸਟ ਹੈ ਜੀ ਅਨੁਕਰਨ ਦਾ ਸਿਧਾਂਤ ਹੈ ਜੀ। ਅਨੁਕਰਨ ਬੱਚੇ ਦੀ ਜਿਹੜੀ ਹੈ ਸਹਿ ਸੁਭਾਵਿਕ ਜਿਹੜੀ ਪ੍ਰਕਿਰਤੀ ਹੈ, ਉਸ ਨੂੰ ਅਨੁਕਰਨ ਨਾਲ ਗਿਆਨ ਅਤੇ ਆਨੰਦ ਜਿਹੜਾ ਪ੍ਰਾਪਤ ਹੁੰਦਾ ਹੈ। ਭਾਸ਼ਾ ਸਿੱਖਣ ਲਈ ਵਿਦਿਆਰਥੀ ਇਸੇ ਪ੍ਰਵਿਰਤੀ ਦਾ ਜਿਹੜਾ ਸੰਯੋਗ ਹੈ ਉਹ ਲੈਂਦਾ ਹੈ। ਉਹ ਸ਼ਬਦ ਵਾਕ ਅਰਥਾਤ ਅਨੁਕਰਨ ਦੁਆਰਾ ਸਿੱਖਦਾ ਹੈ। ਸੋ 9 ਨੰਬਰ 'ਤੇ ਹੈ ਜੀ ਸੁਤੰਤਰ ਵਾਤਾਵਰਨ ਦਾ ਜਿਹੜਾ ਸਿਧਾਂਤ। ਸੋ ਸੁਤੰਤਰ ਵਾਤਾਵਰਨ ਦਾ ਵੀ ਜਿਹੜਾ ਹੈ ਨੂੰ ਵੀ ਜਿਹੜਾ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ। ਸੋ ਬੱਚੇ ਦੀ ਆਪਣੇ ਮਾਤਾ ਪਿਤਾ ਅਤੇ ਆਪਣੇ ਆਲੇ ਦੁਆਲੇ ਦੇ ਵਾਤਾਵਰਨ ਨਾਲ ਸਾਂਝ ਮਾਤ ਭਾਸ਼ਾ ਰਾਹੀਂ ਹੀ ਪੈਂਦੀ ਹੈ ਅਤੇ ਮਾਤ ਭਾਸ਼ਾ ਦਾ ਕੌਸ਼ਲ ਜਿਹਾ ਪੌਦਾ ਸੁਤੰਤਰ ਵਾਤਾਵਰਨ ਵਿੱਚ ਰਹਿ ਕੇ ਵੱਧ ਫੁੱਲ ਸਕਦਾ ਹੈ। ਸੋ ਸੁਤੰਤਰ ਵਾਤਾਵਰਨ ਮਿਲੂਗਾ ਬੱਚੇ ਨੂੰ ਤਾਂ ਫਿਰ ਹੀ ਜਿਹੜਾ ਮਾਤ ਭਾਸ਼ਾ ਦਾ ਜਿਹੜਾ ਕੌਸ਼ਲ ਹੈ ਉਹ ਜਿਹੜਾ ਪ੍ਰਫੁੱਲਤ ਹੈ ਉਹ ਹੋ ਸਕਦਾ ਹੈ। ਸੋ ਇਸ ਲਈ ਮਾਤ ਭਾਸ਼ਾ ਬੱਚੇ ਦੀ ਮੁੱਖ ਲੋੜ ਹੈ ਅਤੇ ਬੱਚੇ ਦਾ ਆਰੰਭ ਵੀ ਮਾਤ ਬੋਲੀ ਤੋਂ ਹੀ ਸ਼ੁਰੂ ਹੁੰਦਾ ਹੈ। ਇਸ ਲਈ ਬੱਚੇ ਦੇ ਭਾਸ਼ਾ ਪ੍ਰਗਟਾਵੇ ਵਿੱਚ ਸ਼ੁੱਧਤਾ ਅਤੇ ਸੰਜਮਤਾ ਲਿਆਉਣ ਦੇ ਲਈ ਬੱਚੇ ਨੂੰ ਸੁਤੰਤਰ ਵਾਤਾਵਰਨ ਜਿਹੜਾ ਪ੍ਰਦਾਨ ਹੈ ਉਹ ਕੀਤਾ ਜਾਣਾ ਚਾਹੀਦਾ ਹੈ। ਨੈਕਸਟ ਹੈ ਜੀ ਸੁਭਾਵਿਕਤਾ ਦਾ ਜਿਹੜਾ ਸਿਧਾਂਤ ਹੈ। ਸੋ ਹਰੇਕ ਬੱਚਾ ਜਿਹੜਾ ਜੀ ਉਹ ਸੁਭਾਵਿਕ ਰੂਪ ਵਿੱਚ ਕੁਦਰਤੀ ਢੰਗ ਦੇ ਨਾਲ ਸਿੱਖਦਾ ਹੈ ਅਤੇ ਇਸੇ ਅਨੁਸਾਰ ਉਹ ਆਪਣੇ ਘਰ ਵਿੱਚ ਮਾਤ ਭਾਸ਼ਾ ਸਿੱਖਦਾ ਹੈ। ਇਸ ਸੁਭਾਵਿਕਤਾ ਦੇ ਸਿਧਾਂਤ ਅਨੁਸਾਰ ਪਹਿਲਾਂ ਉਹ ਸੁਣਨਾ ਸਿੱਖਦਾ ਹੈ, ਫਿਰ ਸੁਣੀ ਹੋਈ ਗੱਲ ਨੂੰ ਸਮਝਦਾ ਹੈ, ਫਿਰ ਬੋਲਣਾ ਪੜ੍ਹਨਾ ਅਤੇ ਲਿਖਣਾ ਸਿੱਖਦਾ ਹੈ। ਇਹ ਸਿੱਖਣ ਦਾ ਜਿਹੜਾ ਕੁਦਰਤੀ ਢੰਗ ਹੈ। ਸੋ ਨੈਕਸਟ ਹੈ ਜੀ ਜੀਵਨ ਨਾਲ ਸੰਬੰਧਿਤ ਕਰਨ ਦਾ ਜਿਹੜਾ ਸਿਧਾਂਤ ਹੈ ਜੀ। ਸੋ ਜਿਹੜਾ ਵੀ ਵਿਸ਼ਾ ਮਾਤ ਭਾਸ਼ਾ ਦਾ ਅਧਿਆਪਕ ਪੜ੍ਹਾਉਂਦਾ ਹੈ ਉਸ ਵਿੱਚ ਜਿਹੜੀ ਸ਼ਬਦਾਵਲੀ ਵਰਤੀ ਜਾਂਦੀ ਹੈ ਉਹ ਬੱਚੇ ਦੇ ਜੀਵਨ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਸੰਬੰਧਿਤ ਹੁੰਦੀ ਹੈ ਜੋ ਉਸਨੇ ਪਹਿਲਾਂ ਸੁਣੀ ਹੁੰਦੀ ਹੈ। ਸੋ ਬੱਚਾ ਆਪਣੇ ਹਰ ਪੱਧਰ 'ਤੇ ਆਪਣੇ ਵੱਖਰੇ ਢੰਗ ਨਾਲ ਇੱਕ ਨਵੇਂ ਸੰਸਾਰ ਦੀ ਕਲਪਨਾ ਕਰਨ ਲੱਗਦੇ ਹਨ ਅਤੇ ਉਹ ਉਹਨਾਂ ਵਿਸ਼ਿਆਂ ਦੇ ਕਿਰਿਆਵਾਂ 'ਚ ਵਧੇਰੇ ਰੁਚੀ ਰਹਿਣ ਲੱਗ ਪੈਂਦੇ ਹਨ ਜੋ ਉਹਨਾਂ ਦੇ ਅਸਲੀ ਜੀਵਨ ਨਾਲ ਸੰਬੰਧਿਤ ਹੁੰਦੇ ਹਨ। ਇਸ ਲਈ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਪੜ੍ਹਾਉਣ ਲਈ ਉਹ ਪਾਠ ਸਮੱਗਰੀ ਚੁਣੇ ਜਿਸ ਦਾ ਸੰਬੰਧ ਉਸ ਦੇ ਜੀਵਨ ਨਾਲ ਹੋਵੇ। ਸੋ ਜੀਵਨ ਨਾਲ ਸੰਬੰਧਿਤ ਸਿਧਾਂਤ ਤੋਂ ਬਾਅਦ ਹੈ ਜੀ 12 ਨੰਬਰ 'ਤੇ ਭਾਸ਼ਾ ਦੇ ਹਰੇਕ ਅੰਗ ਵੱਲ ਜਿਹੜਾ ਧਿਆਨ ਦੇਣ ਦਾ ਸਿਧਾਂਤ ਹੈ। ਸੋ ਭਾਸ਼ਾ ਦੇ ਹਰ ਅੰਗ ਵੱਲ ਜਿਹੜਾ ਧਿਆਨ ਹੈ ਉਹ ਦਿੱਤਾ ਜਾਣਾ ਚਾਹੀਦਾ ਹੈ। ਸੋ ਭਾਸ਼ਾ ਅਧਿਆਪਕ ਬੱਚੇ ਦੇ ਭਾਸ਼ਾ ਸਿਖਾਉਣ ਲਈ ਪਾਠ ਭਾਸ਼ਾ ਦੇ 1-2 ਸਫ਼ੇ ਪੜ੍ਹਨ, ਵਿਆਕਰਨ ਦੇ ਨਾਂ ਦੱਸਣ ਅਤੇ ਰਚਨਾ ਲਈ ਕੰਮ ਦੇਣ ਤੋਂ ਬਿਨਾਂ ਆਪਣਾ ਕੁਝ ਕੰਮ ਵੀ ਨਹੀਂ ਸਮਝਦਾ, ਜਿਸ ਕਾਰਨ ਭਾਸ਼ਾ ਦੇ ਸਾਰੇ ਕੰਮਾਂ ਦੀ ਸਿੱਖਿਆ ਅਧੂਰੀ ਰਹਿ ਜਾਂਦੀ ਹੈ। ਸੋ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿ ਸਿਰਫ ਥੋੜ੍ਹਾ ਜਿਹਾ ਜਿਹੜਾ ਗਿਆਨ ਹੈ ਉਹ ਬੱਚੇ ਨੂੰ ਦਿੱਤਾ ਅਤੇ ਬਾਕੀ ਨਹੀਂ ਦਿੱਤਾ। ਅਧਿਆਪਕ ਨੂੰ ਜਿਹੜਾ ਪੂਰਾ ਜਿਹੜਾ ਧਿਆਨ ਹੈ ਉਹ ਦਿੱਤਾ ਜਾਣਾ ਚਾਹੀਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਧਿਆਨ ਰੱਖਿਆ ਜਾਣਾ ਚਾਹੀਦਾ। ਪ੍ਰੋਪਰ ਜਿਹੜਾ ਗਿਆਨ ਹੈ ਉਹ ਬੱਚੇ ਨੂੰ ਦਿੱਤਾ ਜਾਣਾ ਚਾਹੀਦਾ ਹੈ। ਨੈਕਸਟ ਹੈ ਜੀ ਸਹਾਇਕ ਸਾਧਨਾਂ ਦੀ ਵਰਤੋਂ ਦਾ ਸਿਧਾਂਤ। ਸੋ ਪੁਆਇੰਟ ਹੀ ਹੋਈ ਬਹੁਤ ਜ਼ਿਆਦਾ ਨੇ, ਹਜੇ ਸੂਤਰ ਵੀ ਰਹਿੰਦੇ ਨੇ। ਸੋ ਆਪਾਂ ਆ ਗਏ ਹਾਂ ਜੀ ਸਹਾਇਕ ਸਾਧਨਾਂ ਦੀ ਵਰਤੋਂ ਦਾ ਸਿਧਾਂਤ ਹੈ ਜੀ। ਸੋ ਦੇਖਣ ਸੁਣਨ ਸਹਾਇਕ ਸਾਧਨ ਦਾ ਸਿਧਾਂਤ ਜਿਹੜਾ ਭਾਸ਼ਾ ਨੂੰ ਸਿਖਾਉਣ ਵਿੱਚ ਪ੍ਰਵੀਨਤਾ ਲਿਆਉਂਦਾ ਹੈ। ਸੋ ਆਪਣੇ ਜਿਹੜੇ ਸਹਾਇਕ ਸਾਧਨ ਹੈ ਉਹਨਾਂ ਦੀ ਲੋੜ ਵੀ ਪੈਂਦੀ ਹੈ, ਜਿਵੇਂ ਤਸਵੀਰਾਂ, ਮਾਡਲ, ਹੈ ਨਾ, ਕਾਰਟੂਨ, ਰੇਡੀਓ, ਗ੍ਰਾਮੋਫੋਨ, ਟੇਪ ਰਿਕਾਰਡਰ। ਸੋ ਇਹ ਸਾਰੇ ਕੁਝ ਕਿੰਨੇ ਪ੍ਰਭਾਵਸ਼ਾਲੀ ਬਣਾਉਂਦੇ ਨੇ ਮਾਤ ਭਾਸ਼ਾ ਸਿੱਖਿਆ ਨੂੰ। ਸੋ ਇਹਨਾਂ ਦੀ ਜਿਹੜੀ ਵਰਤੋਂ ਵੀ ਕਰਨੀ ਚਾਹੀਦੀ ਹੈ। ਨੈਕਸਟ ਹੈ ਜੀ ਪ੍ਰਗਟਾਓ ਵਿੱਚ ਪਰਿਪੱਕਤਾ ਦਾ ਜਿਹੜਾ ਸਿਧਾਂਤ ਹੈ ਜੀ। ਸੋ ਆਮ ਤੌਰ 'ਤੇ ਇਹ ਦੇਖਣ ਵਿੱਚ ਆਉਂਦਾ ਕਿ ਕੁਝ ਵਿਦਿਆਰਥੀ ਘਰ ਤੋਂ ਪ੍ਰਾਪਤ ਭਾਸ਼ਾ ਪ੍ਰਗਟਾਓ ਸੰਬੰਧੀ ਅਸ਼ੁੱਧੀਆਂ ਨਾਲ ਲੈ ਕੇ ਜਮਾਤ ਵਿੱਚ ਪੜ੍ਹਨ। ਸੋ ਪ੍ਰਗਟਾਓ ਕੁਝ ਜਿਹੜੇ ਬੱਚੇ ਹੁੰਦੇ ਆ ਸੋ ਉਹ ਘਰੋਂ ਬਹੁਤ ਸਾਰੀ ਜਿਹੜੀ ਭਾਸ਼ਾ ਉਹ ਸਿੱਖ ਲਿਆਉਂਦੇ ਨੇ, ਹੈ ਨਾ। ਤਾਂ ਸਕੂਲ ਦੇ ਵਿੱਚ ਕੀ ਫਰਜ਼ ਬਣਦਾ ਅਧਿਆਪਕ ਦਾ ਕਿ ਉਹ ਬੱਚੇ ਨੂੰ ਜਿਹੜਾ ਸਹੀ ਗਾਈਡ ਕਰਨ, ਉਹਦੀ ਜਿਹੜੀ ਭਾਸ਼ਾ ਦੇ ਵਿੱਚ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਦੂਰ ਕਰਨ ਅਤੇ ਉਹਨਾਂ ਨੂੰ ਸਹੀ ਹੀ ਜਿਹੜੀ ਭਾਸ਼ਾ ਹੈ ਉਹ ਸਿਖਾਉਣ। ਨੈਕਸਟ ਹੈ ਜੀ ਤਸ਼ਖੀਸ ਅਤੇ ਉਪਚਾਰ ਦਾ ਸਿਧਾਂਤ ਹੈ। ਸੋ ਤਸ਼ਖੀਸ ਅਤੇ ਉਪਚਾਰ ਦਾ ਸਿਧਾਂਤ ਦਾ ਅਰਥ ਹੈ ਕਿ ਅਧਿਆਪਕ ਬੱਚੇ ਦੀਆਂ ਭਾਸ਼ਾਵਾਂ ਸੰਬੰਧੀ ਮੁਸ਼ਕਲਾਂ ਅਤੇ ਸਮੱਸਿਆ ਬਾਰੇ ਤਸ਼ਖੀਸ ਕਰੇ ਅਤੇ ਫਿਰ ਉਹਨਾਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਸੁਝਾਅ ਜਾਂ ਉਪਚਾਰ ਵੀ ਦੇਵੇ।
ਨੈਕਸਟ ਸਾਡੇ 60 ਨੰਬਰ ਤੇ ਆ ਜੀ ਪਾਠ ਸਮੱਗਰੀ ਦਾ ਸਿਧਾਂਤ ਹੈ। ਸੋ ਪਾਠ ਸਮੱਗਰੀ ਦਾ ਸਿਧਾਂਤ ਸੋ ਨੈਕਸਟ ਹੈਗਾ ਜੀ ਸੋ ਪਾਠ ਸਮੱਗਰੀ ਨੂੰ ਜਿਹੜਾ ਧਿਆਨ ਦੇ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਸੋ ਬੱਚੇ ਦੀ ਉਮਰ ਦੇ ਮੁਤਾਬਕ ਬੱਚੇ ਦੇ ਸਿਲੇਬਸ ਦੇ ਮੁਤਾਬਕ ਉਹਨੂੰ ਜਿਹੜੀ ਸਿੱਖਿਆ ਉਹ ਦਿੱਤੀ ਜਾਣੀ ਚਾਹੀਦੀ ਹੈ। ਇਹ ਨਾ ਹੋਵੇ ਕਿ ਬੱਚਾ ਛੋਟਾ ਹੈ ਤੇ ਉਹਨੂੰ ਜਿਹੜਾ ਸਿੱਖਿਆ ਉਹਨੂੰ ਵੱਡੇ ਲੈਵਲ ਦੀ ਦਿੱਤੀ ਜਾ ਰਹੀ ਹੈ। ਸੋ ਅਜਿਹਾ ਨਹੀਂ ਹੋਣਾ ਚਾਹੀਦਾ। ਨੈਕਸਟ ਹੈ ਜੀ ਮੌਖਿਕ ਕਾਰਜ ਦਾ ਸਿਧਾਂਤ। ਸੋ ਬੱਚੇ ਦੇ ਭਾਸ਼ਾ ਸਿੱਖਣ ਦੇ ਵੱਖ-ਵੱਖ ਪੱਧਰ ਹਨ ਜਿਨ੍ਹਾਂ ਦੇ ਵਿੱਚ ਉਹ ਗੁਜ਼ਰਦਾ ਹੈ ਤੇ ਭਾਸ਼ਾ ਸਿੱਖਦਾ ਹੈ। ਤੁਹਾਨੂੰ ਜਿਵੇਂ ਪਤਾ ਹੀ ਹੈ। ਸੋ ਜਿਵੇਂ ਪਹਿਲਾਂ ਸੁਣਨਾ ਸਿੱਖਦਾ ਹੈ, ਫਿਰ ਸੁਣੀ ਹੋਈ ਗੱਲ ਨੂੰ ਸਮਝਦਾ ਹੈ, ਫਿਰ ਬੱਚਾ ਬੋਲਦਾ ਤੇ ਫਿਰ ਲਿਖਦਾ ਹੈ। ਤੇ ਸੋ ਇੱਥੇ ਜਿਹੜਾ ਪੁਆਇੰਟ ਸੀ ਨਾ ਜੀ ਇਹ ਗਲਤ ਹੈ ਲਿਖਿਆ। 70 ਨੰਬਰ ਤੇ ਪੁਆਇੰਟ ਕਰ ਲਓ। ਲਿਖਣ ਤੋਂ ਪਹਿਲਾਂ ਮੌਖਿਕ ਕਾਰਜ ਦਾ ਸਿਧਾਂਤ। ਸੋ ਲਿਖਣ ਤੋਂ ਪਹਿਲਾਂ ਜਿਹੜਾ ਇਹ ਨਾ ਹੋਵੇ ਬੱਚੇ ਨੂੰ ਸਿੱਧਾ ਲਿਖਣਾ ਹੀ ਜਿਹੜਾ ਸਿਖਾਇਆ ਜਾਵੇ। ਦੁਬਾਰਾ ਮੈਂ ਫਿਰ ਰਿਪੀਟ ਕਰ ਦਿੰਦੀ ਹਾਂ ਜੀ। ਲਿਖਣਾ 17 ਨੰਬਰ ਤੇ ਤੁਸੀਂ ਲਿਖਣ ਤੋਂ ਪਹਿਲਾਂ ਬਸ ਉਹਦੇ ਅੱਗੇ ਤੁਸੀਂ ਲਿਖ ਦਿਓ ਲਿਖਣ ਤੋਂ ਪਹਿਲਾਂ ਲਿਖ ਕੇ ਨਾ ਉਸ ਤੋਂ ਬਾਅਦ ਆ ਜਾਊਗਾ ਕਿ ਮੌਖਿਕ ਕਾਰਜ ਦਾ ਸਿਧਾਂਤ। ਪਿੱਛੇ ਉਹੀ ਲਾਈਨ ਲਿਖ ਦਿਓ ਲਿਖਣ ਤੋਂ ਪਹਿਲਾਂ ਮੌਖਿਕ ਕਾਰਜ ਦਾ ਸਿਧਾਂਤ। ਠੀਕ ਹੈ। ਇਹ ਨਾ ਹੋਵੇ ਕਿ ਬੱਚੇ ਨੂੰ ਛੋਟਾ ਬੱਚਾ ਤੇ ਉਹਨੂੰ ਪਹਿਲਾਂ ਲਿਖਣਾ ਹੀ ਸਟਾਰਟ ਕਰਵਾ ਦਿੱਤਾ ਹੈ ਨਾ। ਪਹਿਲਾਂ ਮੌਖਿਕ ਕਾਰਜ ਆਵੇਗਾ। ਪਹਿਲਾਂ ਉਹਨੂੰ ਜਿਹੜਾ ਮਤਲਬ ਕਿ ਉਹਨੂੰ ਮੌਖਿਕ ਕਾਰਜ ਕੀਤਾ ਜਾਵੇਗਾ। ਉਸ ਤੋਂ ਬਾਅਦ ਉਹਨੂੰ ਲਿਖਣਾ ਜਿਹੜਾ ਸਿਖਾਇਆ ਜਾਵੇਗਾ। ਨੈਕਸਟ ਹੈ ਜੀ 80 ਨੰਬਰ ਤੇ ਆ ਸੁਮੇਲਤਾ ਦਾ ਸਿਧਾਂਤ। ਸੁਮੇਲਤਾ ਦਾ ਸਿਧਾਂਤ। ਸੋ ਲਿਖਣ ਅਤੇ ਬੋਲਣ ਵਿੱਚ ਜਿਹੜਾ ਸੁਮੇਲਤਾ ਦਾ ਸਿਧਾਂਤ ਹੈ। ਸੋ ਲਿਖਣ ਅਤੇ ਬੋਲਣ ਦੇ ਵਿੱਚ ਜਿਹੜੀ ਸੁਮੇਲਤਾ ਹੈ ਉਹ ਹੋਣੀ ਚਾਹੀਦੀ ਹੈ। ਸੋ ਸੁਮੇਲਤਾ ਦੇ ਸਿਧਾਂਤ ਵਿੱਚ ਕੀ ਹੈ ਕਿ ਲਿਖਣ ਅਤੇ ਬੋਲਣ ਦੇ ਵਿੱਚ ਜਿਹੜੀ ਸੁਮੇਲਤਾ ਹੈ ਉਹ ਹੋਣੀ ਚਾਹੀਦੀ ਹੈ। 90 ਨੰਬਰ ਤੇ ਹੈ ਜੀ ਚੋਣ ਅਤੇ ਵੰਡ ਦਾ ਸਿਧਾਂਤ। ਸੋ ਭਾਸ਼ਾ ਸਿੱਖਿਆ ਦੇ ਅਨੇਕਾਂ ਉਦੇਸ਼ ਹਨ ਤੇ ਇਹਨਾਂ ਉਦੇਸ਼ਾਂ ਦੇ ਆਧਾਰ ਤੇ ਹੋਣ ਵਾਲੇ ਵਿਵਹਾਰ ਪਰਿਵਰਤਨ ਵੀ ਅਨੇਕਾਂ ਪ੍ਰਕਾਰ ਦੇ ਹਨ। ਸੋ ਇਹਨਾਂ ਸਾਰੇ ਉਦੇਸ਼ਾਂ ਨੂੰ ਇਕੱਠੇ ਇੱਕੋ ਸਮੇਂ ਲੈ ਕੇ ਸਿੱਖਿਆ ਨਹੀਂ ਦਿੱਤੀ ਜਾ ਸਕਦੀ। ਇਸ ਲਈ ਉਹਨਾਂ ਦੀ ਚੋਣ ਤੇ ਵੰਡ ਕਰ ਲੈਣੀ ਚਾਹੀਦੀ ਹੈ। ਨੈਕਸਟ ਹੈ ਜੀ 20 ਤੇ ਹੈ ਜੀ ਅਭਿਪ੍ਰੇਰਨਾ ਦਾ ਸਿਧਾਂਤ। ਸੋ ਅਭਿਪ੍ਰੇਰਨਾ ਬੱਚੇ ਨੂੰ ਕਿਸੇ ਵੀ ਕੰਮ ਨੂੰ ਕਰਨ ਲਈ ਜਿਹੜੀ ਉਤਸ਼ਾਹ ਹੈ ਉਹ ਦਿੰਦੀ ਹੈ। ਸੋ ਅਭਿਪ੍ਰੇਰਨਾ ਬੱਚੇ ਨੂੰ ਕਿਸੇ ਵੀ ਕੰਮ ਨੂੰ ਕਰਨ ਲਈ ਉਤਸ਼ਾਹ ਦਿੰਦੀ ਹੈ। ਇਹ ਵਿਅਕਤੀ ਦੀ ਅੰਦਰੂਨੀ ਸਥਿਤੀ ਹੁੰਦੀ ਹੈ। ਸਿੱਖਣ ਦੀ ਪ੍ਰਕਿਰਿਆ ਦਾ ਸਭ ਤੋਂ ਮਹੱਤਵਪੂਰਨ ਤੱਤ ਜਿਹੜਾ ਅਭਿਪ੍ਰੇਰਨਾ ਹੈ। ਜਦੋਂ ਬੱਚੇ ਨੂੰ ਕੁਝ ਸਿਖਾਉਣਾ ਹੋਵੇ ਤਾਂ ਅਧਿਆਪਕ ਵੱਲੋਂ ਉਸ ਨੂੰ ਅਭਿਪ੍ਰੇਰਿਤ ਕਰਨਾ ਬਹੁਤ ਜ਼ਰੂਰੀ ਹੈ। ਨਾਲ ਉਹ ਆਪਣੇ ਕੰਮ ਪ੍ਰਤੀ ਉਤਸ਼ਾਹਿਤ ਹੋ ਕੇ ਜਿਹੜਾ ਕਿਰਿਆਸ਼ੀਲ ਉਹ ਹੋ ਜਾਂਦਾ ਹੈ। ਸੋ ਇਹ ਹੈਗਾ ਜੀ ਅਭਿਪ੍ਰੇਰਨਾ ਦਾ ਸਿਧਾਂਤ। ਸੋ ਇਹ ਹੋ ਗਿਆ ਜੀ ਆਪਣੇ ਸਿਧਾਂਤ ਹੋ ਗਏ। ਤਾਂ ਹੁਣ ਆਪਾਂ ਸੂਤਰ ਜਿਹੜੇ ਉਹ ਸਟਾਰਟ ਕਰ ਦਿੰਦੇ ਹਾਂ। ਆਪਣੀ 1 ਘੰਟੇ ਦੀ ਜਿਹੜੀ ਵੀਡੀਓ ਤਾਂ ਉਹ ਤਾਂ ਬਣੇਗੀ ਹੀ ਹੁਣ ਕਿਉਂਕਿ ਪੁਆਇੰਟ ਹੀ ਬਹੁਤ ਜ਼ਿਆਦਾ ਨੇ। ਟੌਪਿਕ ਵੀ ਬਹੁਤ ਜ਼ਿਆਦਾ ਸੀ ਇਹਦੇ ਵਿੱਚ। ਸੋ ਮਾਤ ਭਾਸ਼ਾ ਦੀ ਸਿੱਖਿਆ ਦੇ ਸੂਤਰ ਸਟਾਰਟ ਕਰਦੇ ਹਾਂ। ਆਪਾਂ ਜ਼ਿਆਦਾ ਟਾਈਮ ਨਹੀਂ ਲਾਉਂਦੇ। ਭਾਸ਼ਾ ਦੀ ਸਿੱਖਿਆ ਦੇਣ ਲਈ ਭਾਸ਼ਾ ਦੇ ਅਧਿਆਪਕ ਨੂੰ ਅਧਿਆਪਨ ਦੌਰਾਨ ਸਿੱਖਿਆ ਸੂਤਰਾਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ। ਸੋ ਇਹ ਸਿੱਖਿਆ ਸੂਤਰ ਹੈ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ। ਜਦੋਂ ਵੀ ਇੱਕ ਭਾਸ਼ਾ ਅਧਿਆਪਕ ਅਧਿਆਪਨ ਕਰਦਾ ਹੈ ਕਲਾਸ ਦੇ ਵਿੱਚ ਬੱਚੇ ਨੂੰ ਪੜ੍ਹਾਉਂਦਾ ਹੈ ਭਾਸ਼ਾ ਸਿਖਾਉਂਦਾ ਹੈ। ਸੋ ਭਾਸ਼ਾ ਦੀ ਸਿੱਖਿਆ ਦੇਣ ਲਈ ਭਾਸ਼ਾ ਦੇ ਅਧਿਆਪਕ ਨੂੰ ਅਧਿਆਪਨ ਦੌਰਾਨ ਸਿੱਖਿਆ ਸੂਤਰਾਂ ਨੂੰ ਜਿਹੜਾ ਧਿਆਨ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਭਾਸ਼ਾ ਦੇ ਅਧਿਆਪਨ ਨੂੰ ਜਿਹੜਾ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ। ਇਹ ਸਿੱਖਿਆ ਸੂਤਰ ਅਜਿਹੇ ਸਿੱਖਿਆ ਗੁਰੂ ਹਨ ਜੋ ਹਰ ਦੇਸ਼ ਤੇ ਸਥਿਤੀ ਵਿੱਚ ਜਿਹੜੇ ਸਫਲ ਹੈ ਉਹ ਹੁੰਦੇ ਹਨ। ਇਹ ਸਿੱਖਿਆ ਸੂਤਰ ਦਾ ਪ੍ਰਬੰਧ ਇਸ ਪ੍ਰਕਾਰ ਹੋਣਾ ਚਾਹੀਦਾ ਹੈ ਕਿ ਇਹ ਵਿਦਿਆਰਥੀ ਦੀ ਸਿੱਖਣ ਵਿੱਚ ਜਿਹੜੀ ਰੁਚੀ ਹੈ ਉਹ ਉਤਪੰਨ ਕਰ ਸਕਣ। ਸੋ ਸਿੱਖਿਆ ਸੂਤਰ ਤੁਹਾਡੇ ਸਕਰੀਨ ਤੇ ਹੈ ਜੀ। ਫਸਟ ਹੈ ਜੀ ਗਿਆਤ ਤੋਂ ਅਗਿਆਤ ਵੱਲ ਹੋਣਾ ਚਾਹੀਦਾ ਹੈ। ਮਤਲਬ ਕਿ ਅਧਿਆਪਕ ਨੇ ਜਦੋਂ ਵੀ ਕੋਈ ਨਵਾਂ ਜਿਹੜਾ ਗਿਆਨ ਹੈ ਉਹ ਦੇਣਾ ਤੇ ਸਭ ਤੋਂ ਪਹਿਲਾਂ ਉਹਨੂੰ ਜਿਹੜੀ ਆ ਕੇ ਜਿਹੜੀ ਟੈਸਟਿੰਗ ਆਪਾਂ ਜਿਹਨੂੰ ਬੋਲਦੇ ਹਾਂ ਨਾ ਉਹਦਾ ਪੂਰਵ ਗਿਆਨ ਉਹਨੂੰ ਪਹਿਲਾਂ ਕਿੰਨੀ ਨੌਲੇਜ ਆ ਉਸ ਚੀਜ਼ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਸੋ ਉਸ ਜਿਹੜੀ ਉਹਨੂੰ ਨੌਲੇਜ ਹੈ ਸੋ ਜਿੰਨੀ ਨੌਲੇਜ ਆ ਉਸ ਤੋਂ ਅੱਗੇ ਦੀ ਜਿਹੜੀ ਜਾਣਕਾਰੀ ਉਹ ਜਿਹੜੀ ਬੱਚੇ ਨੂੰ ਜਿਹੜੀ ਦਿੱਤੀ ਜਾਣੀ ਚਾਹੀਦੀ ਹੈ। ਉੱਥੋਂ ਜਿਹੜਾ ਵਿਸ਼ੇ ਦਾ ਜਿਹੜਾ ਗਿਆਨ ਹੈ ਉਹਨੂੰ ਜਿਹੜਾ ਬੱਚੇ ਨੂੰ ਜਿਹੜਾ ਦੇਣਾ ਚਾਹੀਦਾ ਹੈ। ਬਾਕੀ ਜੇ ਤੁਸੀਂ ਚਾਹੁੰਦੇ ਹੋ ਤਾਂ ਮੈਂ ਰੀਡ ਕਰ ਦੇਣੀ ਹਾਂ ਜੀ। ਅਧਿਆਪਕ ਨੂੰ ਕੋਈ ਨਵਾਂ ਗਿਆਨ ਦੇਣ ਤੋਂ ਪਹਿਲਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਬੱਚੇ ਨੂੰ ਪਹਿਲਾਂ ਕੀ ਆਉਂਦਾ ਹੈ। ਇਸ ਲਈ ਅਸੀਂ ਪੂਰਵ ਗਿਆਨ ਪ੍ਰੀਖਿਆ ਨੂੰ ਆਧਾਰ ਬਣਾ ਕੇ ਬੱਚਿਆਂ ਕੋਲੋਂ ਜਾਣਕਾਰੀ ਹਾਸਲ ਕਰ ਸਕਦੇ ਹਾਂ ਅਤੇ ਉਸੇ ਦੇ ਆਧਾਰ 'ਤੇ ਬੱਚੇ ਨੂੰ ਨਵੇਂ ਵਿਸ਼ੇ ਦਾ ਗਿਆਨ ਦੇਣਾ ਚਾਹੀਦਾ ਹੈ ਜਿਸ ਤੋਂ ਉਹ ਜਾਣੂ ਨਹੀਂ ਹੈ। ਇਸ ਗਿਆਤ ਬਾਰੇ ਪੁੱਛੇ ਗਏ ਪ੍ਰਸ਼ਨ ਬੱਚਿਆਂ ਨੂੰ ਅਗਿਆਤ ਗਿਆਨ ਨੂੰ ਜਾਣਨ ਬਾਰੇ ਉਕਸਾਉਂਦੇ ਹਨ। ਉਦਾਹਰਨ ਐਗਜ਼ਾਮਪਲ ਦੀ ਜੇਕਰ ਗੱਲ ਕਰਾਂ ਤੇ
ਜੇਕਰ ਬੱਚੇ ਨੂੰ ਪੜਨਾਮ ਬਾਰੇ ਜਾਣਕਾਰੀ ਦੇਣੀ ਹੈ ਤਾਂ ਪਹਿਲਾਂ ਉਸ ਤੋਂ ਨਾਮ ਬਾਰੇ ਪੜ੍ਹਾਇਆ ਜਾਵੇ, ਫਿਰ ਉਸ ਨੂੰ ਆਧਾਰ ਬਣਾ ਕੇ ਪੜਨਾਮ ਬਾਰੇ ਜਿਹੜੀ ਜਾਣਕਾਰੀ ਉਹ ਦਿੱਤੀ ਜਾਣੀ ਚਾਹੀਦੀ ਹੈ। ਜੇਕਰ ਸੈਕਿੰਡ ਐਗਜ਼ਾਮਪਲ ਹੈ ਜੀ ਜਿਹੜੀ, ਜੇਕਰ ਬੱਚੇ ਨੂੰ ਤਾਜ ਮਹਿਲ ਬਾਰੇ ਪੜ੍ਹਾਉਣਾ ਹੈ ਤਾਂ ਪਹਿਲਾਂ ਉਹਨੂੰ ਜਿਹੜੀ ਸ਼ਾਹਜਹਾਂ ਬਾਰੇ ਜਿਹੜੀ ਜਾਣਕਾਰੀ ਉਹ ਦੇਣੀ ਜ਼ਰੂਰੀ ਆ। ਸੋ ਗਿਆਤ ਤੋਂ ਅਗਿਆਤ ਵੱਲ ਜਿਹੜਾ ਲਿਜਾਣਾ ਜਿਹੜਾ ਚਾਹੀਦਾ ਹੈ। ਸੋ ਉਹਦੀ ਜਿਹੜੀ ਆ ਪ੍ਰੀਵੀਅਸ ਨੌਲੇਜ ਨੂੰ ਜਿਹੜਾ ਧਿਆਨ ਦੇ ਵਿੱਚ ਵੀ ਜਿਹੜਾ ਰੱਖਣਾ ਚਾਹੀਦਾ ਹੈ। ਸੋ ਨੈਕਸਟ ਹੈ ਜੀ ਸੌਖੇ ਤੋਂ ਔਖੇ ਵੱਲ। ਪਹਿਲਾਂ ਬੱਚੇ ਨੂੰ ਸੌਖਾ ਪੜ੍ਹਾਇਆ ਜਾਣਾ ਚਾਹੀਦਾ, ਫਿਰ ਔਖਾ। ਇਹ ਨਾ ਹੋਵੇ ਕਿ ਪਹਿਲਾਂ ਬੱਚੇ ਨੂੰ ਔਖਾ ਪੜ੍ਹਾ ਦਿੱਤਾ ਜਾਵੇ ਬਾਅਦ ਵਿੱਚ ਸੌਖਾ, ਇਹ ਗਲਤ ਹੈ। ਪਹਿਲਾਂ ਬੱਚੇ ਨੂੰ ਜਿਹੜਾ ਸੌਖਾ ਪੜ੍ਹਾਇਆ ਜਾਵੇ, ਠੀਕ ਆ, ਸੌਖੀ ਜਾਣਕਾਰੀ ਦਿੱਤੀ ਜਾਵੇ ਅਤੇ ਹੌਲੀ ਹੌਲੀ ਉਹਦੀ ਜਿਹੜਾ ਲੈਵਲ ਹੈ ਉਹ ਜਿਹੜਾ ਔਖਾ ਕੀਤਾ ਜਾਵੇ। ਸੋ ਉਦਾਹਰਨ ਦੇ ਤੌਰ 'ਤੇ ਜੀ ਭਾਸ਼ਾ ਅਧਿਆਪਕ ਨੂੰ ਪਹਿਲਾਂ ਬੱਚੇ ਨੂੰ ਅੱਖਰਾਂ ਦਾ ਗਿਆਨ, ਫਿਰ ਸ਼ਬਦਾਂ ਦਾ ਗਿਆਨ, ਫਿਰ ਵਾਕਾਂ ਦਾ ਗਿਆਨ ਦੇਣਾ ਚਾਹੀਦਾ ਹੈ ਅਤੇ ਇਸ ਤੋਂ ਬਾਅਦ ਵਾਕਾਂ ਦੀਆਂ ਭਿੰਨ ਭਿੰਨ ਕਿਸਮਾਂ ਜਿਵੇਂ ਸਧਾਰਨ ਵਾਕ, ਸੰਯੁਕਤ ਵਾਕ, ਮਿਸ਼ਰਤ ਵਾਕ ਅਤੇ ਵਾਕਾਂ ਬਾਰੇ ਜਿਹੜੀ ਜਾਣਕਾਰੀ ਆ ਉਹ ਦੇਣੀ ਚਾਹੀਦੀ ਹੈ। ਨੈਕਸਟ ਹੈ ਜੀ ਖਾਸ ਤੋਂ ਆਮ ਵੱਲ। ਸੋ ਖਾਸ ਤੋਂ ਆਮ ਵੱਲ ਕੀ ਹੈ ਜੀ? ਸੋ ਆਮ ਤੱਤਾਂ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਤਾਂ ਆਮ ਤੱਤਾਂ ਨਾਲੋਂ ਖਾਸ ਤੱਤ ਗ੍ਰਹਿਣ ਕਰਨੇ ਜਿਹੜੇ ਸੌਖੇ ਹੁੰਦੇ ਹਨ। ਇਸ ਲਈ ਖਾਸ ਤੱਤ ਅਤੇ ਉਦਾਹਰਨਾਂ ਵਿਦਿਆਰਥੀ ਸਾਹਮਣੇ ਜਿਹੜੀਆਂ ਪਹਿਲਾਂ ਰੱਖੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਬਾਅਦ ਵਿੱਚ ਉਹਨਾਂ ਨੂੰ ਆਮ ਤੱਤਾਂ ਜਾਂ ਸਿਧਾਂਤਾਂ ਦੀ ਜਿਹੜੀ ਜਾਣਕਾਰੀ ਹੈ ਉਹ ਦਿੱਤੀ ਜਾਣੀ ਚਾਹੀਦੀ ਹੈ। ਪਹਿਲਾਂ ਖਾਸ ਤੱਤ ਫਿਰ ਆਮ। ਸੋ ਉਦਾਹਰਨ ਦੇ ਤੌਰ 'ਤੇ ਵਿਦਿਆਰਥੀ ਨੂੰ ਆਪਣੇ ਆਲੇ ਦੁਆਲੇ ਸੰਬੰਧੀ ਲੇਖ ਕਰਾਉਣ ਲੱਗਿਆ ਪਹਿਲਾਂ ਉਸ ਨੂੰ ਆਸ-ਪਾਸ ਦੇ ਵਾਤਾਵਰਨ ਵਿੱਚ ਖਾਸ ਮਹੱਤਵ ਰੱਖਦੇ ਵਿਸ਼ਿਆਂ ਨੂੰ ਜਿਹੜਾ ਛੂਹਣਾ ਚਾਹੀਦਾ ਹੈ, ਜਿਵੇਂ ਕਿ ਮੇਰਾ ਘਰ, ਮੇਰਾ ਸਕੂਲ ਆਦਿ, ਅਤੇ ਫਿਰ ਇਸੇ ਆਧਾਰ 'ਤੇ ਸਮਾਜਿਕ ਵਾਤਾਵਰਨ ਨੂੰ ਜਿਹੜਾ ਛੂਹਿਆ ਉਹ ਜਾ ਸਕਦਾ ਹੈ। ਸੋ ਨੈਕਸਟ ਹੈ ਜੀ ਮੂਰਤ ਤੋਂ ਅਮੂਰਤ ਦੇ ਵੱਲ। ਸੋ ਇੱਥੇ ਕੀ ਹੈ ਜੀ, ਬੱਚੇ ਨੂੰ ਜਿਹੜੀਆਂ ਚੀਜ਼ਾਂ ਜਿਹੜੀਆਂ ਦਿਖਾ ਕੇ, ਠੀਕ ਹੈ, ਉਹਨਾਂ ਤੋਂ ਉਹਨਾਂ ਨੂੰ ਜਾਣਕਾਰੀ ਦੇ ਕੇ ਫਿਰ ਉਹਨਾਂ ਨੂੰ ਅਮੂਰਤ ਜਿਹੜਾ ਗਿਆਨ ਹੈ ਉਹ ਦਿੱਤਾ ਜਾਣਾ ਚਾਹੀਦਾ। ਪਹਿਲਾਂ ਮੂਰਤ ਤੋਂ ਅਮੂਰਤ ਵੱਲ। ਮੈਂ ਰੀਡ ਕਰਦੀ ਹਾਂ ਜੀ। ਬੱਚਾ ਸਿੱਧੇ ਰੂਪ ਵਿੱਚ ਅਮੂਰਤ ਚੀਜ਼ਾਂ ਨੂੰ ਨਹੀਂ ਸਮਝ ਸਕਦਾ, ਹੈ ਨਾ, ਜਿੰਨੀ ਦੇਰ ਉਸ ਨੂੰ ਪ੍ਰਤੱਖ ਰੂਪ ਵਿੱਚ ਉਹ ਚੀਜ਼ਾਂ ਨਾ ਵਿਖਾਈਆਂ ਜਾਣ ਅਤੇ ਉਹ ਚੀਜ਼ਾਂ ਬੱਚੇ ਦੀ ਪਕੜ ਵਿੱਚ ਜਲਦੀ ਆਉਂਦੀਆਂ ਹਨ। ਉਹ ਚੀਜ਼ਾਂ ਬੱਚੇ ਦੀ ਪਕੜ ਵਿੱਚ ਜਲਦੀ ਆਉਂਦੀਆਂ ਹਨ ਜਿਨ੍ਹਾਂ ਨੂੰ ਉਹ ਵੇਖ ਸਕਦਾ ਹੈ, ਛੂਹ ਸਕਦਾ ਹੈ ਅਤੇ ਗਿਆਨ ਇੰਦਰੀਆਂ ਰਾਹੀਂ ਅਨੁਭਵ ਕਰ ਸਕਦਾ ਹੈ। ਠੀਕ ਹੈ, ਮਤਲਬ ਕਿ ਪਹਿਲਾਂ ਨੂੰ ਉਹ ਚੀਜ਼ਾਂ ਬਾਰੇ ਜਿਹੜਾ ਗਿਆਨ ਦਿੱਤਾ ਜਾਵੇ ਜਿਨ੍ਹਾਂ ਨੂੰ ਉਹ ਦੇਖ ਸਕਦਾ ਹੈ, ਛੂਹ ਸਕਦਾ ਹੈ। ਸੋ ਬਾਅਦ ਵਿੱਚ ਅਮੂਰਤ ਚੀਜ਼ਾਂ ਦਾ ਜਿਹੜਾ ਗਿਆਨ ਹੈ ਉਹ ਦਿੱਤਾ ਜਾਣਾ ਚਾਹੀਦਾ ਹੈ। ਸੋ ਉਦਾਹਰਨ ਦੇ ਤੌਰ 'ਤੇ ਹੈ ਜੀ, ਜਿਵੇਂ ਅਸੀਂ ਬੱਚੇ ਨੂੰ ਜਿਹੜਾ ਹੈ ਵਿਸਾਖੀ ਦੇ ਮੇਲੇ ਬਾਰੇ ਜਿਹੜੀ ਜਾਣਕਾਰੀ ਦੇਣਾ ਚਾਹੁੰਦੇ ਹਾਂ ਤਾਂ ਪਹਿਲਾਂ ਉਸ ਨੂੰ ਅਸੀਂ ਜਿਹੜਾ ਅੱਖੀ ਡਿਠਾ ਮੇਲਾ ਵਿਖਾਉਣਾ ਚਾਹੀਦਾ ਹੈ ਅਤੇ ਫਿਰ ਮੇਲੇ ਵਿੱਚ ਕਿਹੜੀਆਂ ਵਸਤੂਆਂ ਸ਼ਾਮਿਲ ਹੁੰਦੀਆਂ ਹਨ ਉਹ ਦਿਖਾਉਣੀਆਂ ਚਾਹੀਦੀਆਂ ਹਨ ਤਾਂ ਕਿ ਉਹ ਮੇਲੇ ਦਾ ਹਾਲ ਅਮੂਰਤ ਰੂਪ ਵਿੱਚ ਬਿਆਨ ਕਰ ਸਕੇਗਾ। ਤਾਂ ਹੀ ਉਹ ਮੇਲੇ ਦਾ ਜਿਹੜਾ ਹਾਲ ਹੈ ਅਮੂਰਤ ਰੂਪ ਵਿੱਚ ਜਿਹੜਾ ਬਿਆਨ ਕਰ ਸਕੇਗਾ। ਨੈਕਸਟ ਹੈ ਜੀ ਪੂਰਨ ਤੋਂ ਅੰਸ਼ ਵੱਲ। ਸੋ ਮਨੋਵਿਗਿਆਨੀਆਂ ਅਨੁਸਾਰ ਹੈ ਜੀ ਅੰਸ਼ ਦੀ ਬਜਾਏ ਪੂਰਨ ਗਿਆਨ ਵਧੇਰੇ ਸਾਰਥਿਕ ਸਿੱਧ ਹੁੰਦਾ ਹੈ। ਇਸ ਲਈ ਬੱਚੇ ਨੂੰ ਪਹਿਲਾਂ ਪੂਰਨ ਰੂਪ ਵਿੱਚ ਕਿਸੇ ਵਸਤੂ ਦਾ ਜਿਹੜਾ ਗਿਆਨ ਹੈ ਉਹ ਦੇਣਾ ਚਾਹੀਦਾ ਹੈ ਅਤੇ ਫਿਰ ਉਸ ਦੇ ਵੱਖ-ਵੱਖ ਭਾਗਾਂ ਵਿੱਚ ਜਿਹੜਾ ਹੈ ਵੰਡ ਕਰੇ। ਸੋ ਉਦਾਹਰਨ ਦੇ ਤੌਰ 'ਤੇ ਹੈ ਜੀ, ਜੇਕਰ ਅਸੀਂ ਬੱਚੇ ਨੂੰ ਕਵਿਤਾ ਸਿਖਾਉਣੀ ਜਾਂ ਕਰਾਉਣੀ ਹੈ ਤਾਂ ਪਹਿਲਾਂ ਬੱਚੇ ਨੂੰ ਪੂਰੀ ਕਵਿਤਾ ਜਿਹੜੀ ਸੁਣਾਈ ਜਾਣੀ ਚਾਹੀਦੀ ਹੈ ਅਤੇ ਫਿਰ ਉਸ ਦੇ ਇੱਕ ਖੰਡ ਬਾਰੇ ਜਿਹੜੀ ਵਿਆਖਿਆ ਕੀਤੀ ਜਾਣੀ ਚਾਹੀਦੀ ਹੈ। ਸੋ ਉਦਾਹਰਨ ਦੇ ਤੌਰ 'ਤੇ ਕਿ ਜੇਕਰ ਬੱਚੇ ਨੂੰ ਕਵਿਤਾ ਸਿਖਾਉਣੀ ਜਾਂ ਕਰਾਉਣੀ ਹੈ ਤਾਂ ਪਹਿਲਾਂ ਬੱਚੇ ਨੂੰ ਪੂਰੀ ਕਵਿਤਾ ਜਿਹੜੀ ਸੁਣਾਈ ਜਾਣੀ ਚਾਹੀਦੀ ਹੈ ਅਤੇ ਫਿਰ ਉਸ ਦੇ ਇੱਕ ਖੰਡ ਬਾਰੇ ਜਿਹੜੀ ਵਿਆਖਿਆ ਕੀਤੀ ਜਾਣੀ ਚਾਹੀਦੀ ਹੈ। ਨੈਕਸਟ ਹੈ ਜੀ 6 ਨੰਬਰ 'ਤੇ ਹੈ ਜੀ ਆਗਮਨ ਤੋਂ ਨਿਗਮਨ ਵੱਲ। ਸੋ ਮਾਤ ਭਾਸ਼ਾ ਅਧਿਆਪਕ ਦੇ ਅਧਿਆਪਨ ਨੂੰ ਵਿਆਕਰਨ ਦੀ ਸਿੱਖਿਆ ਦੇਣ ਲਈ ਆਗਮਨ ਤੋਂ ਨਿਗਮਨ ਵਿਧੀ ਨਾਲ ਜਿਹੜਾ ਪੜ੍ਹਾਉਣਾ ਉਹ ਚਾਹੀਦਾ। ਪਹਿਲਾਂ ਆਗਮਨ ਅਤੇ ਫਿਰ ਨਿਗਮਨ ਵਿਧੀ। ਸੋ ਆਗਮਨ ਵਿਧੀ ਦੇ ਵਿੱਚ ਕੀ ਹੁੰਦਾ ਜੀ, ਇਹਦੇ ਵਿੱਚ ਕੀ ਹੁੰਦਾ ਜੀ, ਪਹਿਲਾਂ ਉਸ ਵਿਸ਼ੇ ਸੰਬੰਧੀ ਜਿਹੜੀਆਂ ਉਦਾਹਰਨਾਂ ਹੈ ਉਹ ਪੇਸ਼ ਕੀਤੀਆਂ ਜਾਂਦੀਆਂ ਨੇ। ਠੀਕ ਹੈ, ਉਸ ਤੋਂ ਬਾਅਦ ਜਿਹੜੀ ਹੈ ਸਧਾਰਨ ਜਿਹੜੀ ਜਾਣਕਾਰੀ ਹੈ ਉਹ ਦਿੱਤੀ ਜਾਂਦੀ ਹੈ। ਪਹਿਲਾਂ ਬੱਚੇ ਨੂੰ ਉਦਾਹਰਨਾਂ ਫਿਰ ਸਧਾਰਨ ਸਿਧਾਂਤਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਆਗਮਨ ਦੇ ਵਿੱਚ। ਅਤੇ ਨਿਗਮਨ ਦੇ ਵਿੱਚ ਉਲਟ ਹੁੰਦਾ ਹੈ, ਪਹਿਲਾਂ ਨਿਯਮ ਜਾਂ ਸਿਧਾਂਤ ਦੱਸੇ ਜਾਂਦੇ ਨੇ ਫਿਰ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ ਨਿਗਮਨ ਦੇ ਵਿੱਚ। ਉਹ ਕਹਿੰਦੇ ਆ ਆਗਮਨ ਤੋਂ ਨਿਗਮਨ ਵਿਧੀ ਵੱਲ ਹੋਣਾ ਚਾਹੀਦਾ ਹੈ ਨਾ, ਕਿ ਪਹਿਲਾਂ ਜਿਹੜੀਆਂ ਆਗਮਨ ਦੇ ਵਿੱਚ ਪਹਿਲਾਂ ਉਦਾਹਰਨਾਂ ਦਿੱਤੀਆਂ ਜਾਣ ਬੱਚੇ ਨੂੰ ਫਿਰ ਦੱਸਿਆ ਜਾਵੇ। ਠੀਕ ਹੈ,
इस तरीके दे नाल जिहड़ा होना चाहिदा है। तो उस तो बाद हौली हौली करके जिहड़े आ नियम ते फिर जिहड़ियां उदाहरणां दित्तियां जाणीਆਂ ਚਾਹੀਦੀਆਂ ਨੇ। सो आगमन तो निगमन ਵੱਲ होना चाहिदा है। सो उदाहरण के तौर पर की है जी, निगमन विधि राही जेकर बच्चे विशेषण की जानकारी जेकर बच्चे नूं जिहड़ी विशेषण की जानकारी देनी होवे तां पहला उसनूं विशेषण की जिहड़ी परिभाषा कराउण की जानकारी अते फिर उस दे आधार ते बच्चे नूं उस नाल मिलदियां जिहड़ियां उदाहरणां है वो सिखाईਆਂ जाणगियां। सो परिभाषा करवाउण की जानकारी ते उस दे आधार ते बच्चे नूं उस नाल मिलदियां उदाहरणां है वो सिखाईਆਂ जाणगियां। नैक्सट है जी 7 नंबर ते है जी विश्लेषण ते संश्लेषण वाल। सो विश्लेषण ते संश्लेषण की गल करते हैं आपां। सो विश्लेषण की है जी, इस सूत्र का भाव है बच्चे नूं जो भी ज्ञान प्रदान करना है पहला उसका विश्लेषण किया जाना चाहिए है। विश्लेषण तो भाव है किसी वस्तु नूं छोटे छोटे भागों में तोड़ना जां किसी एक इकाई नूं अगों छोटियां छोटियां इकाइयां में वंड लिया जाता है। सो संश्लेषण तो भाव है जी हरेक इकाई का विश्लेषण करन पिछों उसका संश्लेषण किया जाए। संश्लेषण तो भाव है तोड़े हुए भागों नूं फिर जोड़ना। इस नाल विद्यार्थी विच तर्क शक्ति जागृत हुंदी है ते उस अंदर निष्कर्ष कढ़न की जिहड़ी समर्था है वो विकसित हुंदी है। सो विश्लेषण तो संश्लेषण वाल होना चाहिए है प्रक्रिया। सो विश्लेषण बच्चे नूं किसी गल नूं समझण विच जिहड़ी सहायता है वो प्रदान करता है ते संश्लेषण उस ज्ञान नूं निश्चित रूप प्रदान करता है। सो उदाहरण के तौर पर भाषा अध्यापक नूं कोई भी कहानी कराउण लई उस कहानी नूं अग्गों 5 ਜਾਂ 6 भागों में वंड लेना चाहिए है ते फिर एक एक भाग की जानकारी दे के बच्चे नूं समूचे रूप में सारी कहानी का जिहड़ा सार दसना चाहिए है। नैक्सट है जी 8 नंबर ते है जी, उस तो बाद एक पॉइंट अपना रह जूगा तो कॉन्कलूजन। सो वीडियो वधिया लग रही है तो लाइक कर दो, शेयर कर दो, कमेंट कर दो तो ते मैनू जिहड़ा लाइक भी जरूर करो वीडियो नूं, कमेंट जरूर कर दो, मोटिवेशन मिलता मैनू। सो बहुत लंबी वीडियो हो गई है। सो अनुभव तो तर्क वाल है जी, अनुभव द्वारा प्राप्त ज्ञान वधेरे देर तक बच्चे के मन अंदर स्थाई रूप बनाई रखता। सो अनुभव नाल जिहड़ा बच्चा दा जिहड़ा वो लंबे समय तक जिहड़ा ज्ञान है उन्होंने जिहड़ा वो फील है वो करता है, मतलब कि उन्होंने अपने मन दे विच उहदे रहिंदा है अनुभव द्वारा। पर अनुभव द्वारा प्राप्त किया गया किसी तर्क ते आधारित नहीं हुंदा। इसलिए अध्यापक नूं चाहिए कि बच्चे नूं पहला अनुभव करवाया जाए तो फिर तर्क शक्ति वाल वधिया जाए। पहला अनुभव तो फिर तर्क वाल जाए, ठीक है, पहला उन्होंने अनुभव करवाया जाए फिर तर्क वाल जाए। सो उदाहरण के तौर पर जिवें असीं बच्चे नूं दिवाली लेख कराउणा है तो पहला उस संबंधी बच्चे नूं अनुभव करवाउण लई उसनूं दिवाली संबंधित सारियां चीज़ां तो उन्हां नूं अनुभव करवाया जाएगा, जिवें कि मिठाइयां खरीदणियां, पटाके चलाउणे, नवें कपड़े पाउणे, घर की सफाई करनी, लक्ष्मी पूजा करनी आदि। फिर इस तो बाद बच्चे नूं दिवाली संबंधी तर्कवादी गल्लां दा जिहड़ा ज्ञान करवाया जाए कि दिवाली क्यों मनाई जाती है। नैक्सट है जी 9 नंबर ते है जी 9 नंबर ते है उदाहरण तो निजम वाल। सो ये आप पहले भी कर गए हैं। सो उदाहरण तो निजम वाल सूत्र काफ़ी हद तक आगम विधि नाल मिलता जुलता है। इस सूत्र राही अध्यापक नूं चाहिए है कि बच्चे नूं भाषा संबंधी ज्ञान देने लई पहला उस नाल संबंधित जिहड़ियां उदाहरणां दित्तियां जाण ते बाद विच विषय दे निजमां जां सिद्धांतां दा ज्ञान दिता जाए। इहदी एग्जाम्पल है जी, जेकर असीं बच्चे नूं किरिया सिखाउणी है तो पहला उस किरिया नाल संबंधित उदाहरणां बच्चे अगे पेश कीतियां जाणगियां ते फिर उसके आधार ते जिहड़ी है किरिया की परिभाषा जां किस्मां की जिहड़ी जानकारी है वो दित्ती जाएगी। ये 9 नंबर सी उदाहरण तो निजम वाल। एक पॉइंट अपना जिहड़ा रह गया वो मैं ऐड कर रही हूँ। 10 नंबर ते पॉइंट ऐड कर लो जी। 10 नंबर ते मनोविग्यानिक तो तार्किक वाल। सो मनोविज्ञानिक तो तार्किक। सो ये पॉइंट कर लो, बस यही ज़्यादा टॉपिक अपना जिहड़ा वड्डा बनना सीगा, मनोविग्यानिक तो तार्किक वाल। सो इस सूत्र तो भाव है कि पहला बच्चे नूं उस विषय ਦਾ ਗਿਆਨ ਦਿੱਤਾ ਜਾਵੇ ਜੋ ਬੱਚੇ ਦੀਆਂ ਯੋਗਤਾਵਾਂ ਅਤੇ ਰੁਚੀਆਂ ਦੇ ਅਨੁਕੂਲ ਹੋਵੇ ਅਤੇ ਇਸ ਦੇ ਬਾਅਦ ਵਿਸ਼ੇ ਸਮੱਗਰੀ ਤੇ ਤਾਰਕਿਕ ਕਰਮ ਵੱਲ ਜਿਹੜਾ ਧਿਆਨ ਹੈ ਉਹ ਦਿੱਤਾ ਜਾਣਾ ਚਾਹੀਦਾ। ਸੋ ਮਨੋਵਿਗਿਆਨਿਕ ਤੋਂ ਤਾਰਕਿਕ ਵੱਲ ਕੀ ਹੈ ਜੀ, ਇਹ ਸੂਤਰ ਦਾ ਭਾਵ ਹੈ ਕਿ ਪਹਿਲਾਂ ਬੱਚੇ ਨੂੰ ਉਸ ਵਿਸ਼ੇ ਜਾਂ
ਉਸ ਵਿਸ਼ੇ ਪਹਿਲਾਂ ਬੱਚੇ ਨੂੰ ਉਸ ਵਿਸ਼ੇ ਦਾ ਗਿਆਨ ਦਿੱਤਾ ਜਾਵੇ ਜੋ ਕਿ ਬੱਚੇ ਦੀਆਂ ਯੋਗਤਾਵਾਂ ਅਤੇ ਰੁਚੀਆਂ ਦੇ ਅਨੁਕੂਲ ਹੋਵੇ ਅਤੇ ਇਸ ਤੋਂ ਬਾਅਦ ਜਿਹੜਾ ਵਿਸ਼ੇ ਸਮੱਗਰੀ ਦੇ ਤਾਰਕਿਕਕਰਨ ਵੱਲ ਜਿਹੜਾ ਧਿਆਨ ਹੈ ਉਹ ਦਿੱਤਾ ਜਾਣਾ ਚਾਹੀਦਾ ਹੈ। ਸੋ ਉਦਾਹਰਨ ਦੇ ਤੌਰ 'ਤੇ ਹੈ ਜੀ, ਕਿਸੇ ਵੀ ਸਾਹਿਤਕ ਵੰਨਗੀ ਜਾਂ ਵਾਰਤਕ ਦਾ ਗਿਆਨ ਛੋਟੇ ਬੱਚਿਆਂ ਨੂੰ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਬਾਲ ਗੀਤ ਸੁਣਾਏ ਜਾਣੇ ਚਾਹੀਦੇ ਹਨ ਅਤੇ ਫਿਰ ਹੌਲੀ ਹੌਲੀ ਜਿਹੜਾ ਸਾਹਿਤਕ ਵੰਨਗੀਆਂ ਬਾਰੇ ਜਿਹੜੀ ਜਾਣਕਾਰੀ ਹੈ ਉਹ ਦੇਣੀ ਚਾਹੀਦੀ ਹੈ। ਸੋ ਐਗਜ਼ਾਮਪਲ ਕੀ ਹੈ ਜੀ, ਕਿਸੇ ਵੀ ਸਾਹਿਤਕ ਵੰਨਗੀ ਜਾਂ ਵਾਰਤਕ ਦਾ ਗਿਆਨ ਛੋਟੇ ਬੱਚਿਆਂ ਨੂੰ ਦੇਣ ਤੋਂ ਪਹਿਲਾਂ ਉਹਨਾਂ ਨੂੰ ਬਾਲ ਗੀਤ ਸੁਣਾਏ ਜਾਣੇ ਚਾਹੀਦੇ ਹਨ ਅਤੇ ਫਿਰ ਹੌਲੀ ਹੌਲੀ ਸਾਹਿਤਕ ਵੰਨਗੀਆਂ ਬਾਰੇ ਜਿਹੜੀ ਜਾਣਕਾਰੀ ਹੈ ਉਹ ਦੇਣੀ ਚਾਹੀਦੀ ਹੈ। ਸੋ ਇਹ ਸੀਗੇ ਜੀ ਆਪਾਂ ਕੀਤੇ ਆ 10 ਇਹਦੇ ਜਿਹੜੇ ਆ ਸੂਤਰ, ਮਾਤ ਭਾਸ਼ਾ ਦੀ ਸਿੱਖਿਆ ਦੇ ਸੂਤਰ। ਹੁਣ ਤੁਹਾਡਾ ਆਜੂਗਾ ਐਂਡ 'ਤੇ ਜਿਹੜਾ ਕਨਕਲੂਜਨ ਹੈ। ਸੋ ਕਨਕਲੂਜਨ ਮੈਂ ਦੱਸਣ ਤੋਂ ਪਹਿਲਾਂ ਦੱਸਦਾ ਤੁਹਾਨੂੰ ਜਿਹੜਾ ਕੁਐਸਚਨ ਜਿਹੜਾ ਐਗਜ਼ਾਮ ਦੇ ਵਿੱਚ ਉਹ ਇੱਦਾਂ ਵੀ ਆ ਸਕਦਾ ਕਿ ਮਾਤ ਭਾਸ਼ਾ ਦੀ ਸਿੱਖਿਆ ਦੇ ਉਦੇਸ਼ ਲਿਖੋ, ਇੱਦਾਂ ਵੀ ਆ ਸਕਦਾ ਕਿ ਮਾਤ ਭਾਸ਼ਾ ਦੀ ਸਿੱਖਿਆ ਦਾ ਮਹੱਤਵ ਲਿਖੋ, ਇੱਦਾਂ ਵੀ ਆ ਸਕਦਾ ਜੀ ਮਾਤ ਭਾਸ਼ਾ ਦੀ ਸਿੱਖਿਆ ਦੇ ਸਿਧਾਂਤ ਲਿਖੋ, ਇੱਦਾਂ ਵੀ ਆ ਸਕਦਾ ਜੀ ਮਾਤ ਭਾਸ਼ਾ ਦੀ ਸਿੱਖਿਆ ਦੇ ਸੂਤਰ ਲਿਖੋ। ਸੋ 4 ਇਹਦੇ ਵਿੱਚ ਜਿਹੜੇ ਕੁਐਸਚਨ ਇਹ ਬਣਦੇ ਆ। 5ਵਾਂ ਉਹ ਬਣਦਾ ਜੀ ਦੋਹਾਂ ਨੂੰ ਮਿਲਾ ਕੇ ਆ ਸਕਦਾ ਹੈ, ਜਿਵੇਂ ਕਿ ਮਾਤ ਭਾਸ਼ਾ ਸਿੱਖਿਆ ਦੇ ਉਦੇਸ਼ ਅਤੇ ਮਹੱਤਵ ਲਿਖੋ ਜਾਂ ਮਾਤ ਭਾਸ਼ਾ ਦੀ ਸਿੱਖਿਆ ਦੇ ਸਿਧਾਂਤ ਅਤੇ ਸੂਤਰ ਲਿਖੋ। ਠੀਕ ਹੈ, ਇੱਦਾਂ ਵੀ ਆ ਸਕਦੇ ਆ ਮਤਲਬ। ਤਾਂ ਜਿਹੜੀ ਤੁਹਾਨੂੰ ਚੀਜ਼ ਪੁੱਛੀ ਜਾਂਦੀ ਬਸ ਉਹ ਲਿਖ ਦਿਓ, ਬਾਕੀ ਛੱਡ ਦਿਓ। ਸੋ ਇੰਟਰੋਡਕਸ਼ਨ, ਮੀਨਿੰਗ, ਡੈਫੀਨੇਸ਼ਨ ਜੋ ਪੁੱਛਿਆ ਉਹ ਲਿਖ ਦਿਓ ਅਤੇ ਲਾਸਟ ਦੇ ਕਨਕਲੂਜਨ। ਸੋ ਸਿੱਟਾ ਆਪਾਂ ਕਰਦੇ ਹਾਂ ਜੀ। ਵੀਡੀਓ ਆਪਣੀ ਬਹੁਤ ਵੱਡੀ ਹੋ ਗਈ ਹੈ, ਸੋ ਮੇਰਾ ਵੀ ਗਲਾ ਪੂਰੀ ਤਰ੍ਹਾਂ ਨਾਲ ਜਿਹੜਾ ਹੈ ਉਹ ਹੋਣ ਲੱਗ ਗਿਆ ਦਰਦ, ਬਟ ਮੈਂ ਤੁਹਾਨੂੰ ਜਿਹੜਾ ਐਕਸਪਲੇਨ ਹੈ ਘੱਟ ਕਰਵਾਇਆ। ਮੈਂ ਕੁਝ ਪੁਆਇੰਟ ਮੈਂ ਉੱਦਾਂ ਹੀ ਕਰਵਾਤੇ ਤੁਹਾਨੂੰ ਸਟਾਰਟਿੰਗ ਵਾਲੇ, ਕਿਉਂਕਿ ਵੀਡੀਓ ਬਹੁਤ ਵੱਡੀ ਬਣ ਜਾਣੀ ਸੀ। ਸੋ ਇਹਦੇ ਲਈ ਮੈਂ ਚਾਹੁੰਦੀ ਸੀ ਕਿ ਇੱਕ ਦੇ ਵਿੱਚ ਇਹ ਟੌਪਿਕ ਜਿਹੜਾ ਕਵਰ ਹੈ ਉਹ ਹੋ ਜਾਵੇ। ਸੋ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਮਾਤ ਭਾਸ਼ਾ ਦੇ ਅਨੇਕਾਂ ਉਦੇਸ਼ ਹਨ। ਇਸ ਦਾ ਵਿਦਿਆਰਥੀ ਦੇ ਵਿਕਾਸ ਵਿੱਚ ਬਹੁਤ ਹੀ ਮਹੱਤਵ ਹੈ। ਇਸ ਨਾਲ ਹੀ ਵਿਦਿਆਰਥੀ ਦਾ ਸਰਬਪੱਖੀ ਵਿਕਾਸ ਹੈ ਉਹ ਹੁੰਦਾ ਹੈ। ਵਿਦਿਆਰਥੀ ਆਪਣੇ ਵਿਚਾਰਾਂ ਨੂੰ ਦੂਸਰੇ ਸਾਹਮਣੇ ਪ੍ਰਗਟ ਕਰ ਪਾਉਂਦਾ ਹੈ, ਦੂਸਰੇ ਦੇ ਵਿਚਾਰਾਂ ਨੂੰ ਜਿਹੜਾ ਸਮਝ ਆ ਉਹ ਪਾਉਂਦਾ ਹੈ। ਸੋ ਮਾਤ ਭਾਸ਼ਾ ਸਾਡੇ ਵਿਕਾਸ ਦੇ ਵਿੱਚ ਬਹੁਤ ਸਹਾਇਕ ਹੈ। ਮਾਤ ਭਾਸ਼ਾ ਦੀ ਸਿੱਖਿਆ ਦੇਣ ਸਮੇਂ ਅਧਿਆਪਕ ਨੂੰ ਅਧਿਆਪਨ ਦੌਰਾਨ ਸਿੱਖਿਆ ਸੂਤਰਾਂ ਨੂੰ ਧਿਆਨ ਵਿੱਚ ਰੱਖ ਕੇ ਜਿਹੜੀ ਸਿੱਖਿਆ ਹੈ ਉਹ ਦੇਣੀ ਚਾਹੀਦੀ ਹੈ। ਸਿੱਖਿਆ ਦੇਣੀ ਬਹੁਤ ਜ਼ਰੂਰੀ ਹੈ। ਸੋ ਸੌਖਾ ਜਿਹੀ ਜਿਹੜਾ ਕਨਕਲੂਜਨ ਹੈ ਇਹਨੂੰ ਮੈਂ ਐਕਸਪਲੇਨ ਨਹੀਂ ਕਰਾਂਗੀ, ਦੇਖ ਲਓ, ਪੜ੍ਹ ਲਓ। ਸੋ ਬਹੁਤ ਜ਼ਿਆਦਾ ਉਦੇਸ਼ ਨੇ। ਸੋ ਬਹੁਤ ਮਹੱਤਵ ਹੈ ਵਿਦਿਆਰਥੀ ਦੇ ਸਰਬਪੱਖੀ ਵਿਕਾਸ ਦੇ ਵਿੱਚ ਮਾਤ ਭਾਸ਼ਾ ਦਾ। ਸੋ ਉਹਦੇ ਨਾਲ ਹੀ ਆਪਾਂ ਸਮਝ ਪਾਉਂਦੇ ਹਾਂ ਇੱਕ ਦੂਜੇ ਦੇ ਵਿਚਾਰ। ਸੋ ਅਧਿਆਪਕ ਨੂੰ ਜਿਹੜਾ ਹੈ ਅਧਿਆਪਨ ਕਰਦੇ ਸਮੇਂ ਸਿੱਖਿਆ ਸੂਤਰਾਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ, ਕਿਉਂਕਿ ਉਹਦੇ ਨਾਲ ਹੀ ਉਹ ਜਿਹੜੀ ਸਿੱਖਿਆ ਵਿਦਿਆਰਥੀ ਨੂੰ ਦੇ ਸਕੇਗਾ। ਸੋ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਜਿਹੜਾ ਲਾਈਕ ਕਰ ਦਿਓ ਜੀ, ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਮੈਨੂੰ ਜਿਹੜਾ ਹੈ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ। ਸੋ ਵੀਡੀਓ ਨੂੰ ਦੇਖਣ ਦੇ ਲਈ ਜਿਹੜਾ ਤੁਹਾਡਾ ਧੰਨਵਾਦ ਜੀ। ਥੈਂਕਸ ਫॉर ਵਾਚਿੰਗ।